ਨਮਸਕਾਰ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਅੱਜ ਅਸੀਂ ਟਰਾਂਸਫਾਰਮਰ ਦੇ ਉਹਨਾਂ ਇੰਪੋਰਟੈਂਟ ਕੁਐਸਚਨਸ ਦੇ ਬਾਰੇ ਗੱਲ ਕਰਨ ਲੱਗੇ ਆਂਗੇ ਜਿਹੜੇ ਪਿਛਲੀ ਵਾਰੀ ਪੇਪਰਾਂ ਦੇ ਵਿੱਚ ਆਏ ਹੋਏ ਨੇਗੇ। ਇਹ ਬੜੇ ਇੰਪੋਰਟੈਂਟ ਕੁਐਸਚਨਸ ਨੇ। ਇਹਨਾਂ ਕੁਐਸਚਨਸ ਨੂੰ ਕਰਨ ਦੇ ਨਾਲ ਤੁਹਾਡਾ ਲਗਭਗ ਟਰਾਂਸਫਾਰਮਰ ਦਾ ਹਰ ਟੌਪਿਕ ਕਲੀਅਰ ਹੋ ਜਾਵੇਗਾ। ਤਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ, ਗੌਰ ਨਾਲ, ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾਗਾ। ਤਾਂ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਕੁਐਸਚਨ ਦੇ ਵਿੱਚ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਕੁਐਸਚਨ ਜਿਹੜੇ ਸੀਗੇ ਇਹ ਟੈਸਟ ਦੇ ਵਿੱਚ ਪਾਏ ਗਏ ਕੁਐਸਚਨ ਸੀਗੇ। ਜਿਹੜੇ ਬੱਚਿਆਂ ਨੇ ਆਲਰੇਡੀ ਸਾਡਾ ਕੋਰਸ ਆ ਜਿਹੜਾ ਉਹ ਲੈ ਚੁੱਕੇ ਨੇਗੇ, ਉਹਨਾਂ ਨੂੰ ਪਤਾ ਕਿ ਅਸੀਂ ਪਹਿਲਾਂ ਇੱਕ ਪੂਰਾ ਟੌਪਿਕ ਕਵਰ ਕਰਵਾਉਣੇ ਆਂਗੇ, ਉਸ ਤੋਂ ਬਾਅਦ ਉਹਦਾ ਟੈਸਟ ਲੈਣੇ ਆਂਗੇ। ਅਤੇ ਬੱਚਿਆਂ ਨੂੰ ਜਿੱਥੇ ਜਿੱਥੇ ਕੋਈ ਡਾਊਟ ਆਉਂਦਾ ਹੈਗਾ ਉਹਦੀ ਵੀਡੀਓ ਬਣਾ ਕੇ ਫਿਰ ਕਲੀਅਰ ਕਰ ਦਿੱਤੇ ਜਾਂਦੇ ਹੈਗੇ। ਤਾਂ ਉਸੇ ਚੀਜ਼ ਦੀ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਆਪਣਾ ਜਿਹੜਾ ਟਰਾਂਸਫਾਰਮਰ ਦਾ ਟੈਸਟ ਲਿਆ ਸੀਗਾ, ਜਿਹੜੇ ਕੁਐਸਚਨ ਕੱਢੇ ਸੀਗੇ ਪਿਛਲੇ ਪੇਪਰਾਂ ਦੇ ਵਿੱਚੋਂ ਕੱਢੇ ਸੀਗੇ, ਜਾਂ ਫਿਰ ਤੁਹਾਡੀਆਂ ਜਿਹੜੀਆਂ ਕਿਤਾਬਾਂ ਨੇਗੀਆਂ ਉਹਨਾਂ ਦੇ ਵਿੱਚੋਂ ਕੱਢੇ ਸੀਗੇ। ਇਹਨਾਂ MCQ ਕੁਐਸਚਨਾਂ ਦੀ, ਇਹਨਾਂ ਦੀ ਆਬਜੈਕਟਿਵ ਟਾਈਪ ਕੁਐਸਚਨਾਂ ਦੀ ਅੱਜ ਅਸੀਂ ਪ੍ਰੋਪਰ ਇੱਕ ਵੀਡੀਓ ਬਣਾਉਣ ਲੱਗੇ ਆਂਗੇ। ਤਾਂ ਜਿਨ੍ਹਾਂ ਨੇ ਕੋਰਸ ਲੈਤਾ ਵਧੀਆ ਗੱਲ ਆ, ਅਤੇ ਜਿਨ੍ਹਾਂ ਨੇ ਨਹੀਂ ਕੋਰਸ ਲੈਤਾ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੇ ਆਪ ਨੂੰ ਚੈੱਕ ਕਰ ਸਕਦੇ ਨੇ। ਹਰ ਕੁਐਸਚਨ ਜਿਹੜਾ ਹੈਗਾ ਜਦੋਂ ਵੀ ਤੁਹਾਨੂੰ ਦਿਖਦਾ ਹੈਗਾ 5-6 ਸੈਕਿੰਡ ਇਸ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਇਸ ਟੈਸਟ ਨੂੰ ਅਟੈਂਡ ਕਰ ਸਕਦੇ ਹੋਗੇ। ਜੇ ਤੁਹਾਨੂੰ ਲੱਗਦਾ ਕਿ ਅਸੀਂ ਕੁਝ ਵਧੀਆ ਕਰਵਾ ਰਹੇ ਹਾਂ, ਤਾਂ ਤੁਹਾਡਾ ਜਿਹੜਾ ਸਾਡਾ ਕੋਰਸ ਹੈਗਾ ALM ਅਤੇ ASSA ਦਾ ਉਹ ਵੀ ਖਰੀਦ ਸਕਦੇ ਹੋਗੇ। ਤਾਂ ਚਲੋ ਬੱਚਿਓ ਸਟਾਰਟ ਕਰਦੇ ਹਾਂ। ਆਪਾਂ ਸਭ ਤੋਂ ਪਹਿਲੇ ਕੁਐਸਚਨ ਤੋਂ ਸਟਾਰਟ ਕਰ ਦਿਆਂਗੇ। ਜਿਹੜਾ ਸਭ ਤੋਂ ਪਹਿਲਾ ਕੁਐਸਚਨ ਆ, ਇਸ ਕੁਐਸਚਨ ਦੇ ਵਿੱਚ ਉਹਨੇ ਕੀ ਕਿਹਾ ਹੋਇਆ। ਫਸਟ ਕੁਐਸਚਨ ਦੇ ਵਿੱਚ ਇਹਨੇ ਕਿਹਾ ਹੋਇਆ ਕਿ ਟਰਾਂਸਫਾਰਮਰ ਡੈਸ਼ ਦਾ ਮਾਨ ਬਦਲਣ ਲਈ ਪ੍ਰਯੋਗ ਹੁੰਦੇ ਹਨ। ਕਿ ਟਰਾਂਸਫਾਰਮਰ ਜਿਹੜਾ ਸਾਡਾ ਇੱਕ ਡਿਵਾਈਸ ਹੈਗਾ ਉਹਦੀ ਬੇਸਿਕ ਕੰਸਟਰਕਸ਼ਨ ਜਿਹੜੀ ਹੁੰਦੀ ਆ ਉਹ ਕੀ ਦੱਸਦੀ ਆ, ਕਿ ਉਹ ਕੀ ਬਦਲਦੀ ਕੀ ਆ। ਪ੍ਰਾਇਮਰੀ ਵਾਈਂਡਿੰਗ ਤੋਂ ਜਦੋਂ ਆਪਾਂ ਸੈਕੰਡਰੀ ਵਾਈਂਡਿੰਗ ਜਾਂਦੇ ਆਂਗੇ ਤਾਂ ਕੀ ਉਹ ਵੋਲਟੇਜ ਨੂੰ ਬਦਲਦੀ ਹੈਗੀ, ਜਾਂ ਉਹ ਫਰੀਕੁਐਂਸੀ ਨੂੰ, ਜਾਂ ਪਾਵਰ ਫੈਕਟਰ ਨੂੰ, ਜਾਂ ਉਹ ਪਾਵਰ ਨੂੰ। ਤਾਂ ਇਹ ਪੁੱਛ ਰਿਹਾ ਹੈ ਕਿ ਮਾਨ ਮਤਲਬ ਕਿਹੜੀ ਚੀਜ਼ ਬਦਲਦੇ ਹਾਂ ਅਸੀਂ, ਕਿਹੜੀ ਚੀਜ਼ ਚੇਂਜ ਕਰਦੇ ਆਂਗੇ। ਦੇਖੋ ਜ਼ਿਆਦਾਤਰ ਜਿਹੜੇ ਸਾਡੇ ਟਰਾਂਸਫਾਰਮਰ ਆ ਉਹਨਾਂ ਦਾ ਕੰਮ ਹੁੰਦਾ ਸਟੈਪ ਅਪ ਕਰਨਾ ਜਾਂ ਸਟੈਪ ਡਾਊਨ ਕਰਨਾ। ਕਿਹਨੂੰ ਸਟੈਪ ਅਪ ਸਟੈਪ ਡਾਊਨ ਕਰਦਾ ਹੈਗਾ? ਵੋਲਟੇਜ ਨੂੰ ਸਟੈਪ ਅਪ ਜਾਂ ਸਟੈਪ ਡਾਊਨ ਕਰਦਾ ਹੈਗਾ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਉਹ ਆਏਗਾ ਵੋਲਟੇਜ ਦਾ ਮਾਨ ਬਦਲਣ ਲਈ ਪ੍ਰਯੋਗ ਹੁੰਦੇ ਹਨ। ਜਦ ਕਿ ਜੇ ਪੁੱਛਿਆ ਜਾਵੇ ਵੀ ਕਿ ਕਿਹੜੀ ਜਿਹੜੀ ਕੁਆਂਟੀਟੀ ਆ ਉਹਦਾ ਮਾਨ ਫਿਕਸ ਰਹਿੰਦਾ ਹੈਗਾ, ਤਾਂ ਫਿਰ ਦੋ ਗੱਲਾਂ ਕਹਿਣੀਆਂ ਨੇਗੀਆਂ ਇੱਥੇ। ਇੱਕ ਪਾਵਰ ਉਹ ਸੇਮ ਰਹਿੰਦੀ ਆ ਸਾਡੀ ਪ੍ਰਾਇਮਰੀ ਸਾਈਡ 'ਤੇ ਜਿੰਨੀ ਪਾਵਰ ਹੁੰਦੀ ਹੈਗੀ ਉਨੀ ਪਾਵਰ ਹੀ ਸਾਡੀ ਸੇਮ ਸੈਕੰਡਰੀ ਸਾਈਡ ਦੇ ਵਿੱਚ ਆਊਟਪੁੱਟ ਆਉਂਦੀ ਹੈ ਜੇ ਆਪਾਂ ਲੌਸਿਸ ਨੂੰ 0 ਮੰਨ ਲਈ। ਉਸੇ ਤਰੀਕੇ ਨਾਲ ਜਿੰਨੀ ਫਰੀਕੁਐਂਸੀ ਸਾਡੀ ਪ੍ਰਾਇਮਰੀ ਸਾਈਡ ਦੀ ਹੁੰਦੀ ਹੈਗੀ ਉਨੀ ਫਰੀਕੁਐਂਸੀ ਹੀ ਸਾਡੀ ਸੈਕੰਡਰੀ ਸਾਈਡ ਵੱਲ ਵੀ ਆਉਂਦੀ ਹੈਗੀ। ਤਾਂ ਫਰੀਕੁਐਂਸੀ ਵੀ ਸੇਮ ਰਹਿੰਦੀ ਹੈਗੀ ਅਤੇ ਪਾਵਰ ਵੀ ਸੇਮ ਰਹਿੰਦੀ ਆ। ਬਦਲਦਾ ਕੀ ਆ? ਵੋਲਟੇਜ। ਇੱਕ ਚੀਜ਼ ਹੋਰ ਬਦਲਦੀ ਆ, ਉਹ ਕੀ ਬਦਲਦਾ? ਉਹ ਕਰੰਟ ਬਦਲਦਾ ਗਾ। ਜੇ ਵੋਲਟੇਜ ਥਾਂ 'ਤੇ ਕਰੰਟ ਦਿੱਤਾ ਹੁੰਦਾ ਤਾਂ ਅਸੀਂ ਕਹਿੰਦੇ ਵੀ ਕਾਹਦਾ ਮਾਨ ਬਦਲਣ ਵਾਸਤੇ? ਕਰੰਟ ਦਾ ਮਾਨ ਬਦਲਣ ਵਾਸਤੇ ਵੀ ਵਰਤੋਂ ਦੇ ਵਿੱਚ ਆਉਂਦੇ ਹਨ। ਕਿਉਂਕਿ ਜਦੋਂ ਵੋਲਟੇਜ ਬਦਲੇਗੀ ਤਾਂ ਸਾਡਾ ਕਰੰਟ ਵੀ ਉਹਦੇ ਨਾਲ ਹੀ ਬਦਲੇਗਾ। ਜਿਹਨਾਂ ਨੇ ਨੂਮੈਰੀਕਲ ਕੀਤੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਵੇਗੀ। ਅੱਗੇ ਕੁਐਸਚਨ ਆਵੇਗਾ, ਆਪਾਂ ਉਹਦੇ ਵਿੱਚ ਕਲੀਅਰ ਵੀ ਕਰ ਲਾਂਗੇ। ਸੈਕਿੰਡ ਕੁਐਸਚਨ 2 ਨੰਬਰ ਕੁਐਸਚਨ ਦੇ ਵਿੱਚ ਉਹ ਤੁਹਾਨੂੰ ਕਹਿ ਰਿਹਾ ਹੈਗਾ ਇਲੈਕਟ੍ਰੀਕਲ ਪਾਵਰ ਇੱਕ ਵਾਈਂਡਿੰਗ ਤੋਂ ਦੂਜੀ ਵਾਈਂਡਿੰਗ ਵਿੱਚ ਟਰਾਂਸਫਰ ਹੁੰਦੀ ਹੈ। ਕਿਵੇਂ ਟਰਾਂਸਫਰ ਹੁੰਦੀ ਹੈ? ਦੇਖੋ ਇੱਕ ਵਾਈਂਡਿੰਗ ਆ ਸਾਡੇ ਕੋਲੇ ਕੋਰ ਹੁੰਦੀ ਹੈ, ਇੱਕ ਪ੍ਰਾਇਮਰੀ ਵਾਈਂਡਿੰਗ ਹੁੰਦੀ ਹੈ, ਇੱਕ ਸੈਕੰਡਰੀ ਵਾਈਂਡਿੰਗ ਹੁੰਦੀ ਹੈ। ਅਸੀਂ ਪ੍ਰਾਇਮਰੀ ਦੇ ਵਿੱਚ ਵੋਲਟੇਜ ਦੇ ਦਿੰਦੇ ਹਾਂ ਜਿਹੜੀ ਕਿ ਸੈਕੰਡਰੀ ਦੇ ਵਿੱਚ ਆ ਜਾਂਦੀ ਹੈ। ਇੱਧਰੋਂ ਦਿੱਤੀ ਗਈ ਕੋਈ ਵੀ ਜਿਹੜੀ ਪਾਵਰ ਹੁੰਦੀ ਹੈ ਉਹ ਸੈਕੰਡਰੀ ਸਾਈਡ ਦੇ ਵਿੱਚ ਆਪਦੇ ਆਪ ਪਹੁੰਚ ਜਾਂਦੀ ਹੈ। ਜਦ ਕਿ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਪ੍ਰਾਇਮਰੀ ਵਾਈਂਡਿੰਗ ਹੈ ਇਹ ਅਲੱਗ ਪਈ ਆ, ਸੈਕੰਡਰੀ ਵਾਈਂਡਿੰਗ ਅਲੱਗ ਪਈ ਆ। ਇਹਨਾਂ ਦੋਨਾਂ ਦੇ ਵਿੱਚ ਇੱਦਾਂ ਕੋਈ ਸਿੱਧੀ ਤਾਰ ਜੁੜੀ ਨਹੀਂ ਹੋਈ, ਕੋਈ ਕਨੈਕਸ਼ਨ ਨਹੀਂ ਹੈਗਾ। ਫਿਰ ਵੀ ਇਹ ਕਿਵੇਂ ਪਹੁੰਚਦੀ ਹੈਗੀ? ਇਹਦਾ ਜਿਹੜਾ ਆਏਗਾ ਸਾਡਾ ਉਹ ਆਏਗਾ ਜੀ ਇਲੈਕਟ੍ਰੀਕਲੀ ਤਾਂ ਪਹੁੰਚਦੀ ਨਹੀਂ। ਇਲੈਕਟ੍ਰੀਕਲੀ ਤਾਂ ਇਹ ਤਾਂ ਪਹੁੰਚਦੀ ਜੇ ਸਾਡੀ ਕੋਈ ਤਾਰ ਸਿੱਧੀ ਜੁੜੀ ਹੁੰਦੀ। ਠੀਕ ਹੈ ਜੀ। ਦੂਜਾ ਸਰੀਰਕ ਰੂਪ ਦੇ ਵਿੱਚ ਇਹ ਵੀ ਨਹੀਂ ਆ ਸਕਦਾ, ਇਹ ਆਊਗਾ ਮੈਗਨੈਟਿਕਲੀ। ਮੈਗਨੈਟਿਕਲੀ ਸਾਡੀ ਜਿਹੜੀ ਪਾਵਰ ਆ ਉਹ ਪ੍ਰਾਇਮਰੀ ਵਾਈਂਡਿੰਗ ਤੋਂ ਸੈਕੰਡਰੀ ਵਾਈਂਡਿੰਗ ਦੇ ਵਿੱਚ ਪਹੁੰਚਦੀ ਆ। ਕਿਵੇਂ ਪਹੁੰਚਦੀ ਆ? ਉਹਦਾ ਜਿਹੜਾ ਫਿਨੋਮੀਨਾ ਇਹਦਾ ਉਹ ਹੈਗਾ ਗਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਪੇਪਰ ਦੇ ਵਿੱਚ ਸਿੱਧਾ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈਗਾ। ਠੀਕ ਹੈ ਜੀ। ਜਿਹੜੀ ਆ ਮੈਗਨੈਟਿਕਲੀ ਲਿਖਿਆ ਹੋਇਆ ਹੈਗਾ ਇਹਦਾ ਗਾਹਾਂ ਫਰਦਰ ਜਿਹੜਾ ਮੇਨ ਨਾਮ ਆ ਉਹਦਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਆ, ਜਾਂ ਫਿਰ ਆਪਾਂ ਕਹਾਂਗੇ ਮਿਊਚੁਅਲ ਇੰਡਕਸ਼ਨ। ਇਹ ਦੋਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਜਿਹੜਾ ਦਿਖੂਗਾ, ਜੇ ਤੁਹਾਨੂੰ ਦੋਨਾਂ ਦੇ ਵਿੱਚੋਂ ਕੋਈ ਵੀ ਪਾਰਟ ਦਿਖ ਜਾਵੇ ਅਸੀਂ ਉਹਦੇ ਉੱਪਰ ਨਿਸ਼ਾਨੀ ਲਾ ਕੇ ਆਉਂਦੇ ਵੀ ਮਿਊਚੁਅਲ ਇੰਡਕਸ਼ਨ ਦੇ ਨਾਲ ਟਰਾਂਸਫਾਰਮਰ ਮਿਊਚੁਅਲ ਇੰਡਕਸ਼ਨ ਦੇ ਉੱਪਰ ਕੰਮ ਕਰਦਾ। ਕਲੀਅਰ ਹੋ ਗਈ ਜੀ ਇਹ ਗੱਲ। ਚਲੋ ਤੀਜੇ ਕੁਐਸਚਨ ਵੱਲ ਵੱਧਦੇ ਆਂਗੇ ਆਪਾਂ। ਤੀਜਾ ਕੁਐਸਚਨ ਆਈ ਸਾਡਾ ਇਲੈਕਟ੍ਰੀਕਲ ਪਾਵਰ ਇੱਕ ਵਾਈਂਡਿੰਗ ਤੋਂ ਦੂਜੀ ਵਾਈਂਡਿੰਗ ਵਿੱਚ ਟਰਾਂਸਫਰਡ। ਇਹ ਤਾਂ ਸੇਮ ਹੀ ਕੁਐਸਚਨ ਆ ਗਿਆ ਹੈ ਨਾ, ਮੈਗਨੈਟਿਕਲੀ ਆਏਗਾ। ਚਲੋ ਕੋਈ ਗੱਲ ਨਹੀਂ। ਬੱਕਰਲੇ ਦੇਖੋ ਜੀ ਕੀ ਹੁੰਦੀ ਹੈ। ਇੱਕ ਟਰਾਂਸਫਾਰਮਰ ਹੁੰਦਾ,
ਇੱਕ ਉਹਦਾ ਕੰਜ਼ਰਵੇਟਰ ਟੈਂਕ ਹੁੰਦਾ ਉੱਪਰਲੇ ਪਾਸੇ ਲੱਗਿਆ ਹੋਇਆ। ਕੀ ਹੁੰਦਾ ਉਹ ਵੀਡੀਓ ਦੇਖ ਲਿਓ, ਪ੍ਰੋਪਰ ਸਾਰਾ ਕੁਝ ਸਮਝਾਇਆ ਹੋਇਆ ਹੈਗਾ। ਵੀ ਜਦੋਂ ਕਦੇ ਵੀ ਤੇਲ ਦਾ ਜਿਹੜਾ ਇੱਧਰਲੇ ਪਾਸੇ ਜਿਹੜਾ ਉਹਦਾ ਲੈਵਲ ਹੁੰਦਾ ਉਹ ਵਧਣ ਲੱਗਦਾ, ਤਾਂ ਉਹ ਟਰਾਂਸਫਾਰਮਰ ਦੇ ਵਿੱਚ ਜਿਹੜਾ ਉੱਪਰਲੇ ਪਾਸੇ ਟੈਂਕ ਲੱਗਿਆ ਹੁੰਦਾ ਉਹਦੇ ਵਿੱਚ ਚੜ ਜਾਂਦਾ ਹੈਗਾ ਪ੍ਰੈਸ਼ਰ ਕਰਕੇ। ਤਾਂ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਰਿਲੇ ਲੱਗੀ ਹੁੰਦੀ ਹੈ, ਜਿਹਨੂੰ ਅਸੀਂ ਕੀ ਕਹਿੰਦੇ ਆ, ਬੱਕਰ ਰਿਲੇ ਕਹਿੰਦੇ ਆ। ਤੇ ਬੱਕਰ ਰਿਲੇ ਜਿਹੜੀ ਹੁੰਦੀ ਹੈਗੀ, ਪਹਿਲੀ ਗੱਲ ਤਾਂ ਉਹ ਇਹ ਪੁੱਛ ਸਕਦਾ ਹੈਗਾ ਕਿੱਥੇ ਕਿੱਥੇ ਲੱਗੀ ਹੁੰਦੀ ਆ। ਕੰਜ਼ਰਵੇਟਰ ਟੈਂਕ, ਕੰਜ਼ਰਵੇਟਰ ਟੈਂਕ, ਕੰਜ਼ਰਵੇਟਰ ਟੈਂਕ ਤੇ ਮੇਨ ਟੈਂਕ, ਇਹਨਾਂ ਦੋਨਾਂ ਨੂੰ ਜੋੜਨ ਵਾਲੀ ਜਿਹੜੀ ਪਾਈਪ ਆ ਉਹ ਉੱਥੇ ਲੱਗੀ ਹੁੰਦੀ ਹੈ ਬੱਕਰ ਰਿਲੇ, ਪਹਿਲੀ ਗੱਲ। ਦੂਜੀ ਗੱਲ, ਛੋਟੇ ਟਰਾਂਸਫਾਰਮਰਾਂ ਦੇ ਵਿੱਚ ਇਹ ਨਹੀਂ ਲੱਗੀ ਹੁੰਦੀ ਬੱਕਰ ਰਿਲੇ, ਸਿਰਫ ਔਰ ਸਿਰਫ ਪਾਵਰ ਟਰਾਂਸਫਾਰਮਰ ਦੇ ਵਿੱਚ ਹੀ ਲੱਗੀ ਹੁੰਦੀ ਹੈਗੀ। ਇਹ ਗੱਲ ਯਾਦ ਰੱਖਣੀ ਹੈਗੀ ਤੁਸੀਂ, ਵੀ ਪਾਵਰ ਟਰਾਂਸਫਾਰਮਰਾਂ ਦੇ ਵਾਸਤੇ ਹੀ ਯੂਜ਼ ਕੀਤੀ ਜਾਂਦੀ ਆ। ਕਿੰਨੇ ਕੇਵੀ ਤੋਂ ਉੱਪਰ, 500 ਕੇਵੀਏ ਤੋਂ ਉੱਪਰਲੇ ਜਿਹੜੇ ਟਰਾਂਸਫਾਰਮਰ ਨੇਗੇ ਉਹਨਾਂ ਵਾਸਤੇ ਯੂਜ਼ ਕੀਤੀ ਜਾਂਦੀ ਆ। ਸਾਡੇ ਘਰਾਂ ਦੇ ਬਾਹਰ ਲੱਗਿਆ ਹੁੰਦਾ 100 ਦਾ, 150 ਦਾ, 200 ਕੇਵੀ ਦਾ, ਉੱਥੇ ਇਹ ਟਰਾਂਸਫਾਰਮਰਾਂ ਵਾਸਤੇ ਉੱਥੇ ਤੁਸੀਂ ਕਦੇ ਵੀ ਬੱਕਰ ਰਿਲੇ ਲੱਗੀ ਨਹੀਂ ਦੇਖੋਗੇ। ਠੀਕ ਹੈ ਜੀ, ਕਿਉਂਕਿ ਉੱਥੇ ਕੰਜ਼ਰਵੇਟਰ ਟੈਂਕ ਦੇ ਵਿਚਾਲੇ ਤੁਸੀਂ ਦੇਖੋਗੇ ਸਿੱਧੀ ਪਾਈਪ ਹੀ ਹੁੰਦੀ ਆ, ਕੋਈ ਰਿਲੇ ਨਹੀਂ ਹੁੰਦੀ ਹੈਗੀ। ਤੇ ਬੱਕਰ ਰਿਲੇ ਕਰਦੀ ਕੀ ਹੁੰਦੀ ਹੈ, ਇਹ ਇੰਟਰਨਲ ਫਾਲਟ, ਜਿਹਦੇ ਅੰਦਰਲੇ ਪਾਸੇ ਕੋਈ ਸ਼ਾਰਟ ਸਰਕਟ ਹੋ ਜਾਵੇ ਤਾਂ ਜਿਹੜਾ ਇਹਦੇ ਅੰਦਰ ਤੇਲ ਪਿਆ ਹੁੰਦਾ ਹੈਗਾ ਉਹ 'ਚ ਜਦੋਂ ਵੀ ਗੈਸਿਸ ਬਣਨਗੀਆਂ ਤਾਂ ਉਹ ਗੈਸਿਸ ਨਾਲ ਆਪਰੇਟ ਹੁੰਦੀ ਹੈਗੀ ਹਮੇਸ਼ਾ ਬੱਕਰ ਰਿਲੇ। ਤਾਂ ਇੱਥੇ ਸਾਫ਼-ਸਾਫ਼ ਲਿਆ ਗੈਸ ਚਾਲਿਤ ਡਿਵਾਈਸ ਹੈ, ਇੱਕ ਗੈਸ ਚਾਲਿਤ ਡਿਵਾਈਸ, ਜਿਹਦੇ ਵਿੱਚ ਗੈਸ ਪੈਦਾ ਹੋ ਜਾਏਗੀ ਤੁਹਾਡੀ ਟਰਾਂਸਫਾਰਮਰ ਦੇ ਵਿੱਚ, ਤਾਂ ਉਹ ਰਿਲੇ ਤੁਹਾਡੀ ਆਪਰੇਟ ਹੋ ਜਾਏਗੀ। ਕਲੀਅਰ ਹੋ ਗਈ ਜੀ ਗੱਲ? ਠੀਕ ਹੈ ਜੀ। ਅੱਗੇ ਦੇਖੋ ਜੀ, ਆਇਲ ਦਾ ਟਰਾਂਸਫਾਰਮਰ ਵਿੱਚ ਡੈਸ਼ ਕਰਨਾ। ਆਇਲ ਦਾ ਕੰਮ ਕੀ ਹੈ ਜੀ? ਸਾਡਾ ਮੇਨ ਟੈਂਕ ਹੁੰਦਾ ਟਰਾਂਸਫਾਰਮਰ ਦੇ ਵਿੱਚ, ਉਹਦੇ ਵਿੱਚ ਆਇਲ ਰੱਖਿਆ ਹੁੰਦਾ, ਵਾਈਂਡਿੰਗ ਦੇ ਵਿੱਚ ਆਇਲ ਰੱਖਿਆ ਹੁੰਦਾ, ਸਭ ਨੂੰ ਪਤਾ, ਜਿਵੇਂ ਸਟਾਰਟਰਾਂ ਦੇ ਵਿੱਚ ਵੀ ਰੱਖਿਆ ਹੁੰਦਾ ਹੈਗਾ। ਆਇਲ ਦਾ ਕੰਮ ਕੀ ਹੈ? ਪਹਿਲੀ ਗੱਲ, ਆਇਲ ਦਾ ਕੰਮ ਇਹ ਹੈ ਵੀ ਜਦੋਂ ਵਾਈਂਡਿੰਗ ਕਦੇ ਵੀ ਗਰਮ ਹੋਵੇਗੀ, ਤਾਲੇ ਤਾਲੇ ਜਿਹੜਾ ਤੇਲ ਪਿਆ ਉਹ ਗਰਮ ਹੋ ਜਾਏਗਾ। ਤਾਂ ਜਦੋਂ ਤੇਲ ਗਰਮ ਹੋ ਜਾਏਗਾ, ਉਹ ਗਰਮ ਤੇਲ ਜਿਹੜਾ ਹੋਏਗਾ ਉਹ ਆਲੇ ਦਾਲੇ ਨੂੰ ਦੂਰ ਭਜਾਵੇਗਾ। ਉਹ ਆਪਾਂ ਧੱਕੇ ਨਾਲ, ਆਪਾਂ ਇੱਧਰਲੇ ਪਾਸੇ ਇਹਦੇ ਫਿਨਸ ਰੱਖੀਆਂ ਹੁੰਦੀਆਂ ਬਹੁਤ ਵੱਡੀਆਂ ਵੱਡੀਆਂ, ਜਿਹੜੀਆਂ ਸਾਈਡ 'ਤੇ ਟਰਾਂਸਫਾਰਮਰ ਦੇ ਸਾਈਡ ਦੇ ਉੱਪਰ ਇੱਦਾਂ ਨਹੀਂ ਲੱਗੇ ਹੁੰਦੇ ਛੋਟੇ ਛੋਟੇ ਫਿਨਸ, ਇੱਦਾਂ ਉਹ ਇੱਧਰ ਨੂੰ ਗਰਮ ਹੋ ਕੇ ਜਾਏਗਾ। ਤਾਂ ਇੱਧਰ ਨੂੰ ਗਰਮ ਹੋ ਕੇ ਜਾਏਗਾ, ਹਵਾ ਇਹਦੇ ਉੱਪਰ ਲੱਗੇਗੀ ਅਤੇ ਉਹ ਜਿਹੜਾ ਟਰਾਂਸਫਾਰਮਰ ਦਾ ਤੇਲ ਆ ਉਹ ਠੰਡਾ ਹੋ ਜਾਏਗਾ। ਇਹਦਾ ਮਤਲਬ ਜਿਹੜੀ ਗਰਮੀ ਪੈਦਾ ਹੋਈ ਸੀ ਕਾਹਦੇ ਵਿੱਚ ਪੈਦਾ ਹੋਈ ਸੀਗੀ? ਵਾਈਂਡਿੰਗ ਦੇ ਵਿੱਚ। ਉਹ ਵਾਈਂਡਿੰਗ ਤੋਂ ਕਿੱਥੇ ਪਹੁੰਚੀ? ਉਹ ਟਰਾਂਸਫਾਰਮਰ ਦੇ ਤੇਲ ਨੂੰ ਗਰਮ ਕੀਤਾ। ਜਦੋਂ ਤੇਲ ਨੂੰ ਗਰਮ ਕੀਤਾ, ਤੇਲ ਗਰਮ ਹੋ ਗਿਆ ਸਾਡਾ, ਤਾਂ ਤੇਲ ਅਸੀਂ ਕਿੱਥੇ? ਬਾਹਰਲੇ ਪਾਸੇ ਇੱਥੇ ਲੈ ਕੇ ਠੰਡਾ ਕਰ ਲਿਆ ਫਿਨਸ ਦੇ ਉੱਪਰ। ਜਿਹੜੇ ਟਰਾਂਸਫਾਰਮਰ ਦੇ ਜਿਹੜੇ ਸਾਡੇ ਡਿਸਟਰੀਬਿਊਸ਼ਨ ਟਰਾਂਸਫਾਰਮਰ ਹੁੰਦੇ, ਉਹ ਸਾਈਡ 'ਤੇ ਦੇਖਿਆ ਗਿਆ ਛੱਜ ਜਿਹੇ ਬਣੇ ਹੁੰਦੇ ਇੱਥੇ ਉਹ ਪੱਤੀਆਂ, ਉਹਦੇ ਵਿੱਚ ਤੇਲ ਘੁੰਮਦਾ ਹੁੰਦਾ ਸਾਰਿਆਂ 'ਚ, ਅਤੇ ਉਹਦੇ ਵਿਚਾਲੇ ਹਵਾ ਲੰਘਣ ਨੂੰ ਥਾਂ ਰੱਖਿਆ ਹੁੰਦਾ ਤਾਂ ਕਿ ਉਹਦਾ ਸਰਫੇਸ ਏਰੀਆ ਵੱਧ ਜਾਵੇ। ਜਿੰਨੀ ਹਵਾ ਵੱਧ ਟੱਚ ਹੋਊਗੀ ਉਹਨਾਂ ਤੁਹਾਡਾ ਜਿਹੜਾ ਤੇਲ ਹੈਗਾ ਉਹ ਛੇਤੀ ਠੰਡਾ ਹੋਏਗਾ। ਜੇ ਮੰਨ ਲਓ ਇੱਕ ਗਲਾਸ ਦੇ ਵਿੱਚ ਪਾਣੀ ਪਾਇਆ ਹੋਇਆ ਤੁਸੀਂ ਗਰਮ, ਅਤੇ ਇੱਕ ਪਾਇਆ ਹੋਇਆ ਇੱਕ ਥਾਲ ਦੇ ਵਿੱਚ ਬਹੁਤ ਵੱਡੇ ਦੇ ਵਿੱਚ, ਕਦੋਂ ਪਾਣੀ ਵੱਧ ਠੰਡਾ ਹੋਏਗਾ? ਜਦੋਂ ਇੱਕ ਖੁੱਲ੍ਹੇ ਭਾਂਡੇ ਦੇ ਵਿੱਚ ਪਾਇਆ ਹੋਇਆ ਹੈਗਾ, ਕਿਉਂਕਿ ਇੱਥੇ ਸਰਫੇਸ ਏਰੀਆ ਵੱਧ ਜਾਂਦਾ ਹੈਗਾ ਤੁਹਾਡਾ। ਸਰਫੇਸ ਏਰੀਆ ਜਿਹੜਾ ਕੰਟੈਕਟ ਸਰਫੇਸ ਏਰੀਆ, ਜਿਹੜਾ ਹਵਾ ਦੇ ਨਾਲ ਜਿਹੜਾ ਟੱਚ ਕਰਦਾ ਏਰੀਆ, ਉਹ ਵੱਧ ਜਾਂਦਾ ਹੈਗਾ। ਉਹੀ ਤਰੀਕੇ ਨਾਲ ਟਰਾਂਸਫਾਰਮਰ ਦੇ ਵਿੱਚ ਵੀ ਤੇਲ ਜਿਹੜਾ ਠੰਡਾ ਕਰਨ ਵਾਸਤੇ ਯੂਜ਼ ਕੀਤਾ ਜਾਂਦਾ, ਪਹਿਲਾ ਕੰਮ। ਦੂਜਾ ਕੰਮ, ਕਿਉਂਕਿ ਇਹ ਟਰਾਂਸਫਾਰਮਰ ਦਾ ਜਿਹੜਾ ਤੇਲ ਇਹਦੇ ਅੰਦਰਲੇ ਪਾਸੇ ਵਾਈਂਡਿੰਗ ਰੱਖੀ ਹੁੰਦੀ, ਇਹਦੇ ਅੰਦਰਲੇ ਪਾਸੇ ਵਾਈਂਡਿੰਗ ਹੁੰਦੀ ਹੈ ਅਤੇ ਬਾਹਰਲੇ ਪਾਸੇ ਇਹ ਲੋਹੇ ਦਾ ਬਣਿਆ ਹੁੰਦਾ। ਹੁਣ ਜੇ ਕਿਤੇ ਵਾਈਂਡਿੰਗ ਦੇ ਵਿੱਚ ਕੋਈ ਟਰਨ ਟੁੱਟ ਜਾਵੇ ਜਾਂ ਕੁਛ ਹੋਰ ਹੋ ਜਾਵੇ, ਉਹ ਸਾਰਾ ਜਿਹੜਾ ਕਰੰਟ ਆ ਸਾਡੇ ਟਰਾਂਸਫਾਰਮਰ ਟੈਂਕ ਦੇ ਉੱਪਰ ਆ ਜਾਊਗਾ, ਅਤੇ ਟਰਾਂਸਫਾਰਮਰ ਜਿੱਥੇ ਜਿੱਥੇ ਵੀ ਜੁੜਿਆ ਹੋਏਗਾ ਸਾਰੇ ਕਿਤੇ ਫਲਕਸ ਲੀਕੇਜ, ਜਿਹੜੇ ਸਾਡਾ ਕਰੰਟ ਦੀ ਲੀਕੇਜ ਆ ਜਾਏਗੀ। ਤਾਂ ਦੂਜਾ ਕੰਮ ਜਿਹੜਾ ਕਰਦਾ ਟਰਾਂਸਫਾਰਮਰ ਦਾ ਜਿਹੜਾ ਤੇਲ ਕੰਮ ਕਰਦਾ ਹੈਗਾ, ਉਹ ਇਨਸੂਲੇਸ਼ਨ ਦਾ ਕੰਮ ਵੀ ਕਰਦਾ ਹੈਗਾ। ਕਲੀਅਰ ਹੋ ਗਈ ਜੀ ਗੱਲ? ਉਹ ਇਨਸੂਲੇਸ਼ਨ ਦਾ ਕੰਮ ਵੀ ਕਰਦਾ, ਅਤੇ ਇੱਥੇ ਦੋਨੇ ਕੰਮ ਆਉਣਗੇ, ਇਨਸੂਲੇਟ ਵੀ ਕਰਦਾ ਅਤੇ ਕੂਲਿੰਗ ਦਾ ਕੰਮ ਵੀ ਕਰਦਾ। ਟਰਾਂਸਫਾਰਮਰ ਆਇਲ ਦਾ ਦੋ ਕੰਮ ਨੇ, ਇੱਕ ਇਨਸੂਲੇਸ਼ਨ ਕਰਨੀ, ਇੱਕ ਕੂਲਿੰਗ ਕਰਨੀ। ਓਕੇ ਜੀ, ਚਲੋ ਅੱਗੇ ਵੱਧਦੇ ਆਂਗੇ, ਆਪਾਂ ਅਗਲਾ ਕੁਐਸਚਨ ਦੇਖ ਲੈਂਦੇ ਆਂਗੇ। ਅਗਲੇ ਕੁਐਸਚਨ ਦੇ ਵਿੱਚ ਉਹਨੇ ਕਿਹਾ ਟਰਾਂਸਫਾਰਮਰ ਵਾਈਂਡਿੰਗ ਵਿੱਚ ਲੀਕੇਜ ਫਲਕਸ ਦੇ ਮੁੱਲ ਡੈਸ਼ ਉੱਪਰ ਨਿਰਭਰ ਕਰਦਾ ਹੈ। ਤਾਂ ਸਾਡਾ ਟੌਪਿਕ ਹੈ ਜੀ ਲੀਕੇਜ ਫਲਕਸ। ਸਭ ਤੋਂ ਪਹਿਲਾਂ ਇੱਕ ਅਸੀਂ ਟਰਾਂਸਫਾਰਮਰ ਬਣਾ ਲੈਂਦੇ ਹਾਂ ਵੀ ਸਾਡੇ ਕੋਲੇ ਆਹ ਹੈਗੀ ਹੈ ਜੀ ਕੋਰ, ਇੱਧਰਲੇ ਪਾਸੇ ਇਹਦੇ ਹੈਗੀ ਹੈ ਪ੍ਰਾਇਮਰੀ ਵਾਈਂਡਿੰਗ, ਅਤੇ ਇੱਧਰਲੇ ਪਾਸੇ ਹੈਗੀ ਹੈ ਇਹਦੇ ਸੈਕੰਡਰੀ ਵਾਈਂਡਿੰਗ। ਠੀਕ ਹੈ ਜੀ, ਆਹ ਹੈਗਾ ਸਾਡਾ ਲੋਡ ਲੱਗਿਆ ਹੋਇਆ, ਅਤੇ ਇੱਧਰਲੇ ਪਾਸੇ ਇਹਦੇ ਪ੍ਰਾਇਮਰੀ ਵਾਈਂਡਿੰਗ ਲੱਗੀ ਹੋਈ ਆ। ਜਦੋਂ ਇਹਦੇ ਪ੍ਰਾਇਮਰੀ ਵਾਈਂਡਿੰਗ ਦੇ ਵਿੱਚ ਕਰੰਟ ਫਲੋ ਹੋਏਗਾ ਜੀ, ਕਰੰਟ ਫਲੋ ਹੋਣ ਦੇ ਨਾਲ ਸਾਡੇ ਕੋਲ ਕਰੰਟ ਕਰਕੇ ਇਹਦੇ ਆਲੇ ਦੁਆਲੇ ਇੱਕ ਚੁੰਬਕ ਪੈਦਾ ਹੋ ਜਾਏਗੀ, ਅਤੇ ਜਿਹੜੀ ਉਹ ਚੁੰਬਕ ਹੈਗੀ, ਉਹ ਚੁੰਬਕ ਇਸ ਜਿਹੜੀ ਕੋਰ ਦੇ ਉੱਪਰ ਪਈ ਹੈਗੀ ਇਹ ਵਾਈਂਡਿੰਗ, ਇਸ ਕੋਰ ਦੇ ਵਿੱਚ ਆਪਣਾ ਇੱਕ ਫਲਕਸ ਬਣਾਵੇਗੀ, ਆਪਣੀ ਇੱਕ ਚੁੰਬਕ ਸੈਟਅਪ ਕਰੇਗੀ। ਕਿਹੜੀ ਚੁੰਬਕ ਸੈਟਅਪ ਕਰੇਗੀ? ਜਿਹੜੀ ਇਹ ਤਾਰ ਨੇ ਬਣਾਈ ਹੈ। ਤਾਰ ਨੇ ਕਿਉਂ ਬਣਾਈ ਹੈ? ਕਿਉਂਕਿ ਇਸ ਤਾਰ ਦੇ ਅੰਦਰਲੇ ਪਾਸੇ ਕਰੰਟ ਫਲੋ ਹੋ ਰਿਹਾ ਸੀ। ਫੈਰਾਡੇ ਦੀ ਇਹ ਗੱਲ ਤਾਂ ਤੁਹਾਨੂੰ ਪਤਾ ਹੋਊ ਵੀ ਜੇ ਕਿਸੇ ਵੀ ਵਾਇਰ ਦੇ ਅੰਦਰਲੇ ਪਾਸੇ ਕਰੰਟ ਫਲੋ ਹੁੰਦਾਗਾ ਤਾਂ ਉੱਥੇ ਆਲੇ ਦੁਆਲੇ ਚੁੰਬਕ ਪੱਕਾ ਹੁੰਦਾ ਹੀ ਹੁੰਦਾ। ਮੈਗਨੈਟਿਕ ਸਰਕਟ ਦੇ ਵਿੱਚ ਪੜ੍ਹਿਆ ਹੋਊਗੀ ਇਹ ਗੱਲ ਤੁਸੀਂ,
ਵੀ ਚਾਹੇ ਫਿਰ ਉਹ ਏਸੀ ਕਰੰਟ ਹੋਵੇ ਚਾਹੇ ਉਹ ਡੀਸੀ ਕਰੰਟ ਹੋਵੇ, ਚੁੰਬਕ ਤਾਂ ਉੱਥੇ ਹੋਵੇਗੀ ਹੀ ਹੋਵੇਗੀ। ਤਾਂ ਹੁਣ ਜਿਹੜੀ ਇਹ ਚੁੰਬਕ ਆ, ਦੂਜਾ ਇਹ ਲਾ ਕੀ ਕਹਿੰਦਾ ਹੈਗਾ ਵੀ ਜਿਹੜੀ ਚੁੰਬਕ ਆ ਹਮੇਸ਼ਾ ਉਹ ਲੋ ਰਿਲਕਟੈਂਸ ਪਾਥ ਫੋਲੋ ਕਰਦੀ ਆ। ਲੋ ਰਿਲਕਟੈਂਸ ਕਿਹਦਾ ਹੁੰਦਾ? ਸਾਡੀ ਕੋਰ ਦਾ। ਤਾਂ ਕੋਰ ਦੇ ਵਿੱਚ ਦੀ ਘੁੰਮਣ ਦੀ ਕੋਸ਼ਿਸ਼ ਕਰਦੀ ਆ, ਬਟ ਥੋੜੀ ਬਹੁਤੀ ਫਲਕਸ ਜਿਹੜੀ ਇੱਥੋਂ ਚੱਲ ਕੇ ਇੱਥੇ ਤੱਕ ਨਹੀਂ ਪਹੁੰਚ ਸਕਦੀ, ਕੁਝ ਫਲਕਸ ਕੀ ਕਰਦੀ ਆ, ਪ੍ਰਾਇਮਰੀ ਦੇ ਵਿੱਚ ਹੀ ਆਪਣਾ ਪਾਥ ਕੰਪਲੀਟ ਕਰ ਲੈਂਦੀ ਹੈ। ਮਤਲਬ ਫਲਕਸ ਅਸੀਂ ਦੇਖਿਆ ਸੀ ਵੀ ਨਾਰਥ ਦੇ ਵਿੱਚੋਂ ਨਿਕਲਦੀ ਹੈ ਤੇ ਸਾਊਥ ਦੇ ਵਿੱਚ ਜਾਂਦੀ ਹੈਗੀ, ਪਰ ਕੁਝ ਮੈਗਨੈਟਿਕ ਲਾਈਨਸ ਆਫ ਫੋਰਸ ਜਿਹੜੀਆਂ ਹੁੰਦੀਆਂ ਨੇਗੀਆਂ ਉਹ ਆਪਣਾ ਜਿਹੜਾ ਪਾਥ ਆ ਉਹ ਇੱਥੇ ਹੀ ਕੰਪਲੀਟ ਕਰ ਲੈਂਦੀਆਂ ਨੇ। ਤਾਂ ਬਜਾਏ ਇਸ ਦੇ ਕਿ ਅਸੀਂ ਜੋ ਉਹਦੀ ਡਿਊਟੀ ਲਗਾਈ ਸੀਗੀ ਕਿ ਉਹ ਆਪਦੀ ਡਿਊਟੀ ਨੂੰ ਪੂਰੀ ਕਰਦੀ, ਕੀ ਡਿਊਟੀ ਉਹਦੀ ਕੀ ਸੀਗੀ ਵੀ ਉਹ ਪ੍ਰਾਇਮਰੀ ਦੇ ਵਿੱਚ ਪੈਦਾ ਇੱਦਾਂ ਹੋ ਕੇ ਇੱਥੋਂ ਪੈਦਾ ਹੋ ਕੇ ਉਸ ਪੂਰੀ ਦੀ ਪੂਰੀ ਕੋਰ ਦੇ ਵਿੱਚ ਘੁੰਮਦੀ, ਇਹ ਉਹਦੀ ਡਿਊਟੀ ਸੀਗੀ। ਪਰ ਉਹਨੇ ਕੀ ਕੀਤਾ, ਪ੍ਰਾਇਮਰੀ ਦੇ ਵਿੱਚੋਂ ਇੱਥੋਂ ਹੀ ਆਪਣਾ ਪਾਥ ਕੰਪਲੀਟ ਕਰ ਲਿਆ, ਇੱਥੇ ਹੀ ਘੁੰਮੀ ਜਾਂਦੀ ਹੈ, ਕੁਝ ਫਲਕਸ ਇੱਥੇ ਹੀ ਘੁੰਮੀ ਜਾਂਦੀ ਹੈ। ਇਹਨੂੰ ਆਪਾਂ ਕਹਾਂਗੇ ਪ੍ਰਾਇਮਰੀ ਦੀ ਲੀਕੇਜ ਫਲਕਸ, ਪ੍ਰਾਇਮਰੀ ਦੀ ਲੀਕੇਜ ਫਲਕਸ। ਤੇ ਕੁਝ ਵਾਈਂਡਿੰਗ ਜਿਹੜੀ ਸੈਕੰਡਰੀ ਵਾਈਂਡਿੰਗ ਨਾਲ ਹੀ ਲਿੰਕ ਹੋਈ ਜਾਂਦੀ ਹੈ ਇਕੱਲੀ, ਜਿਹੜੀ ਪ੍ਰਾਇਮਰੀ ਤੱਕ ਨਹੀਂ ਪਹੁੰਚ ਰਹੀ ਹੈਗੀ ਜਾਂ ਕੋਰ ਦੇ ਵਿੱਚ ਨਹੀਂ ਜਾ ਰਹੀ ਹੈਗੀ। ਸਾਡਾ ਕੰਮ ਤਾਂ ਇਹ ਹੈ ਨਾ ਫਲਕਸ ਕਿੱਥੇ ਭੇਜਣੀ ਹੈ, ਕੋਰ 'ਚ ਭੇਜਣੀ ਆ, ਕਿਉਂਕਿ ਕੋਰ ਕੀ ਕਰੂ, ਇੱਕ ਫਲਕਸ ਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਲੈ ਕੇ ਜਾਊਗੀ ਤੇ ਉਹ ਜਿਹੜੀ ਫਲਕਸ ਆ ਉਹਦੇ ਵਿੱਚ ਹੀ ਕਰੰਟ ਬਣਨਾ ਹੈਗਾ ਨਾ ਸਾਡਾ। ਜਿਹੜੀ ਫਲਕਸ ਸਾਡੀ ਕੋਰ ਦੇ ਵਿੱਚ ਘੁੰਮੂਗੀ ਉਹ ਕੋਰ ਦੇ ਵਿੱਚ ਘੁੰਮਣ ਵਾਲੀ ਫਲਕਸ ਕਰਕੇ ਤਾਂ ਦੂਜੇ ਪਾਸੇ ਸਾਡੇ ਕੋਲੇ ਵੋਲਟੇਜ ਬਣਨੀ ਹੈਗੀ। ਜੇ ਉਹ ਫਲਕਸ ਜਿਹੜੀ ਸਾਡੀ ਕੋਰ ਦੇ ਵਿੱਚ ਨਾ ਘੁੰਮੀ ਉਹਨੇ ਵੋਲਟੇਜ ਬਣਾਉਣੀ ਹੋਣੀ ਹੈਗੀ, ਇਹਦਾ ਮਤਲਬ ਸੈਕੰਡਰੀ ਸਾਈਡ ਦੇ ਵਿੱਚ ਸਾਡੀ ਪੂਰੀ ਵੋਲਟੇਜ ਨਹੀਂ ਬਣਨੀ ਹੈਗੀ ਜੇ ਸਾਡੀ ਲੀਕੇਜ ਫਲਕਸ ਹੋਈ। ਤਾਂ ਇੱਥੋਂ ਕੀ ਪਤਾ ਲੱਗਦਾ ਵੀ ਜਿਹੜੀ ਫਲਕਸ ਸਾਡੀ ਪ੍ਰਾਇਮਰੀ ਦੇ ਵਿੱਚ ਲਿੰਕ ਕਰ ਗਈ ਇਕੱਲੀ, ਉਹਨੂੰ ਅਸੀਂ ਕਹਿੰਦੇ ਆਂਗੇ ਪ੍ਰਾਇਮਰੀ ਲੀਕੇਜ ਫਲਕਸ। ਤੇ ਜਿਹਨੇ ਆਪਣਾ ਪਾਥ ਸੈਕੰਡਰੀ ਦੇ ਵਿੱਚ ਕੰਪਲੀਟ ਕਰ ਲਿਆ, ਜਿਹਨੇ ਸੈਕੰਡਰੀ ਦੇ ਵਿੱਚ ਹੀ ਕੰਪਲੀਟ ਕਰ ਲਿਆ ਆਪਣਾ ਪਾਥ, ਉਹਨੂੰ ਅਸੀਂ ਕਹਿੰਦੇ ਆਂਗੇ ਜੀ ਸੈਕੰਡਰੀ ਲੀਕੇਜ ਫਲਕਸ, ਸੈਕੰਡਰੀ ਲੀਕੇਜ ਫਲਕਸ। ਤੇ ਹੁਣ ਇਹ ਫਲਕਸ ਕਾਹਤੇ ਡਿਪੈਂਡ ਕਰੂਗੀ? ਇਹ ਡਿਪੈਂਡ ਕਰਦੀ ਹੁੰਦੀ ਆ, ਫਲਕਸ ਕਿਤੇ ਡਿਪੈਂਡ ਕਰਦੀ ਹੈਗੀ, ਕਰੰਟ ਤੇ। ਜਿੰਨਾ ਕਰੰਟ ਪ੍ਰਾਇਮਰੀ ਜਾਂ ਸੈਕੰਡਰੀ ਵਾਈਂਡਿੰਗ ਦੇ ਵਿੱਚ ਵੱਧ ਹੋਊਗਾ ਉਨੀ ਫਲਕਸ ਵੱਧ ਹੋਊਗੀ, ਜਿੰਨੀ ਫਲਕਸ ਵੱਧ ਹੋਊਗੀ ਉਨੀ ਫਲਕਸ ਲੀਕੇਜ ਵੱਧ ਹੋਊਗੀ। ਤਾਂ ਫਲਕਸ ਲੀਕੇਜ ਕਾਹਤੇ ਡਿਪੈਂਡ ਕਰਦੀ ਹੈਗੀ? ਲੋਡ ਕਰੰਟ ਦੇ ਉੱਪਰ ਡਿਪੈਂਡ ਕਰਦੀ ਹੈ ਜੀ, ਇਹ ਗੱਲ ਯਾਦ ਰੱਖਣੀ ਹੈਗੀ। ਤੇਰਾ ਆਨਸਰ ਆਊਗਾ ਜੀ ਲੋਡ ਕਰੰਟ। ਲੀਕੇਜ ਫਲਕਸ ਦਾ ਮੁੱਲ ਕਾਹਤੇ ਨਿਰਭਰ ਕਰਦਾ ਹੈਗਾ? ਲੋਡ ਕਰੰਟ ਤੇ। ਵੋਲਟੇਜ ਕਿੰਨੀ ਮਰਜ਼ੀ ਹੋਵੇ, ਜੇ ਕਰੰਟ ਨਹੀਂ ਫਲੋ ਹੋਊਗਾ ਤਾਂ ਫਲਕਸ ਕਿੱਥੋਂ ਆਏਗੀ? ਟਰਨ ਰੇਸ਼ੋ ਤੇ ਨਹੀਂ ਕਰਦੀ, ਮਿਊਚੁਅਲ ਫਲਕਸ ਤੇ ਨਹੀਂ ਕਰਦੀ ਹੈਗੀ, ਤਾਂ ਲੋਡ ਕਰੰਟ ਤੇ ਕਰਦੇ। ਜਿੰਨਾ ਲੋਡ ਕਰੰਟ ਵੱਧ ਹੋਏਗਾ ਉਨੀ ਲੀਕੇਜ ਫਲਕਸ ਵੀ ਵੱਧ ਹੋਏਗੀ, ਜਿੰਨਾ ਘੱਟ ਹੋਏਗਾ ਉਨੀ ਘੱਟ ਹੋਏਗੀ। ਪਹਿਲੀ ਗੱਲ। ਦੂਜੀ ਗੱਲ, ਇੱਥੋਂ ਇੱਕ ਹੋਰ ਕੁਐਸਚਨ ਨਿਕਲਦਾ ਹੈਗਾ ਕਿ ਪ੍ਰਾਇਮਰੀ ਲੀਕੇਜ ਫਲਕਸ ਦੁਆਰਾ ਜਿਹੜਾ ਟੋਟਲ ਪ੍ਰਭਾਵ ਪੈਦਾ ਕੀਤਾ ਜਾਂਦਾ ਹੈਗਾ ਉਸ ਪ੍ਰਭਾਵ ਦਾ ਕੀ ਨਾਂ ਹੁੰਦਾ? ਉਹਦਾ ਹੁੰਦਾ ਹੈਗਾ ਨਾਂ X1। ਮਤਲਬ ਪ੍ਰਾਇਮਰੀ ਰਿਐਕਟੈਂਸ ਕਹਿੰਦੇ ਜਿਹਨੂੰ ਅਸੀਂ ਪ੍ਰਾਇਮਰੀ ਲੀਕੇਜ ਰਿਐਕਟੈਂਸ ਕਹਿ ਲਓ ਜਾਂ ਪ੍ਰਾਇਮਰੀ ਇਕੱਲੀ ਰਿਐਕਟੈਂਸ ਕਹਿ ਲਓ, ਇੱਕ ਹੀ ਗੱਲ ਆ। ਓਕੇ, ਤਾਂ ਯਾਦ ਰੱਖਣੀ ਹੈ ਜੀ ਇਹ ਗੱਲ ਕਿ ਪ੍ਰਾਇਮਰੀ ਲੀਕੇਜ ਫਲਕਸ ਕਰਕੇ ਜਿਹੜੀ ਫਲਕਸ ਸਾਡੀ ਲੀਕ ਹੋ ਗਈ, ਉਸ ਲੀਕ ਹੋਈ ਫਲਕਸ ਕਰਕੇ ਜਿਹੜਾ ਪ੍ਰਭਾਵ ਪੈਦਾ ਹੋਇਆ ਉਸ ਪ੍ਰਭਾਵ ਨੂੰ ਅਸੀਂ ਕਿਹਾ ਜਾਂਦਾ ਹੈਗਾ ਪ੍ਰਾਇਮਰੀ ਰਿਐਕਟੈਂਸ, ਪ੍ਰਾਇਮਰੀ ਇੰਡਕਟਿਵ ਰਿਐਕਟੈਂਸ ਕਹਿ ਲਓ, ਚਾਹੇ ਇਕੱਲੀ ਰਿਐਕਟੈਂਸ ਕਹਿ ਲਓ। X1 ਜਿਹਨੂੰ ਅਸੀਂ ਕਹਿੰਦੇ ਹੁੰਦੇ ਵਾਈਂਡਿੰਗ ਦੇ ਵਿੱਚ, ਪ੍ਰਾਇਮਰੀ ਵਾਈਂਡਿੰਗ 'ਚ ਦੋ ਚੀਜ਼ਾਂ ਪੜ੍ਹੀਆਂ ਸੀਗੀਆਂ ਨਾ ਅਸੀਂ, ਇੱਕ ਰੈਜ਼ਿਸਟੈਂਸ ਹੁੰਦੀ ਹੈ ਜੀ, ਇੱਕ ਰਿਐਕਟੈਂਸ ਹੁੰਦੀ ਹੈ ਜੀ। ਜਿਹੜੀ ਰੈਜ਼ਿਸਟੈਂਸ ਹੁੰਦੀ ਹੈ ਉਹਦਾ ਨਾਮ R1 ਹੁੰਦਾ, ਰਿਐਕਟੈਂਸ ਦਾ ਨਾਮ X1 ਹੁੰਦਾ। ਇਹਨਾਂ ਦੋਨਾਂ ਦੇ ਵਿੱਚ ਡ੍ਰੌਪ ਹੁੰਦੇ ਹੈਗੇ I1 Z1, ਦੋਨਾਂ ਨੂੰ ਜੇ ਆਪਾਂ ਇਕੱਠਾ ਕਰੀਏ ਕੀ ਬਣਦਾ? Z ਬਣਦਾ ਹੈਗਾ, ਪੜ੍ਹਿਆ ਸੀਗਾ ਨਾ ਆਪਾਂ ਇਹ। ਤਾਂ ਆਹ ਜਿਹੜਾ X1 ਸੀਗਾ ਇਹ ਲੀਕੇਜ ਫਲਕਸ ਕਰਕੇ ਆ। ਤਾਂ ਜੇ ਕੋਈ ਇਹੋ ਜਿਹਾ ਟਰਾਂਸਫਾਰਮਰ ਹੋਵੇ ਜਿਹਦੇ ਵਿੱਚ ਲੀਕੇਜ ਫਲਕਸ ਹੀ ਨਾ ਹੋਵੇ ਤਾਂ ਉਹਦੇ ਵਿੱਚ ਜਿਹੜੀ ਸਾਡੀ ਟਰਾਂਸਫਾਰਮਰ ਦੇ ਵਿੱਚ X1 ਵੀ ਬਹੁਤ ਥੋੜ੍ਹੀ ਹੋਊਗੀ। ਅਤੇ ਇੱਦਾਂ ਦਾ ਟਰਾਂਸਫਾਰਮਰ ਹੁੰਦਾ ਕਿਹੜਾ ਹੈਗਾ? ਇੱਦਾਂ ਦਾ ਟਰਾਂਸਫਾਰਮਰ ਹੁੰਦਾ ਹੈਗਾ ਸ਼ੈੱਲ ਟਾਈਪ ਟਰਾਂਸਫਾਰਮਰ, ਸ਼ੈੱਲ ਟਾਈਪ ਟਰਾਂਸਫਾਰਮਰ। ਸ਼ੈੱਲ ਟਾਈਪ ਟਰਾਂਸਫਾਰਮਰ ਦਾ ਕੀ ਮਤਲਬ ਹੈਗਾ? ਵੈਸੇ ਜਿਹੜੇ ਆਪਾਂ ਟਰਾਂਸਫਾਰਮਰ ਪੜ੍ਹ ਰਹੇ ਹਾਂ ਇੱਦਾਂ ਦੇ ਇਹ ਕੋਰ ਟਾਈਪ ਨੇ, ਪਰ ਸ਼ੈੱਲ ਟਾਈਪ ਦੇ ਵਿੱਚ ਕੀ ਹੁੰਦਾ ਹੈਗਾ ਵੀ ਵਿਚਾਲੇ ਜਿਹੜੀ ਕੋਰ ਹੁੰਦੀ ਹੈ ਇੱਥੇ ਆਲੇ ਦੁਆਲੇ ਲਿੰਬ ਹੁੰਦੇ ਇੱਦਾਂ, ਵਾਈਂਡਿੰਗ ਉਹਦੀ ਇੱਥੇ ਹੀ ਕੀਤੀ ਜਾਂਦੀ ਹੈ, ਪ੍ਰਾਇਮਰੀ ਵੀ ਇੱਥੇ, ਸੈਕੰਡਰੀ ਵੀ ਇਹਦੇ ਉੱਪਰ, ਇੱਦਾਂ ਉਹ ਸਾਰੀ ਭਰੀ ਹੁੰਦੀ ਹੈਗੀ ਇੱਥੇ ਕੋਰ ਦੇ ਵਿੱਚ, ਜਿਹੜੀ ਵਾਈਂਡਿੰਗ ਉੱਤੇ ਇੱਥੇ ਭਰੀ ਹੁੰਦੀ ਆ। ਤਾਂ ਇੱਥੇ ਉਹਨੂੰ ਚਾਂਸ ਹੀ ਨਹੀਂ ਹੁੰਦਾ ਹੈਗਾ ਵੀ ਲੀਕੇਜ ਹੋਵੇ ਫਲਕਸ ਤੁਹਾਡੀ। ਇੱਧਰ ਦੀ ਜਾਵੇਗੀ ਤਾਂ ਵੀ ਕੋਰ ਦੇ ਵਿੱਚ ਦੀ ਲੰਘੇਗੀ, ਇੱਧਰ ਨੂੰ ਜਾਵੇਗੀ ਤਾਂ ਵੀ ਕੋਰ ਦੇ ਵਿੱਚ ਦੀ ਲੰਘੇਗੀ। ਤਾਂ ਸ਼ੈੱਲ ਟਾਈਪ ਟਰਾਂਸਫਾਰਮਰ ਦੇ ਵਿੱਚ ਕੀ ਆਹ ਕੋਰ ਟਾਈਪ ਟਰਾਂਸਫਾਰਮਰ ਆ, ਇੱਦਾਂ ਦਾ ਜਿਹੜੀ ਬਣਤਰ ਆਪਾਂ ਪੜ੍ਹ ਰਹੇ ਹਾਂ ਆਹ ਸ਼ੈੱਲ ਟਾਈਪ ਟਰਾਂਸਫਾਰਮਰ ਆ। ਸ਼ੈੱਲ ਟਾਈਪ ਟਰਾਂਸਫਾਰਮਰ ਦੀ ਲੀਕੇਜ ਫਲਕਸ ਜਿਹੜੀ ਹੁੰਦੀ ਆ ਉਹ ਘੱਟ ਹੁੰਦੀ ਹੈ, ਗੱਲ ਯਾਦ ਰੱਖਣੀ ਆ।
ਤਾਂ ਕਰਕੇ ਇਹਦੇ ਵਿੱਚ ਜਿਹੜੀ ਵੋਲਟੇਜ ਹੁੰਦੀ ਹੈ ਉਹ ਵੋਲਟੇਜ ਵੀ ਕਾਂਸਟੈਂਟ ਹੁੰਦੀ ਹੈਗੀ, ਇਹ ਵੀ ਗੱਲ ਯਾਦ ਰੱਖਣੀ ਹੈ, ਵੋਲਟੇਜ ਕਾਂਸਟੈਂਟ ਹੁੰਦੀ ਹੈ ਕਿਉਂਕਿ ਵੱਧ ਤੋਂ ਵੱਧ ਫਲਕਸ ਜਦੋਂ ਸੈਕੰਡਰੀ ਸਾਈਡ ਵੱਲ ਜਾਵੇਗੀ, ਸੈਕੰਡਰੀ ਵਾਈਂਡਿੰਗ ਦੇ ਨਾਲ ਲਿੰਕ ਕਰੇਗੀ ਤਾਂ ਵੱਧ ਤੋਂ ਵੱਧ ਸੈਕੰਡਰੀ ਸਾਈਡ ਵੱਲ ਵੋਲਟੇਜ ਵੀ ਪੈਦਾ ਹੋਏਗੀ। ਠੀਕ ਹੈ ਜੀ, ਤਾਂ ਇਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਲਿੰਕਡ ਨੇਗੀਆਂ। ਚਲੋ ਜੀ, ਮੇਰੇ ਖਿਆਲ ਨਾਲ ਪਤਾ ਲੱਗ ਗਿਆ ਹੋਵੇਗਾ ਹੁਣ। ਤੀਜੀ ਗੱਲ, ਅਗਲਾ ਕੁਐਸਚਨ, ਸਾਹ ਵਿੱਚ ਪ੍ਰਯੋਗ ਕੀਤਾ ਰਸਾਇਣਕ ਡੈਸ਼ ਹੈ ਕਿਹੜਾ? ਜਿਹੜਾ ਸਾਹ ਵਾਸਤੇ ਟਰਾਂਸਫਾਰਮਰ ਸਾਹ ਲੈਂਦਾ, ਪਤਾ ਸਾਰਿਆਂ ਨੂੰ, ਆਪਾਂ ਨੂੰ ਸਾਨੂੰ ਇਹ ਗੱਲ ਤਾਂ ਪਤਾ ਹੀ ਨਾ ਟਰਾਂਸਫਾਰਮਰ ਸਾਹ ਲੈਂਦਾ ਹੈਗਾ ਕਿ ਟਰਾਂਸਫਾਰਮਰ ਦੇ ਜਿਹੜਾ ਉੱਪਰਲੇ ਪਾਸੇ ਕੰਜ਼ਰਵੇਟਰ ਟੈਂਕ ਹੁੰਦਾ, ਇੱਥੇ ਗੋਲ ਜਿਹਾ ਪਿਆ ਹੁੰਦਾ ਜਿਹੜਾ, ਉਹਦੇ ਇੱਥੇ ਲਮਕਦੀ ਦੇਖਿਓ ਇੱਕ ਬਰੀਦਰ ਹੁੰਦਾ ਇੱਥੇ ਲਮਕਦਾ, ਦੇਖਿਆ ਉਹ ਸਾਰਿਆਂ ਨੇ ਤੁਸੀਂ। ਉਸ ਬਰੀਦਰ ਦੇ ਵਿੱਚ ਕੀ ਹੁੰਦਾ? ਉਸ ਬਰੀਦਰ ਦੇ ਵਿੱਚ ਸਿਲਿਕਾ ਜੈਲ ਪਾਈ ਹੁੰਦੀ ਹੈ ਜੀ, ਸਿਲਿਕਾ ਜੈਲ, ਆਹ ਸਿਲਿਕਾ ਜੈਲ ਪਾਈ ਹੁੰਦੀ ਹੈ। ਕਾਹਦਾ ਕੰਮ ਕਰਦੀ ਹੈਗੀ ਇਹ? ਜਿਹੜੀ ਇਹਦੇ ਅੰਦਰ ਹਵਾ ਜਾਂਦੀ ਹੈ, ਟਰਾਂਸਫਾਰਮਰ ਸਾਹ ਲੈਂਦਾ ਜਦੋਂ ਹਵਾ ਜਾਂਦੀ ਹੈਗੀ ਤਾਂ ਉਸ ਹਵਾ ਦੇ ਵਿੱਚ ਜਿੰਨੀ ਵੀ ਨਮੀ ਹੁੰਦੀ ਹੈਗੀ, ਨਮੀ ਉਹਨੂੰ ਸੋਖਣ ਦਾ ਕੰਮ ਕਰਦੀ ਹੈ ਇਹ ਸਿਲਿਕਾ ਜੈਲ। ਤਾਂ ਕੀ ਆਏਗਾ ਆਨਸਰ ਇਹਦਾ? ਸਿਲਿਕਾ ਜੈਲ ਆਏਗਾ। ਹੁਣ ਕੁਐਸਚਨ 2 ਹੋਰ ਬਣਦੇ ਇੱਥੋਂ, ਫਿਰ ਉਹ ਕਿਹੜੇ ਬਣਦੇ ਆ ਵੀ ਜੇ ਤਾਂ ਨਮੀ ਉਹਨੇ ਸੋਖ ਲਈ, ਜੇ ਤਾਂ ਨਮੀ ਸੋਖ ਲਈ ਫਿਰ ਰੰਗ ਕਿਹੜਾ ਹੋਏਗਾ? ਜੇ ਉਹ ਸੁੱਕੀ ਆ ਤਾਂ ਕਿਹੜਾ ਹੋਏਗਾ? ਹੁਣ ਜੇ ਜਿਹੜੀ ਸਿਲਿਕਾ ਜੈਲ ਆ ਉਹ ਸੁੱਕੀ ਹੈਗੀ ਤਾਂ ਉਹਦਾ ਰੰਗ ਹੁੰਦਾ ਜੀ ਬਲੂ, ਤੇ ਜੇ ਉਹ ਨਵੀਂ ਸੋਖੀ ਹੋਈ ਆ ਉਹਨੇ, ਮਤਲਬ ਜੇ ਉਹ ਕੀ ਹੋ ਗਈ? ਵੈਟ ਹੋ ਗਈ। ਜੇ ਉਹ ਵੈਟ ਹੋ ਗਈ, ਡਰਾਈ ਨਹੀਂ ਹੈਗੀ, ਉਹ ਵੈਟ ਹੋ ਗਈ, ਜੇ ਗਿੱਲੀ ਹੋ ਗਈ ਤਾਂ ਫਿਰ ਉਹਦਾ ਰੰਗ ਹੁੰਦਾ ਹੈਗਾ ਲਾਈਟ ਪਿੰਕ, ਲਾਈਟ ਪਿੰਕ। ਇਹ ਗੱਲ ਯਾਦ ਰੱਖਣੀ ਹੈ ਜੀ। ਆ ਜਾਓ ਜੀ ਇੱਧਰ, ਪਾਵਰ ਫੈਕਟਰ ਜਿਸ ਉੱਪਰ ਟਰਾਂਸਫਾਰਮਰ ਆਪਰੇਟ ਹੁੰਦਾ ਹੈ, ਕਿਹੜੇ ਟਰਾਂਸਫਾਰਮਰ ਕਿਹੜੇ ਪਾਵਰ ਫੈਕਟਰ 'ਤੇ ਆਪਰੇਟ ਹੁੰਦਾ? ਸਾਨੂੰ ਕੀ ਪਤਾ ਕਿਹੜੇ 'ਤੇ ਹੁੰਦਾ, ਕਿਸੇ 'ਤੇ ਮਰਜ਼ੀ ਹੋ ਸਕਦਾ ਹੈਗਾ। ਟਰਾਂਸਫਾਰਮਰ ਦਾ ਆਪਦਾ ਪਾਵਰ ਫੈਕਟਰ ਥੋੜ੍ਹਾ ਹੁੰਦਾ ਕੋਈ, ਉਹ ਤਾਂ ਕਾਹਦਾ ਹੁੰਦਾ ਹੈਗਾ? ਲੋਡ ਦਾ ਪਾਵਰ ਫੈਕਟਰ ਹੁੰਦਾ। ਲੋਡ ਦਾ ਪਾਵਰ ਫੈਕਟਰ ਲੀਡਿੰਗ ਹੈਗਾ, ਟਰਾਂਸਫਾਰਮਰ ਲੀਡਿੰਗ ਦੇ ਉੱਪਰ ਚੱਲ ਪਊਗਾ। ਲੋਡ ਦਾ ਟਰਾਂਸਫਾਰਮਰ ਦਾ ਜਿਹੜਾ ਲੋਡ ਆ ਸਾਡਾ, ਉਹ ਰੈਜ਼ਿਸਟਿਵ ਲੋਡ ਹੈਗਾ, ਮਤਲਬ ਜੇ ਪਾਵਰ ਫੈਕਟਰ ਉਹਦਾ ਯੂਨਿਟੀ ਹੈਗਾ, ਵੋਲਟੇਜ ਤੇ ਕਰੰਟ ਦੇ ਵਿਚਕਾਰ 0 ਡਿਗਰੀ ਦਾ ਐਂਗਲ ਹੈਗਾ, ਤਾਂ ਜਿਹੜਾ ਪਾਵਰ ਫੈਕਟਰ ਦਾ ਯੂਨਿਟੀ ਹੋ ਜਾਏਗਾ ਸੈਕੰਡਰੀ ਸਾਈਡ ਦਾ। ਤਾਂ ਟਰਾਂਸਫਾਰਮਰ ਦਾ ਆਪਦਾ ਕੋਈ ਪਾਵਰ ਫੈਕਟਰ ਨਹੀਂ ਹੁੰਦਾ ਹੈਗਾ, ਉਹ ਲੋਡ ਦੇ ਪਾਵਰ ਫੈਕਟਰ 'ਤੇ ਡਿਪੈਂਡ ਕਰਦਾ ਵੀ ਟਰਾਂਸਫਾਰਮਰ ਸਾਡਾ ਕਿੰਨੇ KVA ਦਾ ਬਣੇਗਾ, ਕਿੰਨੇ ਕਿਲੋਵਾਟ ਬਣਨਗੇ, ਕਿੰਨਾ ਉਹਦਾ ਪਾਵਰ ਫੈਕਟਰ ਮੰਨਾਂਗੇ। ਅਗਲਾ ਆ ਜਾਓ ਜੀ, ਕਿਸੇ ਟਰਾਂਸਫਾਰਮਰ ਦੇ ਕਾਪਰ ਲਾਸ ਹਾਫ ਲੋਡ ਤੇ 400 ਆ। ਕਿਹੜੇ ਲੋਡ ਤੇ 400 ਆ? ਹਾਫ ਲੋਡ ਦੇ ਉੱਪਰ 400 ਵਾਟ ਨੇਗੇ। ਤਾਂ ਕਾਪਰ ਲਾਸ ਪੂਰੇ ਲੋਡ ਤੇ ਕਿੰਨੇ ਹੋਏਗਾ? ਪੂਰੇ ਲੋਡ ਤੇ ਮਤਲਬ ਅੱਧਾ ਸੀਗਾ ਇੱਥੇ ਲੋਡ, ਹੁਣ ਕਿੰਨਾ ਕਰਨਾ? ਪੂਰਾ ਮਤਲਬ ਦੁੱਗਣਾ ਕਰਨਾ ਨਾ ਲੋਡ। ਜੇ ਦੁੱਗਣਾ ਕਰਨਾ, ਸਾਨੂੰ ਪਤਾ ਲੋਡ ਦੁੱਗਣਾ ਕਰਨ ਦਾ ਕੀ ਮਤਲਬ ਹੁੰਦਾ? ਕਰੰਟ ਨੂੰ ਕਿੰਨੇ ਗੁਣਾ ਕਰਨਾ ਸੀ? 2 ਗੁਣਾ ਕਰਨਾ। ਜੇ ਕਰੰਟ ਦੇ ਨਾਲ ਦੂਆ ਲਗਾ ਦਾਂਗੇ ਆਪਾਂ ਤਾਂ ਉੱਪਰਲੇ ਪਾਸੇ ਸਕੇਅਰ ਜ਼ਰੂਰ ਆਉਂਦਾ ਹੁੰਦਾ, ਕਿਉਂਕਿ ਸਾਨੂੰ ਪਤਾ ਜਿਹੜੇ ਕਾਪਰ ਲਾਸ ਹੁੰਦੇ ਨੇਗੇ ਉਹ I²R 'ਤੇ ਡਿਪੈਂਡ ਕਰਦੇ ਆ। ਅਤੇ ਜੇ ਕਰੰਟ ਦੁੱਗਣਾ ਹੋ ਗਿਆ ਤਾਂ ਦੁੱਗਣੇ ਦਾ ਸਕੇਅਰ ਜਦੋਂ ਆਪਾਂ ਕਰਾਂਗੇ ਤਾਂ 2 ਦੂਣੀ 4 I² ਹੋ ਗਿਆ। ਇਹਦਾ ਮਤਲਬ ਕਿੰਨੇ ਗੁਣਾ ਵੱਧ ਗਿਆ ਪਹਿਲਾਂ ਨਾਲੋਂ? 4 ਗੁਣਾ। ਤਾਂ ਪਹਿਲਾਂ ਜੇ 400 ਵਾਟ ਸੀਗੇ ਤਾਂ 400 ਵਾਟ ਨੂੰ ਗੁਣਾ ਕਰਾਂਗੇ 4 ਦੇ ਨਾਲ, ਸਾਡੇ ਕੋਲ ਕਿੰਨਾ ਆ ਜਾਊਗਾ? 1600 ਵਾਟ ਆਨਸਰ ਆ ਜਾਊਗਾ ਜੀ। ਤਾਂ ਹਮੇਸ਼ਾ ਯਾਦ ਰੱਖਣਾਗਾ, ਕੀ ਯਾਦ ਰੱਖਣਾਗਾ ਵੀ ਜੇ ਕਦੇ ਟਰਾਂਸਫਾਰਮਰ ਦੇ ਵਿੱਚ ਜਿਹੜਾ ਲੋਡ ਹੈਗਾ ਉਹ 2 ਗੁਣਾ ਹੋਇਆਗਾ, ਜਿਹੜਾ ਲੋਡ 2 ਗੁਣਾ ਹੋਇਆ, ਲੋਡ ਦਾ ਮਤਲਬ ਹੈਗਾ ਕਰੰਟ 2 ਗੁਣਾ ਹੋਇਆ, ਅਤੇ ਉਹਦੇ ਜਿਹੜੇ ਪਾਵਰ ਲਾਸ ਹੋਣਗੇ, ਜਿਹੜੇ ਕਿਹੜੇ? ਕਾਪਰ ਲਾਸ ਕਿੰਨੇ ਗੁਣਾ ਹੋਣਗੇ? 4 ਗੁਣਾ ਹੋਣਗੇ। ਜੇ 3 ਗੁਣਾ ਹੋਇਆ ਤਾਂ 3 ਦਾ ਸਕੇਅਰ ਕਿੰਨਾ ਹੁੰਦਾ? 3 ਦੀ 9, ਅਤੇ 9 ਗੁਣਾ ਹੋਣਗੇ ਕਾਪਰ ਲਾਸ। ਅਤੇ ਜੇ ਇਹ 4 ਗੁਣਾ ਹੋਇਆਗਾ, ਕਾਪਰ ਜਿਹੜਾ ਲੋਡ ਸਾਡਾ 4 ਗੁਣਾ ਹੋ ਜੇ ਪਹਿਲਾਂ ਨਾਲੋਂ, ਤਾਂ ਇਹ 16 ਗੁਣਾ ਵੱਧ ਜਾਣਗੇ। ਅੱਛਾ, ਜੇ ਅੱਧਾ ਰਿਹਾ ਹੋਵੇ, ਵੀ ਅੱਧਾ ਰਹਿ ਗਿਆ, ਪਹਿਲਾਂ ਚੱਲਦਾ ਸੀ 50 ਕਿਲੋਵਾਟ, ਹੁਣ ਇਹ ਹੋ ਗਿਆ 25 ਕਿਲੋਵਾਟ 'ਤੇ ਚੱਲਣ ਲੱਗ ਗਿਆ ਟਰਾਂਸਫਾਰਮਰ। ਇੱਕ 50 ਕਿਲੋਵਾਟ ਦਾ ਟਰਾਂਸਫਾਰਮਰ 25 ਕਿਲੋਵਾਟ 'ਤੇ ਚੱਲਦਾ, ਮਤਲਬ ਅੱਧੇ ਲੋਡ 'ਤੇ ਚੱਲਦਾ। ਹੁਣ ਅੱਧੇ ਦਾ ਸਕੇਅਰ ਕਰਾਂਗੇ, ਅੱਧੇ ਦਾ ਸਕੇਅਰ ਕਿੰਨਾ ਹੁੰਦਾ? 1/4। ਹੁਣ 1/4 ਆ ਜਾਣਗੇ ਲਾਸ। ਅਤੇ ਜੇ ਅੱਧਾ ਕਰਾਂਗੇ ਤਾਂ 1/4 ਹੋਣਗੇ, ਜੇ 1/3 ਕਰਾਂਗੇ ਤਾਂ 1/9 ਰਹਿ ਜਾਣਗੇ। ਤਾਂ ਇਸ ਤਰੀਕੇ ਨਾਲ ਬਸ ਸਕੇਅਰ ਯਾਦ ਰੱਖਣਾਗਾ ਵੀ ਕਰੰਟ ਦਾ ਸਕੇਅਰ ਹੁੰਦਾ ਹੈ, ਲੋਡ ਦਾ ਸਕੇਅਰ ਹੁੰਦਾ, ਜਿਹੜੇ ਲਾਸਿਸ ਹੁੰਦੇ ਹੈਗੇ। ਕਲੀਅਰ ਹੋਈ ਜੀ ਗੱਲ ਇਹ? ਅੱਗੇ ਚੱਲੋ ਜੀ, ਫਿਰ ਆਪਾਂ ਅਗਲੇ ਕੁਐਸਚਨ ਵੱਲ ਵੱਧਦੇ ਆਂਗੇ। ਅਗਲੇ ਕੁਐਸਚਨ ਦੇ ਵਿੱਚ ਕਿਹਾ ਹੋਇਆ, ਸੈਕੰਡਰੀ ਵਾਈਂਡਿੰਗ ਦੇ ਟਰਨਸ ਪ੍ਰਾਇਮਰੀ ਟਰਨ ਤੋਂ ਜ਼ਿਆਦਾ ਹੋਣ। ਮਤਲਬ ਆਹ ਲਓ ਜੀ, ਆਹ ਪ੍ਰਾਇਮਰੀ ਵਾਈਂਡਿੰਗ ਆ ਗਈ ਸਾਡੀ, ਆਹ ਸਾਡੀ ਹੈਗੀ ਆ ਸੈਕੰਡਰੀ ਵਾਈਂਡਿੰਗ। ਸੈਕੰਡਰੀ ਦੇ ਟਰਨਾਂ ਵੱਧ ਨੇ, ਮਤਲਬ N2 ਆ ਜਿਹੜਾ ਸਾਡਾ, ਉਹ ਸਾਡਾ ਵੱਡਾ ਹੈਗਾ। ਇੱਥੋਂ ਕੀ ਪਤਾ ਲੱਗਦਾ? ਇਹਨਾਂ ਨੂੰ ਆਪਾਂ ਮਾਰੋ ਗੋਲੀ ਹਜੇ ਆਨਸਰਾਂ ਨੂੰ। ਪਹਿਲਾਂ ਮੈਨੂੰ ਵੈਸੇ ਦੱਸੋ ਵੀ ਜੇ ਤੁਹਾਨੂੰ ਕਿੰਨਾ ਕੁ ਪਤਾ ਹੈਗਾ, ਜੇ ਸੈਕੰਡਰੀ ਦੀਆਂ ਟਰਨਾਂ ਵੱਧ ਹੋਣ ਤੁਹਾਨੂੰ ਕੀ ਪਤਾ ਵੀ ਕੀ ਕੁਛ ਹੋਏਗਾ ਇਸ ਟਰਾਂਸਫਾਰਮਰ ਦੇ ਵਿੱਚ?
ਪਹਿਲੀ ਗੱਲ, ਜਿਹਦੀਆਂ ਟਰਨਾਂ ਵੱਧ ਨੇਗੀਆਂ ਉਹਦੀ ਵੋਲਟੇਜ ਵੱਧ ਹੋਏਗੀ, ਦੂਜੇ ਦੀ ਵੋਲਟੇਜ ਘੱਟ ਹੋਏਗੀ। ਅਗਲੀ ਗੱਲ, ਜਿੱਧਰ ਵੋਲਟੇਜ ਵੱਧ ਹੁੰਦੀ ਆ ਉਧਰ ਕਰੰਟ ਆ ਜਿਹੜਾ ਉਹ ਘੱਟ ਹੋਏਗਾ, ਤੇ ਜਿੱਧਰ ਵੋਲਟੇਜ ਸਾਡੀ ਹੁੰਦੀ ਆ ਘੱਟ ਉਧਰ ਜਿਹੜਾ ਕਰੰਟ ਹੋਏਗਾ ਉਹ ਵੱਧ ਹੋਏਗਾ। ਇਹ ਗੱਲਾਂ ਸ਼ਾਇਦ ਤੁਹਾਨੂੰ ਪਤਾ ਹੋਣਗੀਆਂ। ਠੀਕ ਹੈ ਜੀ। ਤਾਂ ਇੱਥੋਂ ਦੇਖੋ ਕਿਹੜਾ ਆਪਸ਼ਨ, ਕਿਹੜੀ ਪ੍ਰਾਇਮਰੀ ਵੋਲਟੇਜ ਤੋਂ ਇਹਨੇ ਕੀ ਲਿਖਿਆ ਹੈਗਾ, ਜ਼ਿਆਦਾ ਹੋਣ। ਸੈਕੰਡਰੀ ਵਿੱਚ ਵੋਲਟੇਜ, ਸੈਕੰਡਰੀ ਵਿੱਚ ਵੋਲਟੇਜ ਪ੍ਰਾਇਮਰੀ ਵੋਲਟੇਜ ਤੋਂ ਘੱਟ ਹੋਊਗੀ। ਵੋਲਟੇਜ ਸੈਕੰਡਰੀ ਵਿੱਚ ਵੋਲਟੇਜ, ਕਹਿੰਦਾ ਸੈਕੰਡਰੀ ਵਿੱਚ ਵੋਲਟੇਜ ਘੱਟ ਹੋਊਗੀ, ਨਹੀਂ। ਪਹਿਲਾ ਗੱਲ ਤਾਂ ਪ੍ਰਾਇਮਰੀ ਸੈਕੰਡਰੀ ਵਿੱਚ ਵੋਲਟੇਜ ਪ੍ਰਾਇਮਰੀ ਵੋਲਟੇਜ ਤੋਂ ਜ਼ਿਆਦਾ ਹੋਣਗੀਆਂ, ਬਿਲਕੁਲ ਜ਼ਿਆਦਾ ਹੋਊਗੀ। ਸੈਕੰਡਰੀ ਵਿੱਚ ਜਿਹੜੀ ਵੋਲਟੇਜ ਹੈਗੀ ਉਹਦੇ ਵਿੱਚ ਜਿਹੜੀ ਵੋਲਟੇਜ ਆ ਉਹ ਜ਼ਿਆਦਾ ਹੋਏਗੀ, ਪ੍ਰਾਇਮਰੀ ਦੀ ਵੋਲਟੇਜ ਤੋਂ ਸੈਕੰਡਰੀ ਦੀ ਵੋਲਟੇਜ ਜ਼ਿਆਦਾ ਹੋਊਗੀ। ਇਹਦੇ ਆ ਬਣੂਗਾ ਪੂਰੀ ਦਾ ਪੂਰੀ ਲਾਈਨ, ਸੈਕੰਡਰੀ ਵਿੱਚ ਵੋਲਟੇਜ ਪ੍ਰਾਇਮਰੀ ਵੋਲਟੇਜ ਤੋਂ ਜ਼ਿਆਦਾ ਹੋਏਗੀ। ਇਹ ਹੋਣਗੀਆਂ ਜਿਹੜਾ ਲਿਖਿਆ ਹੋਇਆ ਇਹਦੀ ਬੁੱਕ ਦੇ ਵਿੱਚ ਗਲਤੀਆਂ ਨਹੀਂ ਗੀਆਂ, ਸਾਰੀਆਂ ਕਿਤਾਬਾਂ ਦੇ ਵਿੱਚ ਹੀ ਹੈਗੀਆਂ, ਕਿਉਂਕਿ ਕੋਈ ਵੀ ਕਿਤਾਬ ਨਾ ਪੰਜਾਬੀ ਦੇ ਵਿੱਚ ਛਪੀ ਹੋਣੀ ਹੈਗੀ, ਇਹ ਸਿਰਫ ਟਰਾਂਸਲੇਟ ਕੀਤੀਆਂ ਨੇ ਇੰਗਲਿਸ਼ ਤੋਂ, ਤਾਂ ਕਰਕੇ ਬਹੁਤੇ ਇਹਨਾਂ ਦੇ ਸ਼ਬਦਾਂ ਦੇ ਜਿਹੜੇ ਅਰਥ ਜੇ ਬਣਦੇ ਨਹੀਂ ਹੁੰਦੇ ਹੈਗੇ। ਕਿਤੇ ਹੋਣਗੀਆਂ ਲਿਖਿਆ, ਹੋਣਗੇ ਲਿਖਿਆ ਹੈਗਾ, ਉਹਦਾ ਬਣਦਾ ਕੁਛ ਹੋਰ ਹੁੰਦਾ ਹੈਗਾ, ਤਾਂ ਉਹਨਾਂ ਵੱਲ ਅਸੀਂ ਧਿਆਨ ਨਹੀਂ ਦੇਣਾ ਹੈਗਾ। ਜਿਵੇਂ ਆਹ ਲਿਆ, ਦੋਨਾਂ ਵਿੱਚ ਇੱਕ ਸਮਾਨ ਵੋਲਟੇਜ ਹੋਵੇਗੀ, ਰਹੇਗੀ, ਇੱਥੇ ਹੋਵੇਗੀ ਰਹੇਗੀ ਕਹਿੰਦਾ, ਇੱਥੇ ਹੋਵੇਗੀ ਹੈਗਾ। ਠੀਕ ਹੈ, ਇੱਦਾਂ ਦਾ ਕੁਛ ਨਹੀਂ, ਇਹ ਥੋੜ੍ਹੀਆਂ ਮਿਸਟੇਕਸ ਨੇਗੀਆਂ ਇਹ ਗ੍ਰਾਮੈਟਿਕਲੀ। ਚਲੋ ਅਗਲੀ ਗੱਲ ਜੀ, ਅਗਲਾ ਆ ਗਿਆ ਟਰਾਂਸਫਾਰਮਰ ਤੇ ਓਪਨ ਸਰਕਟ ਟੈਸਟ। ਕਾਹਦੇ ਵਾਸਤੇ ਕੀਤਾ ਜਾਂਦਾ ਜੀ? ਟਰਾਂਸਫਾਰਮਰ ਦੇ ਵਿੱਚ ਜੇ ਓਪਨ ਹੈਗਾ ਸਰਕਟ, ਓਪਨ ਦਾ ਕੀ ਮਤਲਬ ਹੈਗਾ ਵੀ ਸਿਰਫ ਲੋਡ ਸਰਕਟ ਆ, ਜਿਹੜਾ ਲੋਡ ਨਹੀਂ ਲਗਾਇਆ ਹੋਇਆ, ਇੱਧਰੋਂ ਓਪਨ ਆ ਸਰਕਟ। ਵੈਸੇ ਓਪਨ ਨਹੀਂ ਹੈਗਾ ਵੀ ਇੱਧਰਲੇ ਪਾਸੇ ਪ੍ਰਾਇਮਰੀ ਵੀ ਨਹੀਂ ਲਗਾਈ, ਪ੍ਰਾਇਮਰੀ ਵਾਲੇ ਪਾਸੇ ਅਸੀਂ ਵੋਲਟੇਜ ਦਿੱਤੀ ਹੋਈ ਆ, ਪਰ ਸੈਕੰਡਰੀ ਓਪਨ ਕੀਤੀ ਹੋਈ ਹੈਗੀ। ਤਾਂ ਪ੍ਰਾਇਮਰੀ ਵੱਲੋਂ ਜਿੰਨਾ ਵੀ ਕਰੰਟ ਜਾ ਰਿਹਾ ਉਹ ਕਾਹਦੇ ਵਾਸਤੇ ਜਾ ਰਿਹਾ? ਸਾਡੇ ਕੋਰ ਦੇ ਜਿਹੜੇ ਲਾਸ ਹੁੰਦੇ ਇਹਨਾਂ ਦੀ ਪੂਰਤੀ ਵਾਸਤੇ। ਕਿਹੜੇ ਹੁੰਦੇ ਆ ਕੋਰ ਦੇ ਲਾਸ? ਇੱਕ ਐਡੀ ਕਰੰਟ ਲਾਸ ਤੇ ਇੱਕ ਹਿਸਟੈਰਿਸਿਸ ਲਾਸ। ਤਾਂ ਆਨਸਰ ਸਾਡਾ ਬਣ ਗਿਆ ਡੀ, ਏ ਤੇ ਬੀ ਦੋਵੇਂ। ਜੇ ਸਾਨੂੰ ਲਿਖਿਆ ਹੁੰਦਾ ਸ਼ਾਰਟ ਸਰਕਟ ਟੈਸਟ ਕਾਹਦੇ ਵਾਸਤੇ ਕੀਤਾ ਜਾਂਦਾ, ਸ਼ਾਰਟ ਸਰਕਟ ਟੈਸਟ ਜਿਹੜਾ ਹੁੰਦਾ ਹੈਗਾ ਉਹ ਕਾਹਦੇ ਵਾਸਤੇ ਕੀਤਾ ਜਾਂਦਾ, ਤਾਂ ਉਹ ਕਾਪਰ ਲਾਸ ਵਾਸਤੇ ਹੁੰਦਾ ਹੈਗਾ। ਠੀਕ ਹੈ ਜੀ। ਜੇ ਕਾਪਰ ਲਾਸ ਜਾਂ ਇਹ ਜੇ ਲਾਸ ਨਾ ਦਿੱਤੇ ਹੋਣ, ਜਾਂ ਫਿਰ ਕਈ ਵਾਰੀ ਪੁੱਛਿਆ ਜਾਂਦਾ ਵੀ ਸ਼ਾਰਟ ਸਰਕਟ ਟੈਸਟ ਜਿਹੜਾ ਕਾਹਦੇ ਵਾਸਤੇ ਡਿਜ਼ਾਈਨ ਕੀਤਾ ਹੁੰਦਾ ਹੈਗਾ, ਉਹ ਟਰਾਂਸਫਾਰਮਰ ਦੀਆਂ ਟਰਨਾਂ ਕੱਢਣ ਵਾਸਤੇ, ਟਰਨ ਰੇਸ਼ੋ ਕੱਢਣ ਵਾਸਤੇ ਵੀ ਪਤਾ ਲੱਗਦਾ ਹੈਗਾ ਸਾਡਾ ਵੀ ਟਰਨ ਰੇਸ਼ੋ ਕਿੰਨੀ ਹੋਏਗੀ, ਪ੍ਰਾਇਮਰੀ 'ਚ ਵੋਲਟੇਜ ਕਿੰਨੀ ਹੈ, ਸੈਕੰਡਰੀ 'ਚ ਕਿੰਨੀ ਹੈ, ਉੱਥੋਂ ਸਾਨੂੰ ਪਤਾ ਲੱਗ ਜੂਗਾ ਵੀ ਟਰਨ ਰੇਸ਼ੋ ਕਿੰਨੀ ਹੈ। ਤੇ ਜੇ ਲੌਸਿਸ ਦੀ ਗੱਲ ਨਾ ਕੀਤੀ ਤਾਂ ਟਰਨ ਰੇਸ਼ੋ ਲਿਖਾਂਗੇ ਆਪਾਂ ਆਨਸਰ, ਜਿੱਥੇ ਲਿਖਿਆ ਹੋਵੇ ਟਰਨ ਰੇਸ਼ੋ ਕੱਢਣ ਵਾਸਤੇ, ਪ੍ਰਾਇਮਰੀ ਦੀ ਵੋਲਟੇਜ ਕੱਢਣ ਵਾਸਤੇ, ਸੈਕੰਡਰੀ ਦੀ ਵੋਲਟੇਜ ਕੱਢਣ ਵਾਸਤੇ, ਤਾਂ ਉੱਥੇ ਆਪਾਂ ਟਰਨ ਰੇਸ਼ੋ ਲਿਖਾਂਗੇ। ਜਾਂ ਫਿਰ ਲਿਖਿਆ ਹੋਵੇ ਫ੍ਰੀਕੁਐਂਸੀ, ਉਹਦੇ ਵਾਸਤੇ ਲਿਖਿਆ ਹੋਵੇ ਫ੍ਰੀਕੁਐਂਸੀ ਕੱਢਣ ਵਾਸਤੇ, ਜਾਂ ਲਿਖਿਆ ਹੋਵੇ ਇੱਥੇ ਪਾਵਰ ਫੈਕਟਰ ਕੱਢਣ ਵਾਸਤੇ, ਤਾਂ ਪਾਵਰ ਫੈਕਟਰ ਫ੍ਰੀਕੁਐਂਸੀ ਇਹੋ ਜਿਹਾ ਕੁਛ ਨਹੀਂ ਨਿਕਲਦਾ ਹੈਗਾ, ਜਾਂ ਫਿਰ ਆਪਾਂ ਕਹਾਂਗੇ ਵੀ ਟਰਨਾਂ ਕੱਢਣ ਵਾਸਤੇ ਯੂਜ਼ ਕੀਤਾ ਜਾਂਦਾ ਹੈਗਾ। ਅਗਲੀ ਗੱਲ ਆ ਗਈ, ਪਾਵਰ ਟਰਾਂਸਫਾਰਮਰ ਡਿਜ਼ਾਈਨ ਕੀਤੇ ਗਏ ਹਨ ਡੈਸ਼ ਲੋਡ, ਡੈਸ਼ ਫੁੱਲ ਲੋਡ ਦੇ ਆਲੇ ਦੁਆਲੇ ਜ਼ਿਆਦਾ ਕਾਰਜਕੁਸ਼ਲਤਾ ਪਾਉਣ ਲਈ। ਜਿਹੜੇ ਜ਼ਿਆਦਾਤਰ ਸਾਡੇ ਟਰਾਂਸਫਾਰਮਰ ਨੇ, ਜਿਵੇਂ ਜਿਹੜੇ ਪਾਵਰ ਟਰਾਂਸਫਾਰਮਰ ਹੁੰਦੇ ਨੇ ਜਿਹੜੇ ਸਾਡੇ ਗ੍ਰਿਡਾਂ ਦੇ ਉੱਪਰ ਲੱਗੇ ਹੁੰਦੇ ਨੇਗੇ, ਜਿਹੜੇ ਹਰ ਵਕਤ ਸਾਡੇ ਕੋਲੇ 100% ਲੋਡ ਦੇ ਉੱਪਰ ਚੱਲਦੇ ਆ। ਕਿਉਂਕਿ ਹੋ ਸਕਦਾ ਸਾਡੇ ਘਰਾਂ ਦੇ ਉੱਪਰ ਜਿਹੜੇ ਟਰਾਂਸਫਾਰਮਰ ਨੇ ਇਹਨਾਂ ਨੂੰ ਕਿਹਾ ਜਾਂਦਾ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ, ਤੇ ਕਿੰਨੇ ਪਰਸੈਂਟ ਲੋਡ ਤੇ ਚੱਲਦੇ? ਜਿਹੜੇ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਹੁੰਦੇ ਨੇਗੇ ਇਹ ਸਿਰਫ 50% ਲੋਡ ਤੇ ਚੱਲਣ ਵਾਸਤੇ ਡਿਜ਼ਾਈਨ ਕੀਤੇ ਹੁੰਦੇ ਆ। ਪਰ ਜਿਹੜੇ ਸਾਡੇ ਪਾਵਰ ਟਰਾਂਸਫਾਰਮਰ ਹੈਗੇ ਇਹ ਜਿਹੜੇ ਡਿਜ਼ਾਈਨ ਕੀਤੇ ਹੁੰਦੇ ਆ ਇਹ ਫੁੱਲ ਲੋਡ ਦੇ ਨੇੜੇ ਤੇੜੇ ਚੱਲਣ ਵਾਸਤੇ ਡਿਜ਼ਾਈਨ ਕੀਤੇ ਹੁੰਦੇ ਆ। ਵੀ ਜੇ 100% ਜਾਂ ਨਾ ਚਲੋ 98% ਲੋਡ ਦੇ ਉੱਪਰ ਚੱਲਣਗੇ ਤਾਂ ਜਿਹੜੀ ਇਹਨਾਂ ਦੀ ਐਫੀਸ਼ੀਐਂਸੀ, ਕਾਰਜਕੁਸ਼ਲਤਾ ਹੋਊਗੀ ਉਹ ਵਧੀਆ ਹੋਊਗੀ। ਠੀਕ ਹੈ ਜੀ। ਚਲੋ ਅੱਗੇ ਚੱਲਦੇ ਆਂਗੇ ਆਪਾਂ। ਇੱਕ ਟਰਾਂਸਫਾਰਮਰ ਟਰਾਂਸਫਰ ਕਰਦਾ ਹੈ, ਕੀ ਟਰਾਂਸਫਰ ਕਰਦਾ ਹੈ? ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾਂਦਾ। ਕੀ ਇਕੱਲੀ ਵੋਲਟੇਜ ਲੈ ਕੇ ਜਾਂਦਾ, ਜਾਂ ਇਕੱਲਾ ਕਰੰਟ ਲੈ ਕੇ ਜਾਂਦਾ, ਜਾਂ ਫ੍ਰੀਕੁਐਂਸੀ ਲੈ ਕੇ ਜਾਂਦਾ, ਤੇ ਵੋਲਟੇਜ ਕਰੰਟ ਦੋਨੇ ਚੀਜ਼ਾਂ ਲੈ ਕੇ ਜਾਂਦਾ ਹੈਗਾ। ਦੋਨੇ ਚੀਜ਼ਾਂ, ਵੋਲਟੇਜ ਤੇ ਕਰੰਟ ਦਾ ਕੀ ਮਤਲਬ ਹੈਗਾ, ਕੀ ਕਰਦਾ ਹੈਗਾ? ਵੋਲਟੇਜ ਕਰੰਟ ਕੀ ਹੁੰਦੀ ਆ? ਪਾਵਰ। ਇਹਦਾ ਮਤਲਬ ਪਾਵਰ ਨੂੰ ਟਰਾਂਸਫਰ ਕਰਦਾ ਹੈਗਾ। ਤਾਂ ਸਾਡੀ ਆਹ ਆਪਸ਼ਨ ਅਸੀਂ ਕਹਿ ਰਹੇ ਹਾਂ ਵੀ ਪਾਵਰ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾਂਦਾ। ਬਿਲਕੁਲ ਸਹੀ ਗੱਲ ਆ ਵੀ ਟਰਾਂਸਫਰ ਕਰਦਾ, ਇੱਕ ਥਾਂ ਤੋਂ ਦੂਜੇ ਥਾਂ ਦੇ ਉੱਪਰ ਟਰਾਂਸਫਰ ਕਰ ਦਿੰਦਾ ਪਾਵਰ ਨੂੰ। ਬਿਲਕੁਲ ਠੀਕ ਹੈਗੀ। ਠੀਕ ਹੈ ਜੀ। ਚਲੋ ਅਗਲੀ ਗੱਲ, EMF ਇਕੁਏਸ਼ਨ। EMF ਇਕੁਏਸ਼ਨ ਸਮੀਕਰਨ ਕੀ ਹੁੰਦਾ? ਤੁਹਾਨੂੰ ਦੱਸਿਆ ਸੀਗਾ ਵੀ ਇੱਕ 4.44 ਪੱਕਾ ਇਹ ਕੌਨਸਟੈਂਟ ਵੈਲਿਊ ਆ। ਫਲਕਸ ਦੀ ਜਿਹੜੀ ਆ ਫਾਈ ਮੈਕਸਿਮਮ ਵੈਲਿਊ ਹੈਗੀ ਵੀ ਵੱਧ ਤੋਂ ਵੱਧ ਫਲਕਸ ਕਿੰਨੀ ਪੈਦਾ ਹੋ ਰਹੀ ਹੈ ਕਿਸੇ ਕੋਰ ਦੇ ਅੰਦਰਲੇ ਪਾਸੇ। ਉਸ ਤੋਂ ਬਾਅਦ ਫ੍ਰੀਕੁਐਂਸੀ ਆ। ਉਸ ਤੋਂ ਬਾਅਦ ਜੇ ਆਪਾਂ ਵੋਲਟੇਜ ਕੱਢ ਰਹੇ ਹਾਂ ਪ੍ਰਾਇਮਰੀ ਤਾਂ ਇੱਥੇ N1 ਆਊਗਾ। ਬਾਕੀ ਸਾਰੇ ਚੀਜ਼ਾਂ ਸੇਮ ਆ। ਜੇ ਅਸੀਂ ਸੈਕੰਡਰੀ ਦੀ ਵੋਲਟੇਜ ਕੱਢ ਰਹੇ ਹਾਂਗੇ ਤਾਂ ਉੱਥੇ N2 ਆਊਗਾ। ਤੇ ਇਹਦੇ ਵਿੱਚ ਲੱਭ ਲਓ ਜੀ ਕਿੱਥੇ ਲਿਖਿਆ ਹੋਇਆ। ਦੇਖੋ ਪਹਿਲੀ ਆਪਸ਼ਨ ਆ 4.445 ਮੈਕਸਿਮਮ ਫਲਕਸ, ਫ੍ਰੀਕੁਐਂਸੀ ਇੰਟੂ N ਨੰਬਰ 1। ਇੱਥੇ N1 ਪਾ ਲੈਂਦੇ ਤਾਂ ਬਾਹਲੀ ਵਧੀਆ ਗੱਲ ਸੀ। ਚਲੋ ਇਹਨਾਂ ਨੇ ਕਿਤੇ ਵੀ ਨਹੀਂ ਪਾਇਆ, ਕੋਈ ਗੱਲ ਨਹੀਂ।
ठीक है जी। वो ਤਾਂ नहीं पाया भी जे इत्थे E1 लिखना गा तो n ਦੇ ਨਾਲ 1 ਪਾ ਲਓ, ਜੇ ਇੱਥੇ E2 ਲਿਖਣਾ ਤਾਂ n ਦੇ ਨਾਲ 2 ਪਾ ਲਿਓ। ਇਹ ਇੱਕ ਸਟੈਂਡਰਡ ਫਾਰਮੂਲਾ ਬਣਾ ਕੇ ਦਿੱਤਾ ਹੋਇਆ, ਤਾਂ ਇਹ ਆਨਸਰ ਇਹਦਾ ਸਹੀ ਹੈਗਾ ਜੀ। ਚਲੋ ਅੱਗੇ ਚੱਲਦੇ ਜਾਂਗੇ ਆਪਾਂ। ਟਰਾਂਸਫਾਰਮਰ ਵਿੱਚ ਕਿਹੜੀ ਵਾਈਂਡਿੰਗ ਦਾ ਕ੍ਰਾਸ ਸੈਕਸ਼ਨ ਖੇਤਰਫਲ ਘੱਟ ਹੁੰਦਾ ਹੈ? ਇਹਨੂੰ ਇਦਾਂ ਸਿੱਧਾ ਇਹਦਾ ਆਨਸਰ ਤੱਕ ਨਾ ਪਹੁੰਚਿਓ, ਸਿੱਧਾ ਆਨਸਰ ਨਹੀਂ ਦੇਖੀਦਾ ਹੁੰਦਾ ਕਦੇ ਵੀ। ਪਹਿਲਾਂ ਤਾਂ ਇਹ ਦੇਖੀਦਾ ਹੁੰਦਾ ਵੀ ਜਿਹੜੀ ਗੱਲ ਇਹ ਕਹਿ ਰਿਹਾ ਹੈਗਾ ਉਹ ਤੋਂ ਸਾਨੂੰ ਪਤਾ ਕੀ ਲੱਗਦਾ। ਉਹ ਕਹਿੰਦਾ ਕ੍ਰਾਸ ਸੈਕਸ਼ਨ ਖੇਤਰਫਲ ਘੱਟ ਆ। ਕ੍ਰਾਸ ਸੈਕਸ਼ਨ ਖੇਤਰਫਲ ਜੇ ਕਿਸੇ ਵਾਈਂਡਿੰਗ ਦਾ ਘੱਟ ਹੋਊਗਾ ਇਹਦਾ ਮਤਲਬ ਤਾਂ ਇੱਕੋ ਹੀ ਹੋਊਗਾ ਵੀ ਉਹਦੇ ਵਿੱਚ ਦੀ ਕਰੰਟ ਵੀ ਘੱਟ ਲੰਘੂਗਾ ਨਾ। ਤੇ ਕਰੰਟ ਘੱਟ ਕਿਹੜੀ ਵਾਈਂਡਿੰਗ ਦੇ ਵਿੱਚ ਹੁੰਦਾ? ਕਰੰਟ ਘੱਟ ਉਸ ਵਾਈਂਡਿੰਗ ਦੇ ਵਿੱਚ ਹੁੰਦਾ ਜਿਹਦੇ ਵਿੱਚ ਵੋਲਟੇਜ ਵੱਧ ਹੋਵੇ। ਤਾਂ ਸਾਡਾ ਆਨਸਰ ਨਿਕਲਿਆ ਹੈ ਨਾ। ਪ੍ਰਾਇਮਰੀ ਸੈਕੰਡਰੀ ਦਾ ਕੋਈ ਮਤਲਬ ਨਹੀਂ ਹੈਗਾ। ਜਿੱਥੇ ਵੋਲਟੇਜ ਸਾਡੀ ਵੱਧ ਹੋਏਗੀ ਉੱਥੇ ਸਾਡਾ ਕਰੰਟ ਘੱਟ ਹੋਏਗਾ, ਪੁੱਠਾ ਹੁੰਦਾ ਇਹ। ਤੇ ਜਿੱਥੇ ਸਾਡੀ ਵੋਲਟੇਜ ਘੱਟ ਹੋਏਗੀ ਉੱਥੇ ਸਾਡਾ ਕਰੰਟ ਵੱਧ ਹੋਏਗਾ। ਜੇ ਕਰੰਟ ਵੱਧਦਾ ਤਾਂ ਸਾਨੂੰ ਖੇਤਰਫਲ ਵੀ ਵੱਧ ਰੱਖਣਾ ਪਊਗਾ, ਏਰੀਆ ਵੀ ਸਾਨੂੰ ਜਿਹੜਾ ਖੇਤਰਫਲ ਹੈ ਜਿਹੜਾ ਸਾਡਾ ਉਹ ਵੀ ਵੱਧ ਰੱਖਣਾ ਪਊਗਾ ਵਾਈਂਡਿੰਗ ਦਾ। ਚਲੋ ਅੱਗੇ ਚੱਲੋ ਜੀ। ਟਰਾਂਸਫਾਰਮਰ ਦੀ ਕੁਸ਼ਲਤਾ ਕਿਹੜੀ ਅਵਸਥਾ ਵਿੱਚ ਜ਼ਿਆਦਾ ਹੁੰਦੀ ਹੈ? ਹੁਣੇ ਦੱਸ ਕੇ ਹਟਿਆਂਗਾ ਤੁਹਾਨੂੰ ਵੀ ਜਾਂ ਤਾਂ ਉਹ ਫੁੱਲ ਲੋਡ ਤੇ ਵੱਧ ਹੁੰਦੀ ਆ, ਪਰ ਜੇ ਤੁਹਾਨੂੰ ਕਿਤੇ ਕੁਐਸਚਨ ਦੇ ਵਿੱਚ ਆ ਗਿਆ ਨਾ ਕਾਪਰ ਲਾਸ ਤੇ ਆਇਰਨ ਲਾਸ ਬਰਾਬਰ ਹੋਣ ਜਿੱਥੇ, ਤਾਂ ਆਨਸਰ ਆਹੀ ਆਏਗਾ ਵੀ ਜਦੋਂ ਤੁਹਾਡੇ ਕਾਪਰ, ਇਹ ਇੱਕ ਕੰਡੀਸ਼ਨ ਹੁੰਦੀ ਹੈਗੀ। ਉਹ ਕੰਡੀਸ਼ਨ ਕਿੱਥੋਂ ਆਈ ਕਿਵੇਂ ਆਈ ਤੁਹਾਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੁਸੀਂ ਸਿਰਫ ਯਾਦ ਰੱਖਣਾ ਜਿੱਥੇ ਕਾਪਰ ਲਾਸ ਤੁਹਾਡੇ ਬਰਾਬਰ ਹੋ ਗਏ ਤੁਹਾਡੇ ਆਇਰਨ ਲਾਸਿਸ ਦੇ, ਉਸ ਲੋਡ ਦੇ ਉੱਪਰ ਸਾਡੇ ਕੋਲੇ ਮੈਕਸਿਮਮ ਐਫੀਸ਼ੀਐਂਸੀ ਕੁਸ਼ਲਤਾ ਜਿਹੜੀ ਹੋਏਗੀ, ਐਫੀਸ਼ੀਐਂਸੀ ਜਿਹੜੀ ਹੋਏਗੀ ਉਹ ਵੱਧ ਤੋਂ ਵੱਧ ਹੋਏਗੀ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਇਹ ਤਾਂ ਤੁਹਾਨੂੰ ਇੱਕ ਕੁਐਸਚਨ ਵੀ ਦੱਸਿਆ ਸੀਗਾ ਵੀ ਜੇ ਬਾਈ ਚਾਂਸ ਸਾਨੂੰ ਕਾਪਰ ਲਾਸ ਤੇ ਆਇਰਨ ਲਾਸ ਦਿੱਤੇ ਹੋਣ ਤਾਂ ਲੋਡ ਪੁੱਛਿਆ ਵੀ ਕਿਹੜੇ ਲੋਡ ਦੇ ਉੱਪਰ ਹੋਏਗੀ ਸਾਡੀ, ਤਾਂ ਉਹਦਾ ਫਾਰਮੂਲਾ ਵੀ ਤੁਹਾਨੂੰ ਦੱਸਿਆ ਵੀ ਐਕਸ ਦਾ ਜਿਹੜਾ ਫਾਰਮੂਲਾ ਹੋਏਗਾ ਉਹ ਆਇਰਨ ਲਾਸ ਡਿਵਾਈਡ ਬਾਈ ਕਾਪਰ ਲਾਸ ਦਾ ਅੰਡਰ ਰੂਟ। ਇੱਥੋਂ ਸਾਡੇ ਕੋਲ ਐਕਸ ਦੀ ਵੈਲਿਊ ਆ ਜਾਏਗੀ। ਜੇ ਐਕਸ ਦੀ ਵੈਲਿਊ 1/2 ਆ ਗਈ ਨਾ ਮਤਲਬ 50% ਲੋਡ ਦੇ ਉੱਪਰ ਮੈਕਸਿਮਮ ਐਫੀਸ਼ੀਐਂਸੀ ਹੈਗੀ। ਜੇ 1/4 ਆ ਗਈ ਤਾਂ ਇਹਦਾ ਮਤਲਬ ਕੀ ਆ 25% ਦੇ ਉੱਪਰ ਮੈਕਸਿਮਮ ਐਫੀਸ਼ੀਐਂਸੀ ਹੈ। ਕਲੀਅਰ ਹੋ ਗਈ ਜੀ ਗੱਲ ਇਹ? ਚਲੋ ਠੀਕ ਹੈ ਜੀ। ਟਰਾਂਸਫਾਰਮਰ ਡੀਸੀ ਵੋਲਟੇਜ ਨੂੰ ਕੀ ਕਰਦਾ? ਡੀਸੀ ਵੋਲਟੇਜ ਤੇ ਰਾਜੇ ਉਹ ਕੰਮ ਹੀ ਨਹੀਂ ਕਰਦਾ। ਨਾ ਤਾਂ ਉਹ ਘੱਟ ਕਰ ਸਕਦਾ, ਨਾ ਉਹ ਜ਼ਿਆਦਾ ਕਰ ਸਕਦਾ, ਨਾ ਉਹ ਰੂਪਾਂਤਰਿਤ ਕਰ ਸਕਦਾ। ਤਿੰਨਾਂ ਵਿੱਚੋਂ ਕੋਈ ਨਹੀਂ ਕਰਦਾ ਹੈਗਾ। ਨਾ ਤਾਂ ਉਹ ਵੱਧ ਕਰਦਾ ਨਾ ਘੱਟ ਕਰਦਾ। ਕਿਉਂ? ਕਿਉਂਕਿ ਟਰਾਂਸਫਾਰਮਰ ਡੀਸੀ ਦੇ ਉੱਪਰ ਕੰਮ ਕਰਦਾ ਹੀ ਨਹੀਂ। ਇੱਥੇ ਗੱਲ ਹੋਰ ਯਾਦ ਰੱਖਿਓ ਵੀ ਜੇ ਕਿਸੇ ਟਰਾਂਸਫਾਰਮਰ ਨੂੰ ਡੀਸੀ ਦੇ ਦਿੱਤੀ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਸੜੇਗਾ? ਯਾਦ ਰੱਖਿਓ ਰੇ, ਸਭ ਤੋਂ ਪਹਿਲਾਂ ਜੇ ਟਰਾਂਸਫਾਰਮਰ ਨੂੰ ਆਪਾਂ ਡੀਸੀ ਦਿੰਦੇ ਆਂਗੇ ਤਾਂ ਸਭ ਤੋਂ ਪਹਿਲਾਂ ਪ੍ਰਾਇਮਰੀ ਵਾਈਂਡਿੰਗ ਜਿਹੜੀ ਹੁੰਦੀ ਹੈ ਸਾਡੀ ਪ੍ਰਾਇਮਰੀ ਵਾਈਂਡਿੰਗ, ਇਹ ਪ੍ਰਾਇਮਰੀ ਵਾਈਂਡਿੰਗ ਸਾਡੀ ਸੜਦੀ ਹੁੰਦੀ ਹੈ ਕਿਉਂਕਿ ਇਹਦੇ ਵਿੱਚੋਂ ਕਰੰਟ ਬਹੁਤ ਲੰਘ ਜਾਂਦਾ, ਜਿਹਦੇ ਕਰਕੇ I²R ਹੀਟ ਲਾਸ ਇੰਨੇ ਹੋ ਜਾਂਦੇ। ਜਿਹੜੇ ਹੀਟ ਹੁੰਦੀ ਆ ਉਹ ਵਾਈਂਡਿੰਗ ਦੇ ਵਿੱਚ ਹੁੰਦੀ ਆ ਅਤੇ ਵਾਈਂਡਿੰਗ ਨੂੰ ਉਹ ਸਾੜ ਕੇ ਰੱਖ ਦਿੰਦੀ ਹੈਗੀ। ਤਾਂ ਇਹਦੇ ਨਾਲ ਹੀ ਕੁਛ ਦੂਜਾ ਹੀ ਬਣਦਾ ਵੀ ਜੇ ਵੱਧ ਹੋਵੇ ਤਾਂ ਕੌਣ ਸੜੇਗਾ? ਤਾਂ ਸਭ ਤੋਂ ਪਹਿਲਾਂ ਵਾਈਂਡਿੰਗ ਸੜੇਗੀ, ਫਿਰ ਵਾਈਂਡਿੰਗ ਜਿਹਦੇ ਉੱਪਰ ਲਪੇਟੀ ਹੋਈ ਹੈ ਕੋਰ ਦੇ ਉੱਪਰ, ਫਿਰ ਕੋਰ ਸੜੇਗੀ। ਹੁਣ ਕੋਰ ਨੂੰ ਜਦੋਂ ਅੱਗ ਲੱਗੇਗੀ, ਕੋਰ ਨੂੰ ਅੱਗ ਲੱਗਣ ਤੋਂ ਬਾਅਦ ਸਾਡੇ ਕੋਲ ਅਗਲਾ ਟਰਾਂਸਫਾਰਮਰ ਮੱਚ ਜਾਏਗਾ। ਕਲੀਅਰ ਹੋ ਗਈ ਜੀ ਗੱਲ ਇਹ? ਚਲੋ ਅੱਗੇ ਵਧਦੇ ਆਂਗੇ ਹੁਣ ਆਪਾਂ। ਇੱਕ 100 kV ਦਾ ਟਰਾਂਸਫਾਰਮਰ ਆ, ਉਹਦੇ ਵਿੱਚ 10 kV ਤੇ 200 ਵੋਲਟ ਇਕਲ ਫੇਸ ਵੋਲਟੇਜ ਆ। ਪੂਰਨ ਭਾਰ ਦਾ ਮਤਲਬ ਹੁੰਦਾ ਹੈਗਾ ਫੁੱਲ ਲੋਡ ਦੇ ਉੱਪਰ। ਮੁੱਢਲੀ ਧਾਰਾ ਮਤਲਬ ਕੀ ਕੱਢਣਾ ਸੀ? ਮੁੱਢਲੀ ਧਾਰਾ ਦਾ ਮਤਲਬ ਹੁੰਦਾ I1 ਕਰੰਟ, ਤੇ ਜਿਹੜੀ ਸੈਕੰਡਰੀ ਧਾਰਾ ਹੁੰਦੀ ਆ ਉਹ ਹੁੰਦਾ I2 ਕਰੰਟ। ਤਾਂ ਅਸੀਂ I1 ਕੱਢਣਾ। ਤੇ ਜਿਹੜੀ ਟੋਟਲ ਪਾਵਰ ਹੁੰਦੀ ਹੈਗੀ ਸਾਡੀ kV ਦੇ ਵਿੱਚ ਹੁੰਦੀ ਹੈ V1 ਗੁਣਾ I1। ਤੇ ਇੱਥੇ ਸਾਡੇ ਕੋਲੇ ਕੀ ਹੈਗਾ? V1 ਸਾਡੇ ਕੋਲੇ ਹੈ ਕਿੰਨੀ ਹੈਗੀ? ਦੇਖੋ ਧਿਆਨ ਨਾਲ ਦੇਖੋ ਰਾਜੇ। ਵੋਲਟੇਜ ਜਿਹੜੀ ਪ੍ਰਾਇਮਰੀ ਦਿੱਤੀ ਉਹ 10K ਦਿੱਤੀ ਹੋਈ ਹੈ। 10K ਦਾ ਮਤਲਬ 10 ਪਿੱਛੇ K 3 0। ਇਹਨੂੰ ਕਹਿੰਦਾ I1 ਨੂੰ ਕਿੰਨੇ ਨਾਲ ਗੁਣਾ ਕਰੀਏ ਸਾਡਾ ਬਣੇ ਕਿੰਨਾ? 100K। ਇਹਦੇ ਨੇ ਬਾਅਦ 100 ਪਿੱਛੇ 1 2 3 0। ਤਾਂ ਇਹਦੇ ਥੱਲੇ ਇਹਨੂੰ ਲੈ ਜਾਵਾਂਗੇ। ਇਹਦੇ ਥੱਲੇ ਜਿਹਨੂੰ 1 2 3 4, ਇਹ ਥੱਲੇ ਜਦੋਂ ਲੈ ਕੇ ਜਾਵਾਂ 1 2 3 4, 4 0 ਨਾਲ 4 0 ਕੱਟ ਜਾਣਗੇ, ਸਾਡੇ ਕੋਲ ਆ ਜਾਊਗਾ 10 ਐਂਪੀਅਰ ਕਰੰਟ। ਪਰ ਗੱਲ ਇਹ ਆ ਵੀ ਇਹਦੇ ਵਿੱਚ 10 ਐਂਪੀਅਰ ਕਿਤੇ ਦਿੱਤਾ ਨਹੀਂ ਹੋਇਆ, 10 ਐਂਪੀਅਰ ਦੇ ਨੇੜੇ ਤੇੜੇ ਵੀ ਕੋਈ ਵੈਲਿਊ ਨਹੀਂ ਹੈਗੀ। ਤਾਂ ਇਹਨਾਂ ਤੋਂ ਗਲਤੀ ਨਾਲ ਇਹ ਕੁਐਸਚਨ ਪਿਆ ਹੋਇਆ, ਇੱਥੇ 10 ਐਂਪੀਅਰ ਆਨਸਰ ਆਉਣਾ ਚਾਹੀਦਾ ਸੀਗਾ। ਠੀਕ ਹੈ, ਇਹ ਆਨਸਰ ਸਾਰੇ ਗਲਤ ਨੇਗੇ, ਇਹ ਗੱਲ ਯਾਦ ਰੱਖਿਓ। ਠੀਕ ਹੈ ਜੀ, ਪੇਪਰ ਦੇ ਵਿੱਚ ਇਹ ਕੁਐਸਚਨ ਇਸੇ ਕਰਕੇ ਨਹੀਂ ਪਾਇਆ ਸੀ ਤਾਂ ਕਿ ਤੁਹਾਨੂੰ ਵੈਲਿਊ ਦੇ ਵਿੱਚ ਕਨਫਿਊਜ਼ਨ ਨਾ ਹੋਵੇ। ਇਹ ਪਾਇਆ ਨਹੀਂ ਹੋਇਆ ਪੇਪਰ ਦੇ ਵਿੱਚ ਇਹ ਕੁਐਸਚਨ। ਠੀਕ ਹੈ ਜੀ, ਚਲੋ। ਚਿੱਤਰ ਵਿੱਚ ਪ੍ਰਦਰਸ਼ਿਤ ਟਰਾਂਸਫਾਰਮਰ ਹੈ ਕਿਹੜਾ ਹੈ? ਪ੍ਰਾਇਮਰੀ ਕੀ ਹੈ ਜੀ? ਇੱਦਾਂ ਕੀ ਬਣਦਾ ਹੁੰਦਾ ਇਹ? ਡੈਲਟਾ। ਸੈਕੰਡਰੀ ਕੀ ਆ? ਸਟਾਰ ਆ। ਸੈਕੰਡਰੀ ਕੀ ਆ? ਸਟਾਰ ਆ। ਤਾਂ ਡੈਲਟਾ ਸਟਾਰ ਦੇਖੋ ਕਿੱਥੇ ਲਿਖਿਆ? ਡੈਲਟਾ ਸਟਾਰ ਇੱਥੇ ਲਿਖਿਆ ਹੋਇਆ ਹੈਗਾ, ਤਾਂ ਆਨਸਰ ਸਹੀ ਆ। ਕਈ ਵਾਰੀ ਇੱਦਾਂ ਨਾ ਬਣਾ ਕੇ ਤੁਹਾਨੂੰ ਸੌਖਾ ਦਿੱਤਾ ਹੋਇਆ ਸੀਗਾ। ਇਹਨੂੰ ਕਿਵੇਂ ਬਣਾਇਆ ਜਾ ਸਕਦਾ? ਸਟਾਰ ਨੂੰ ਪਤਾ ਕਿਵੇਂ? ਦੇਖੋ ਸਟਾਰ 3 ਵਾਈਂਡਿੰਗ ਇੱਕ ਥਾਂ ਦੇ ਉੱਪਰ ਸ਼ਾਰਟ ਹੋ ਰਹੀਆਂ, ਮਤਲਬ ਕੀ ਆ? ਇੱਕ ਵਾਈਂਡਿੰਗ ਆ, ਇੱਕ ਵਾਈਂਡਿੰਗ ਆ, ਇੱਕ ਵਾਈਂਡਿੰਗ ਆ। ਕਈ ਵਾਰੀ ਉਹ ਇੱਦਾਂ ਦੇਊਗਾ, ਦੇਖੋ ਵੀ ਇੱਥੇ ਸ਼ਾਰਟ ਹੋਏ ਹੋਏ ਨੇ, ਇੱਥੇ RYB ਹੋਊਗਾ।
ਹੁਣ ਆ ਸਾਨੂੰ ਵਾਈ ਜੀ ਨਹੀਂ ਇਦਾਂ ਤਾਂ ਨਹੀਂ ਦਿਖ ਰਿਹਾ ਸਟਾਰ, ਤਾਂ ਇਹਨੂੰ ਵੀ ਆਪਾਂ ਸਟਾਰ ਹੀ ਕਹਿੰਦੇ ਆ। ਡੈਲਟਾ ਜਿਵੇਂ ਆ ਦਿੱਤਾ ਹੋਇਆ ਉਸੇ ਤਰੀਕੇ ਨਾਲ ਡੈਲਟਾ ਦੀ ਕਈ ਵਾਰੀ ਬਣਤਰ ਨੂੰ ਦੇਖੋ, ਧਿਆਨ ਨਾਲ ਸੁਣੋ ਡੈਲਟਾ ਨੂੰ, ਵੀ ਜਿੱਥੇ ਇੱਕ ਬਾਈਂਡਿੰਗ ਏ ਬਾਈਂਡਿੰਗ ਖਤਮ ਹੁੰਦੀ ਹੈਗੀ ਉੱਥੇ ਦੂਜੀ ਬਾਈਂਡਿੰਗ ਆ ਕੇ ਲੱਗਦੀ ਹੈ, ਠੀਕ ਹੈ। ਜਿੱਥੇ ਦੂਜੀ ਖਤਮ ਹੁੰਦੀ ਉੱਥੇ ਤੀਜੀ ਲੱਗਦੀ ਆ, ਜੇ ਤੀਜੀ ਖਤਮ ਹੁੰਦੀ ਉੱਥੇ ਪਹਿਲੀ ਲੱਗਦੀ ਆ। ਮਤਲਬ ਆ ਸਾਰੀਆਂ ਬਾਈਂਡਿੰਗਾਂ ਆਪਸ 'ਚ ਜੁੜੀਆਂ ਹੋਈਆਂ ਨੇਗੀਆਂ, ਅਤੇ ਜਿੱਥੇ ਜਿੱਥੇ ਜੁੜਦੀਆਂ ਨੇਗੀਆਂ ਉੱਥੇ ਬਾਹਰਲੇ ਪਾਸੇ ਸਾਡੇ ਕੋਲੇ ਤਾਰਾਂ ਆ ਕੇ ਲੱਗਦੀਆਂ ਨੇ, ਫੇਸ ਆ ਕੇ ਲੱਗਦੇ ਆ। ਤਾਂ ਇਹਦਾ ਇੱਕ ਰੂਪ ਹੋਰ ਹੈਗਾ, ਇੱਕ ਰੂਪ ਕਿਹੜਾ ਹੈਗਾ, ਇੱਕ ਬਾਈਂਡਿੰਗ ਆ ਸੀ, ਇੱਕ ਬਾਈਂਡਿੰਗ ਆ ਸੀ, ਇੱਕ ਬਾਈਂਡਿੰਗ ਆ ਸੀ, ਇੱਕ ਬਾਈਂਡਿੰਗ ਇੱਥੇ ਆ ਕੇ ਜੁੜੀ, ਜਿੱਥੇ ਖਤਮ ਹੋ ਰਹੀ ਅਗਲੀ ਇੱਥੇ ਜੁੜ ਗਈ, ਅਤੇ ਇੱਥੇ ਅਸੀਂ ਇੱਕ ਫੇਸ ਦੇਤਾ, ਅਸੀਂ ਇੱਕ ਫੇਸ ਇੱਥੇ ਦਾ ਇਹਨੂੰ ਆਰ ਫੇਸ ਕਹਿਤਾ। ਦੂਜੀ ਬਾਈਂਡਿੰਗ ਜਿੱਥੇ ਜੁੜੀ ਉਹਨੂੰ ਅਸੀਂ ਵਾਈ ਫੇਸ ਕਹਿਤਾ। ਤੀਜੀ ਬਾਈਂਡਿੰਗ ਜਿੱਥੇ ਜੁੜੀ ਉਹਨੂੰ ਕਿਹੜਾ ਫੇਸ ਦੇਤਾ, ਬੀ ਫੇਸ ਦੇਤਾ। ਤਾਂ ਆਹ ਜਿਹੜੀ ਬਾਈਂਡਿੰਗ ਦੱਸ ਤੈਨੂੰ ਇੱਧਰ ਸਾਫ਼-ਸਾਫ਼ ਬਣਾ ਕੇ ਦਿਖਾ ਦਿੰਨਾਗਾ ਵੀ ਜਿਹੜਾ ਆਹ ਕਨੈਕਸ਼ਨ ਨੇਗੇ ਸਾਡੇ, ਆਹ ਕਨੈਕਸ਼ਨ, ਆਹ ਡੈਲਟਾ ਦਾ ਇੱਕ ਰੂਪ ਇਹ ਵੀ ਹੈਗਾ। ਇਹ ਨਹੀਂ ਦੇਖਣਾ ਹੈਗਾ ਵੀ ਜੇ ਸਾਨੂੰ ਹਮੇਸ਼ਾ ਟਰਾਇੰਗਲ ਬਣ ਕੇ ਆਵੇਗਾ, ਨਹੀਂ, ਇਹਨੂੰ ਵੀ ਡੈਲਟਾ ਹੀ ਕਹਿੰਦੇ ਹੈਗੇ। ਇਹ ਕੁਐਸਚਨ ਮੈਂ ਪਾਇਆ ਨਹੀਂ ਹੈਗਾ ਪਰ ਪੇਪਰ 'ਚ ਆ ਸਕਦਾ। ਚਲੋ, ਟਰਾਂਸਫਾਰਮਰ ਵਿੱਚ ਬਰੀਦਰ ਦਾ ਕੀ ਕੰਮ ਹੁੰਦਾ? ਟਰਾਂਸਫਾਰਮਰ ਵਿੱਚ ਬਰੀਦਰ ਦਾ ਕੰਮ ਹੁੰਦਾ ਗਾ, ਦੱਸਿਆ ਸੀਗਾ ਤੁਹਾਨੂੰ, ਸਿਲਿਕਾ ਜੈਲ ਹੁੰਦੀ ਹੈ। ਸਿਲਿਕਾ ਜੈਲ ਕੀ ਕਰਦੀ ਹੈਗੀ, ਹਵਾ ਦੇ ਵਿੱਚ ਜਿਹੜੀ ਨਮੀ ਹੁੰਦੀ ਹੈ ਉਹਨੂੰ ਸੋਖਦੀ ਹੈ। ਜੇ ਅੱਛਾ ਨਮੀ ਅੰਦਰ ਚਲੀ ਜਾਵੇ ਕੀ ਹੋਏਗਾ, ਟਰਾਂਸਫਾਰਮਰ ਇਨਸੂਲੇਸ਼ਨ ਦਾ ਜਿਹੜਾ ਟਰਾਂਸਫਾਰਮਰ ਤੇਲ ਹੁੰਦਾ ਉਹ ਇਨਸੂਲੇਸ਼ਨ ਦਾ ਕੰਮ ਕਰਦਾ ਹੁੰਦਾ। ਉਹ ਇਨਸੂਲੇਸ਼ਨ ਦੇ ਵਿੱਚ ਜੇ ਸਾਡੇ ਕੋਲ ਪਾਣੀ ਦਾ ਕੰਟੈਂਟ ਚਲਾ ਜਾਵੇ ਤਾਂ ਉਹ ਸ਼ਾਰਟ ਸਰਕਟ ਕਰ ਸਕਦਾ, ਸਾਡੇ ਟਰਾਂਸਫਾਰਮਰ ਦੇ ਅੰਦਰਲੇ ਪਾਸੇ ਉਹ ਸ਼ਾਰਟ ਸਰਕਟ ਪੈਦਾ ਕਰ ਸਕਦਾ। ਸਭ ਤੋਂ ਮੋਸਟ ਇੰਪੋਰਟੈਂਟ ਟੌਪਿਕ, ਸਟੈਪ ਅਪ ਟਰਾਂਸਫਾਰਮਰ ਦੇ ਵਿੱਚ EMF ਪਰ ਟਰਨ ਕੀ ਹੋਏਗੀ। EMF ਪਰ ਟਰਨ ਤੁਹਾਨੂੰ ਜਦੋਂ ਕੋਰਸ ਕਰਵਾ ਰਿਹਾ ਸੀਗਾ ਮੈਂ, ਤਾਂ ਉਸ ਵੇਲੇ ਵੀ ਤੁਹਾਨੂੰ ਸਪੈਸ਼ਲ ਦੱਸਿਆ ਸੀਗਾ ਵੀ EMF ਪਰ ਟਰਨ। ਚਲੋ, ਇੱਕ ਤੋਂ ਪਹਿਲਾਂ ਕੁਐਸਚਨ ਕਰਵਾਉਂਦੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਕਹਿਣਾ, ਜੇ ਮੇਰੀ ਜੋ ਆਪਾਂ ਇਹ ਵੀਡੀਓ ਬਣਾ ਰਹੇ ਹਾਂਗੇ, ਜੇ ਤੁਹਾਨੂੰ ਇਹ ਪਸੰਦ ਆ ਰਹੀ ਹੈ ਅਤੇ ਚੀਜ਼ਾਂ ਸਮਝ ਆ ਰਹੀਆਂ ਨੇਗੀਆਂ, ਤਾਂ ਮਿਹਨਤ ਦਾ ਪਲੀਜ਼ ਮੁੱਲ ਜ਼ਰੂਰ ਪਾਓ, ਇੱਕ ਲਾਈਕ ਜ਼ਰੂਰ ਇਹਨੂੰ ਕਰਕੇ ਜਾਓ ਵੀਡੀਓ ਨੂੰ, ਅਤੇ ਆਪਣਾ ਕਮੈਂਟ ਜੋ ਵੀ ਤੁਹਾਨੂੰ ਚੰਗਾ ਲੱਗਿਆ ਮਾੜਾ ਲੱਗਿਆ ਕਮੈਂਟ ਦੇ ਵਿੱਚ ਜ਼ਰੂਰ ਦੱਸਣਾਗਾ, ਠੀਕ ਹੈ। ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਇਹਦੇ ਉੱਪਰ ਕਮੈਂਟ ਤੇ ਇਹਦੇ ਉੱਪਰ ਲਾਈਕ ਜ਼ਰੂਰ ਕਰੋ, ਠੀਕ ਹੈ। ਚਲੋ ਸਟਾਰਟ ਕਰਦੇ ਹਾਂ ਦੁਬਾਰੇ ਫਿਰ। ਸਟੈਪ ਅਪ ਟਰਾਂਸਫਾਰਮਰ ਵਿੱਚ EMF ਪਰ ਟਰਨ। ਦੇਖੋ ਰਾਜੇ, ਟਰਾਂਸਫਾਰਮਰ ਚਾਹੇ ਸਟੈਪ ਅਪ ਹੋਵੇ ਚਾਹੇ ਸਟੈਪ ਡਾਊਨ ਹੋਵੇ, ਜਦੋਂ EMF ਇਕੱਲੀ ਕਹੂ ਅਲੱਗ ਪਰ ਟਰਨ ਕਹਿਤਾ ਜੀ ਉਹਨੇ ਵੀ, ਇੱਕ ਟਰਨ ਦੇ ਉੱਪਰ ਪਰ ਟਰਨ ਦੇ ਉੱਪਰ ਵੋਲਟੇਜ ਕਿੰਨੀ ਹੁੰਦੀ ਆ, ਉਹ ਯਾਦ ਰੱਖਿਓ ਰਾਜੇ, ਉਹ ਬਰਾਬਰ ਹੁੰਦੀ ਆ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਇੱਕ ਨਿਊਮੈਰੀਕਲ ਕਰਕੇ ਦਿਖਾਉਣਾ ਤੁਹਾਨੂੰ ਮੈਂ ਤੁਹਾਨੂੰ ਕਹਿਣਾ ਵੀ ਪ੍ਰਾਇਮਰੀ ਦੇ ਵਿੱਚ 10 ਟਰਨਾਂ ਨੇਗੀਆਂ, ਟਰਨਾਂ ਪ੍ਰਾਇਮਰੀ ਟਰਨਾਂ 10 ਨੇ, ਅਤੇ ਵੋਲਟੇਜ ਜਿਹੜੀ ਇੱਥੇ ਹੈਗੀ ਉਹ ਹੈਗੀ ਆ 20 ਵੋਲਟ, ਅਤੇ ਸੈਕੰਡਰੀ ਦੇ ਵਿੱਚ ਟਰਨਾਂ ਕਿੰਨੀਆਂ ਨੇਗੀਆਂ, ਸਪੋਜ਼ ਕਰੋ ਇੱਥੇ 10 ਨੇ, ਇੱਥੇ ਆਪਾਂ 5 ਟਰਨਾਂ ਪਾ ਲਈਆਂ, T2 ਸੈਕੰਡਰੀ ਟਰਨਾਂ। ਤਾਂ ਹੁਣ ਸਾਨੂੰ ਪਤਾ ਜੀ ਟਰਨਾਂ ਅੱਧੀਆਂ ਨੇਗੀਆਂ, ਤਾਂ ਵੋਲਟੇਜ ਕੀ ਰਹਿ ਜੂ, ਅੱਧੀ ਰਹਿ ਜੂਗੀ ਨਾ, ਇੱਥੇ ਵੋਲਟੇਜ ਕਿੰਨੀ ਰਹੂਗੀ, 10 ਰਹੂਗੀ ਨਾ। ਤੁਹਾਨੂੰ ਕਿਹਾ ਸੀਗਾ ਵੋਲਟੇਜ ਪਰ ਟਰਨ, ਕੁੱਲ ਵੋਲਟੇਜ ਕਿੰਨੀ ਹੈਗੀ 20, ਟਰਨਾਂ ਕਿੰਨੀਆਂ ਨੇ 10, ਕੱਟ ਕੇ ਕਿੰਨਾ ਆ ਗਿਆ 2। ਹੁਣ ਇੱਧਰਲੇ ਪਾਸੇ ਆਇਓ ਸੈਕੰਡਰੀ ਸਾਈਡ ਦੇ ਵਿੱਚ, ਤਾਂ ਆਪਾਂ ਉੱਪਰ ਦੇਖੋਗੇ ਕੀ ਲਿਖਿਆ ਸੀਗਾ, ਕੀ ਲਿਖੀ ਸੀ V1, ਹੇਠਾਂ ਕੀ ਲਿਖਿਆ ਸੀਗਾ, ਟਰਨਾਂ ਲਿਖੀਆਂ ਸੀਗੀਆਂ T1। ਉਸੇ ਤਰੀਕੇ ਨਾਲ ਸੈਕੰਡਰੀ ਸਾਈਡ 'ਤੇ ਕਰ ਲਓ, V2 ਡਿਵਾਈਡ ਬਾਈ T2। V2 ਕਿੰਨਾ ਸਾਡਾ ਸੈਕੰਡਰੀ ਸਾਈਡ ਦੇ ਉੱਪਰ ਵੋਲਟੇਜ 10 ਆ ਗਈ, ਟਰਨਾਂ ਕਿੰਨੀਆਂ ਨੇਗੀਆਂ 5 ਨੇਗੀਆਂ, ਕਿੰਨਾ ਆ ਗਿਆ 2 ਆ ਗਿਆ। ਤਾਂ ਦੋਨੇ ਪਾਸੇ ਨਾਲ ਇਹ ਜਦ ਸਾਨੂੰ ਪਤਾ ਹੀ ਪ੍ਰਾਇਮਰੀ ਦੇ ਵਿੱਚ 20 ਵੋਲਟ ਸੀ, ਸੈਕੰਡਰੀ ਦੇ ਵਿੱਚ 10 ਸੀ, ਵੋਲਟੇਜ ਘਟ ਰਹੀ ਸੀ, ਪਰ ਟਰਨ ਸਾਡੀਆਂ ਜਿਹੜੀ ਟਰਨ ਪਰ ਵੋਲਟੇਜ ਜਿਹੜੀ ਵੋਲਟੇਜ ਪਰ ਟਰਨ ਆ ਉਹ ਸਾਡੀ ਸੇਮ ਰਹੀ ਹੈਗੀ, ਉਹ ਨਹੀਂ ਬਦਲਦੀ ਹੁੰਦੀ ਹੈਗੀ। ਤਾਂ ਹੀ ਤਾਂ ਉਹ ਹੁੰਦਾ, ਤਾਂ ਹੀ ਤਾਂ ਇਹ ਗੱਲ ਆਪਾਂ ਕਹਿੰਦੇ ਵੀ ਜਿੰਨੀਆਂ ਟਰਨਾਂ ਵੱਧ, ਇੱਕ ਟਰਨ ਦੇ ਉੱਪਰ ਵੋਲਟੇਜ ਤਾਂ ਬਰਾਬਰ ਰਹਿੰਦੀ ਹੈ ਨਾ। ਮੰਨ ਲਓ ਇੱਕ ਬੈਟਰੀ ਆ ਬਹੁਤ ਵੱਡੀ, ਦੇ ਵਿੱਚ ਸੈੱਲ ਲੱਗੇ ਹੋਏ 2 ਵੋਲਟ ਦੇ, 2 ਵੋਲਟ ਦੇ ਸੈੱਲ ਨੇਗੇ। ਹੁਣ ਜਿਹਦੇ ਵਿੱਚ 10 ਸੈੱਲ ਲੱਗੇ ਹੋਣਗੇ ਉਹਦੀ ਕੁੱਲ ਵੋਲਟੇਜ ਕਿੰਨੀ ਬਣੂ 20 ਵੋਲਟ। ਜਿਹਦੇ ਵਿੱਚ ਇਹ ਜੇ 20 ਸੈੱਲ ਲੱਗੇ ਹੋਣਗੇ 2 ਵੋਲਟ ਦੇ, ਉਹਦੀ ਵੋਲਟੇਜ ਕਿੰਨੀ ਬਣੂ ਬੈਟਰੀ ਦੀ 40 ਵੋਲਟ ਜੋ ਸੀਰੀਜ਼ ਚਲਾਵਾਂਗੇ। ਪਰ ਜੇ ਮੈਂ ਪੁੱਛਾਂ ਵੀ 20 ਵੋਲਟ ਵਾਲੀ ਬੈਟਰੀ ਦੇ ਇੱਕ ਸੈੱਲ ਦੇ ਉੱਪਰ ਵੋਲਟੇਜ ਕਿੰਨੀ ਆ, 2 ਵੋਲਟ ਹੀ ਹੈ ਨਾ। ਜਾਂ ਫਿਰ ਮੈਂ ਪੁੱਛਾਂ 40 ਸੈੱਲ ਵਾਲੀ ਬੈਟਰੀ ਦੇ ਵਿੱਚ ਜਿਹੜੀ ਇੱਕ ਸੈੱਲ ਦੇ ਉੱਪਰ ਵੋਲਟੇਜ ਉਹ ਕਿੰਨੀ ਆ, ਉਹ ਤਾਂ 2 ਹੈ ਨਾ, ਉਹ ਥੋੜ੍ਹਾ ਵੱਧ ਘੱਟ ਹੈਗੀ। ਉਹ ਤਾਂ ਜੇ ਨੰਬਰ ਵੱਧ ਗਿਆ ਤਾਂ ਵੋਲਟੇਜ ਵੱਧ ਗਈ, ਉਹੀ ਗੱਲ ਇਹਦੇ ਵਿੱਚ ਆ, ਟਰਨਾਂ ਦਾ ਨੰਬਰ ਵੱਧ ਗਿਆ ਤਾਂ ਵੋਲਟੇਜ ਵੱਧ ਗਈ, ਅਦਰਵਾਈਜ਼ ਇੱਕ ਟਰਨ ਦੇ ਉੱਪਰ ਵੋਲਟੇਜ ਤਾਂ ਉਹੀ ਰਹਿੰਦੀ ਹੁੰਦੀ ਹੈ। ਓਕੇ ਜੀ। ਅਗਲਾ ਜਿਹੜਾ ਸਾਡਾ ਕੁਐਸਚਨ ਹੈਗਾ, ਉਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈਗਾ ਕਿ ਟਰਾਂਸਫਾਰਮਰ ਦੇ ਅੰਦਰ ਸਭ ਤੋਂ ਅਧਿਕ ਗਰਮ ਹੋਣ ਵਾਲਾ ਹਿੱਸਾ ਕਿਹੜਾ ਹੈ, ਕਿਹੜਾ ਭਾਗ ਸਭ ਤੋਂ ਵੱਧ ਗਰਮ ਹੁੰਦਾ। ਹੁਣ ਗਰਮੀ ਕਿਸੇ ਟਰਾਂਸਫਾਰਮਰ ਦੇ ਅੰਦਰ ਪੈਦਾ ਕਿਉਂ ਹੁੰਦੀ ਹੈ? ਗਰਮੀ ਉਦੋਂ ਪੈਦਾ ਹੁੰਦੀ ਹੈ ਕਿ ਸਾਨੂੰ ਪਤਾ ਜਦੋਂ ਕਿਸੇ ਤਾਰ ਦੇ ਵਿੱਚ ਕਰੰਟ ਲੰਘਦਾ ਹੈਗਾ ਤਾਂ I²R ਕਰਕੇ ਗਰਮੀ ਪੈਦਾ ਹੁੰਦੀ ਹੈ। ਇਹਨਾਂ ਲੌਸਿਸ ਨੂੰ ਆਪਾਂ ਕਿਹੜੇ ਲੌਸਿਸ ਕਹਿੰਦੇ ਹਾਂ? ਆਪਾਂ ਕਾਪਰ ਲੌਸ, ਜਾਂ ਫਿਰ ਇਹਨੂੰ ਆਪਾਂ ਕਹਿੰਦੇ ਹਾਂ ਓਹਮਿਕ ਲੌਸ, ਜਾਂ ਫਿਰ ਆਪਾਂ ਇਹਨਾਂ ਲੌਸਿਸ ਨੂੰ ਕੀ ਕਹਿੰਦੇ ਆਂਗੇ, ਜਿਹੜੀ ਹੀਟ ਇਹਨਾਂ ਦੁਆਰਾ ਪੈਦਾ ਹੁੰਦੀ ਹੈ, ਕਿਹੜੇ ਲੌਸ ਕਹਿੰਦੇ ਆਂਗੇ ਆਪਾਂ ਇਹਨਾਂ ਨੂੰ?
ਕਾਪਰ ਓਹਮਿਕ ਜਾਂ ਫਿਰ ਆਪਾਂ ਕਹਿੰਦੇ ਆ ਵਾਈਂਡਿੰਗ ਲਾਸ ਵੀ ਇਹਨਾਂ ਦੀ ਨਾਮ ਆਗਾ ਨਾ। ਤਾਂ ਜਦ ਇਹ ਲਾਸ ਆ ਜਿਹੜੇ ਇਹਦੇ ਕਰਕੇ ਹੀ ਹੀਟ ਪੈਦਾ ਹੁੰਦੀ ਆ, ਤਾਂ ਇਹ ਹੀਟ ਪੈਦਾ ਹੋ ਕੀ ਚ ਰਹੀ ਆ, ਵਾਈਂਡਿੰਗ ਦੇ ਵਿੱਚ ਰਹੀ ਆ। ਤਾਂ ਸਭ ਤੋਂ ਪਹਿਲਾਂ ਤਾਂ ਵਾਈਂਡਿੰਗ ਹੀ ਗਰਮ ਹੋਏਗੀ ਨਾ। ਤਾਂ ਸਭ ਤੋਂ ਪਹਿਲਾਂ ਵਾਈਂਡਿੰਗ ਗਰਮ ਹੋਏਗੀ, ਵਾਈਂਡਿੰਗ ਦੇ ਨਾਲ ਜਿਹੜੀਆਂ ਲੱਗਵੀਆਂ ਚੀਜ਼ਾਂ ਉਹ ਬਾਅਦ ਦੇ ਵਿੱਚ ਗਰਮ ਹੋਣਗੀਆਂ। ਜੇ ਤੁਸੀਂ ਕਹੋ ਵੀ ਕੋਰ ਦੇ ਵਿੱਚ ਵੀ ਲਾਸ ਹੁੰਦੇ ਆ, ਬਟ ਕੋਰ ਦੇ ਵਿੱਚ ਜਿਹੜੀ ਲਾਸ ਹੁੰਦੇ ਹੈਗੇ ਉਹ ਬਹੁਤ ਘੱਟ ਹੁੰਦੇ ਨੇਗੇ। ਪਰ ਜਿਹੜੇ ਸਾਡੇ ਵਾਈਂਡਿੰਗ ਦੇ ਲਾਸ ਹੁੰਦੇ ਹੈਗੇ ਉਹ ਕਰੰਟ 'ਤੇ ਡਿਪੈਂਡ ਕਰਦੇ ਆ। ਜਿਉਂ ਸਾਡਾ ਕਰੰਟ ਵਧੀ ਜਾਂਦਾ ਤਿਉਂ ਤੋਂ ਸਾਡੇ ਲਾਸ ਆ ਜਿਹੜੇ ਉਹ ਬਹੁਤ ਜ਼ਿਆਦਾ ਵਧੀ ਜਾਂਦੇ ਆ। ਨੋ ਲੋਡ ਦੇ ਉੱਪਰ ਘੱਟ ਹੁੰਦੇ ਆ, ਪਰ ਜਿਉਂ ਫੁੱਲ ਲੋਡ ਹੁੰਦਾ ਇਹ ਲਾਸ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਵੱਧਦੇ ਆ। ਹੀਟ ਸਭ ਤੋਂ ਵੱਧ ਜਿਹੜੀ ਪੈਦਾ ਹੁੰਦੀ ਹੈਗੀ ਉਹ ਕਿਹਦੇ ਕਰਕੇ ਹੁੰਦੀ ਹੈਗੀ, ਵਾਈਂਡਿੰਗ ਦੇ ਵਿੱਚ ਪੈਦਾ ਹੁੰਦੀ ਹੈਗੀ। ਹਾਂ, ਜੇ ਹੁਣ ਇਹ ਗੱਲ ਕਹਿ ਦਿੱਤੀ ਜਾਵੇ ਵੀ ਨੋ ਲੋਡ ਆ, ਲੋਡ ਸਾਡੇ ਕੋਲ ਹੈ ਹੀ ਨਹੀਂ, ਸਾਡੇ ਕੋਲ ਬਿਲਕੁਲ ਲੋਡ ਨਹੀਂ, ਉਸ ਵੇਲੇ ਸਭ ਤੋਂ ਵੱਧ ਗਰਮ ਕੀ ਹੋਊ, ਉਸ ਵੇਲੇ ਕੋਰ ਗਰਮ ਹੋਊਗੀ। ਕਿਉਂਕਿ ਜਿਹੜੇ ਕੋਰ ਦੇ ਲਾਸ ਹੁੰਦੇ ਉਹ ਤਾਂ ਨੋ ਲੋਡ ਦੇ ਉੱਪਰ ਵੀ ਪੂਰੇ ਦੇ ਪੂਰੇ ਪੈਦਾ ਹੋ ਜਾਂਦੇ ਹੈਗੇ। ਤਾਂ ਗੱਲਾਂ ਨੂੰ ਰਿਲੇਟ ਕਰ ਪਾ ਰਹੇ ਹੋ ਨਾ, ਸਮਝ ਰਹੇ ਹੋ ਨਾ ਇਹ ਗੱਲਾਂ ਨੂੰ। ਚਲੋ ਅੱਗੇ ਚੱਲਦੇ ਆਂਗੇ ਆਪਾਂ। ਅਗਲਾ ਪੁੱਛ ਰਿਹਾ ਹੈਗਾ ਤੁਹਾਨੂੰ, ਟਰਾਂਸਫਾਰਮਰ ਵਿੱਚ ਨੋ ਲੋਡ ਕਰੰਟ ਫੁੱਲ ਲੋਡ ਕਰੰਟ ਦਾ ਕਿੰਨੇ % ਹੁੰਦਾ ਹੈ। ਫੁੱਲ ਲੋਡ ਕਰੰਟ ਮੰਨ ਲਓ ਜੇ ਤੁਹਾਡਾ 100 ਐਂਪੀਅਰ ਹੈਗਾ, ਤੇ ਜੇ ਤੁਸੀਂ ਬਿਲਕੁਲ ਵੀ ਲੋਡ ਨਹੀਂ ਪਾਇਆ ਤਾਂ ਲੋਡ ਦੇ ਉੱਪਰ ਕਿੰਨਾ ਕੁ ਹੋਏਗਾ, ਉਹ ਲਗਭਗ 2.5 ਐਂਪੀਅਰ ਕਰੰਟ ਜਾਂ 3 ਐਂਪੀਅਰ ਕਰੰਟ ਜਾਂ 4 ਐਂਪੀਅਰ ਕਰੰਟ ਵੱਧ ਤੋਂ ਵੱਧ ਇੰਨਾ ਹੋਏਗਾ। ਤਾਂ ਸਾਡੇ ਕੋਲੇ ਸੱਸਾ ਆਏਗਾ ਇਹਦਾ ਵੀ 1 ਤੋਂ ਲੈ ਕੇ 3%, ਕਿੰਨਾ ਵੀ ਇੰਨਾ ਕੁ ਹੋ ਸਕਦਾ ਨੋ ਲੋਡ ਜਿਹੜਾ ਕਰੰਟ ਹੋਏਗਾ ਫੁੱਲ ਲੋਡ ਕਰੰਟ ਦਾ, ਸਿਰਫ 1 ਤੋਂ 3% ਹੁੰਦਾ ਹੈਗਾ। ਠੀਕ ਹੈ ਜੀ। ਚਲੋ, ਸਿੰਗਲ ਫੇਸ ਟਰਾਂਸਫਾਰਮਰ ਵਿੱਚ ਦੋਨੋਂ ਵਾਈਂਡਿੰਗਾਂ ਵਿੱਚ ਉਤਪੰਨ ਵੋਲਟੇਜ, ਸਿੰਗਲ ਫੇਸ ਟਰਾਂਸਫਾਰਮਰ ਵਿੱਚ ਦੋਨੇ ਵਾਈਂਡਿੰਗਾਂ 'ਚ ਵੋਲਟੇਜ ਜਿਹੜੀ ਹੁੰਦੀ ਹੈ, ਦੋਨੇ ਵਾਈਂਡਿੰਗਾਂ ਦੀ ਜਿਹੜੀ ਵੋਲਟੇਜ ਹੁੰਦੀ ਹੈ, ਕਿਹੜੀ ਵੋਲਟੇਜ, V1 ਤੇ V2, ਇਹ ਆਪਸ ਦੇ ਵਿੱਚ ਕੀ ਹੁੰਦੀ ਹੈਗੀ, ਆਊਟ ਆਫ ਫੇਸ ਹੁੰਦੀ ਹੈਗੀ। ਆਊਟ ਆਫ ਫੇਸ ਕਿੰਨੇ, ਆਊਟ ਆਫ ਫੇਸ ਕਿੰਨਾ ਹੁੰਦਾ ਹੈਗਾ, 180 ਡਿਗਰੀ। ਆਊਟ ਆਫ ਫੇਸ 180, ਆਊਟ ਆਫ ਫੇਸ ਨਹੀਂ ਹੈਗਾ, ਆਊਟ ਆਫ ਫੇਸ ਤਾਂ ਹੁੰਦਾ ਮਤਲਬ ਇੱਕ ਫੇਸ ਇੱਥੇ ਆ, ਇੱਕ ਦੂਜਾ ਇੱਥੇ ਹੈਗਾ। 180 ਦਾ ਮਤਲਬ ਵੀ ਪਿਓਰ, ਜਿਹੜਾ ਤੁਹਾਨੂੰ ਜੀ ਟਰਾਂਸਫਾਰਮਰ ਦੀ ਫੇਜ਼ਰ ਡਾਇਗਰਾਮ ਯਾਦ ਆ ਤਾਂ ਉੱਪਰ V1 ਸੀਗੀ ਤੁਹਾਡੀ, ਤਾਂ ਹੇਠਾਂ ਜਿਹੜੀ ਸੀਗੀ ਤੁਹਾਡੀ V2 ਸੀਗੀ, ਇੱਧਰਲੇ ਪਾਸੇ ਤੁਹਾਡੇ ਕੋਲੇ IM ਸੀਗਾ। ਇਹ ਤਾਂ ਬੱਚੇ ਹੁਣ ਉਹਨੂੰ ਇਹ ਪਤਾ ਲੱਗੇਗਾ ਜਿਹਨੇ ਅੱਧਾ ਘੰਟਾ ਗਾਲਿਆ ਗਾ, ਹੈ ਨਾ, ਜਿਹਨੇ ਸਿਲੇਬਸ ਲੈਤਾ ਹੋਇਆਗਾ। ਜਿਹਨੇ ਨਹੀਂ ਕਰ ਰਹੇ ਹੈਗੇ, ਜਿਹੜੇ ਰੱਟੇ ਮਾਰ ਰਹੇ ਆ ਉਹ ਰੱਟਾ ਮਾਰ ਲਓ ਵੀ 180 ਡਿਗਰੀ ਆਏਗਾ। ਜਿਹਨੇ ਕੀਤਾ ਹੋਇਆ ਉਹਨੂੰ ਤਾਂ ਚੰਗੀ ਤਰ੍ਹਾਂ ਪਤਾ ਹੀ ਇਹਦੇ ਬਾਰੇ। ਅਗਲਾ ਕੁਐਸਚਨ, ਇਹ ਟਰਾਂਸਫਾਰਮਰ ਦੇ ਵਿੱਚ ਰਜੇ ਥੋੜ੍ਹੀ ਜਿਹੀ ਗਲਤੀ ਹੈ, ਇੱਥੇ 500 ਦੀ ਥਾਂ ਇੱਥੇ 50,000 ਦੀ ਥਾਂ 'ਤੇ 500 ਵਾਟ ਆ। ਹੁਣ ਪੜ੍ਹਦੇ ਹਾਂ ਕੁਐਸਚਨ, ਜੇ ਕਿਸੇ ਟਰਾਂਸਫਾਰਮਰ ਦੇ ਵਿੱਚ ਕਾਪਰ ਲਾਸ ਆ ਜਿਹੜੇ 500 ਵਾਟ ਹੋਣ, ਕਾਪਰ ਲਾਸ 500 ਵਾਟ ਨੇਗੇ, ਤਾਂ ਅਧਿਕਤਮ ਸਮਰੱਥਾ ਦੇ ਲਈ ਆਇਰਨ ਲਾਸ ਕੀ ਹੋਣਗੇ, ਕੀ ਹੋਣੇ ਚਾਹੀਦੇ ਹੈਗੇ ਆਇਰਨ ਲਾਸ। ਆਪਾਂ ਪਿੱਛੇ ਪੜ੍ਹ ਕੇ ਆਏ ਹੈਗੇ ਕਿ ਵੱਧ ਤੋਂ ਵੱਧ ਜਿਹੜੀ ਐਫੀਸ਼ੀਐਂਸੀ ਹੁੰਦੀ ਹੈਗੀ ਉਹ ਕਦੋਂ ਹੁੰਦੀ ਹੈਗੀ, ਜਦੋਂ ਆਇਰਨ ਲਾਸ ਤੇ ਕਾਪਰ ਲਾਸ ਬਰਾਬਰ ਹੋਣ। ਆਇਰਨ ਲਾਸ ਤੇ ਕਾਪਰ ਲਾਸ ਜਦੋਂ ਬਰਾਬਰ ਹੋਣ, ਉਸ ਵੇਲੇ ਸਾਡੇ ਕੋਲੇ ਕਾਰਜ ਕੁਸ਼ਲਤਾ ਜਿਹੜੀ ਹੁੰਦੀ ਆ ਉਹ ਮੈਕਸਿਮਮ ਹੁੰਦੀ ਆ। ਤਾਂ ਅਧਿਕਤਮ ਸਮਰੱਥਾ ਕਹਿ ਲਓ, ਚਾਹੇ ਅਧਿਕਤਮ ਸਾਡੇ ਕੋਲੇ ਕਾਰਜ ਕੁਸ਼ਲਤਾ ਕਹਿ ਲਓ, ਚਾਹੇ ਐਫੀਸ਼ੀਐਂਸੀ ਕਹਿ ਦੇਵੇ। ਤਾਂ ਜਿੰਨੇ ਸਾਡੇ ਕਾਪਰ ਲਾਸ ਆ ਉਨੇ ਸਾਡੇ ਕੋਲੇ ਕੀ ਹੋਣੇ ਚਾਹੀਦੇ ਹੈਗੇ, ਆਇਰਨ ਲਾਸ ਵੀ ਹੋਣੇ ਚਾਹੀਦੇ। 500 ਆਨਸਰ ਆਏਗਾ। ਅਗਲਾ ਟੌਪਿਕ ਜਿਹੜਾ ਅਸੀਂ ਦੇਖੋ, ਬੜਾ ਇੰਪੋਰਟੈਂਟ ਟੌਪਿਕ ਹੈ ਇਹ, ਕਿਹੜਾ ਟਰਾਂਸਫਾਰਮਰ ਆਕਾਰ ਦੇ ਵਿੱਚ ਸਭ ਤੋਂ ਛੋਟਾ ਹੋਵੇਗਾ। ਹੁਣ ਗੱਲ ਇਹ ਹੈਗੀ, ਅਸੀਂ ਕਹਿੰਦੇ ਹੁੰਦੇ ਵੀ ਜਿਹਦੀ ਪਾਵਰ ਵੱਡੀ ਹੈਗੀ ਉਹ ਵੱਡਾ ਹੋਏਗਾ, ਜਿਹਦੀ ਪਾਵਰ ਛੋਟੀ ਆ ਉਹ ਛੋਟਾ ਹੋਏਗਾ। ਇਸ ਤੇ ਪਾਵਰ ਦੇਖਣ ਜਾਣਦੇ ਆ, ਤਾਂ ਪਾਵਰ ਦੇ ਹਿਸਾਬ ਨਾਲ ਦੇਖਾਂਗੇ ਤਾਂ ਪਾਵਰ ਦੇ ਹਿਸਾਬ ਨਾਲ ਤਾਂ ਸਾਰੀ ਸਹੀ ਆ। ਆ ਵੀ 5 kV ਦਾ, 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 ਫਿਰ ਸਾਨੂੰ ਬਰਾਬਰ ਦਿਖਣਗੇ। ਤਾਂ ਬੱਚਿਓ ਇਹ ਟਰਾਂਸਫਾਰਮਰ ਦੇ ਵਿੱਚ ਅਸੀਂ ਯਾਦ ਰੱਖਣਾ, ਜਿਹਦੀ ਫ੍ਰੀਕੁਐਂਸੀ ਵੱਧ ਤੋਂ ਵੱਧ ਹੁੰਦੀ ਹੈਗੀ ਉਹਦਾ ਜਿਹੜਾ ਸਾਈਜ਼ ਹੁੰਦਾ ਉਹ ਸਭ ਤੋਂ ਛੋਟਾ ਹੁੰਦਾ, ਸਾਈਜ਼ ਉਹਦਾ ਘੱਟ ਹੁੰਦਾ ਗਾ। ਉਹਦਾ ਤੁਹਾਨੂੰ ਮੈਂ ਕਾਰਨ ਦੱਸਦਾ ਕੀ ਹੁੰਦਾ। ਦੇਖੋ ਜੀ, ਸੈਕੰਡਰੀ ਸਾਈਡ ਦੇ ਵਿੱਚ ਵੋਲਟੇਜ ਜਿਹੜੀ ਹੁੰਦੀ ਹੈਗੀ ਉਹ ਕਿੰਨੀ ਵੋਲਟੇਜ ਪੈਦਾ ਹੋਵੇਗੀ, ਉਹ ਡਿਪੈਂਡ ਕਰਦਾ ਹੁੰਦਾ ਗਾ NdΦ/dt 'ਤੇ। ਜਿਹਨੇ ਮੈਗਨੈਟਿਕ ਸਰਕਟ ਕੀਤਾ ਪਤਾ ਹੋਏਗਾ ਵੀ ਜਿੰਨੀਆਂ ਨੰਬਰ ਆਫ ਟਰਨਾਂ ਵੱਧ ਹੋਣਗੀਆਂ ਉਨੀ ਵੋਲਟੇਜ ਵੱਧ ਹੋਊਗੀ, N2 ਆਊਗਾ ਇੱਥੇ, ਕਿਉਂਕਿ ਸੈਕੰਡਰੀ ਦੀ ਗੱਲ ਕਰ ਰਹੇ ਹਾਂਗੇ। ਜਾਂ ਫਿਰ ਜਿੰਨੇ ਵਾਰ ਉਹ ਵੱਧ ਬਦਲੂਗੀ, ਕਦੇ ਵਧੂਗੀ ਕਦੇ ਘਟੂਗੀ, ਕਦੇ ਵਧੂਗੀ ਕਦੇ ਘਟੂਗੀ, ਜਿੰਨੀ ਵਾਰ ਵਧੂ ਘਟੂਗੀ ਉਨੀ ਸਾਡੇ ਕੋਲੇ ਛੇਤੀ ਉਹ ਹੋਏਗੀ, ਜੇ ਉਨੀ ਸਾਡੇ ਕੋਲੇ ਜ਼ਿਆਦਾ ਵੋਲਟੇਜ ਪੈਦਾ ਹੋਏਗੀ। ਤਾਂ ਇਹਨਾਂ ਦੋਨਾਂ ਗੱਲਾਂ ਦੇ ਵਿੱਚੋਂ ਟਰਨਾਂ ਦੀ ਕੋਈ ਗੱਲ ਨਹੀਂ ਕੀਤੀ ਕਿ ਜੇ ਸਾਡੇ ਕੋਲੇ ਫ੍ਰੀਕੁਐਂਸੀ ਬਹੁਤ ਜ਼ਿਆਦਾ ਹੋਵੇ ਤਾਂ ਸਾਨੂੰ ਫਲਕਸ ਵੀ ਉਨੀ ਜ਼ਿਆਦਾ ਪੈਦਾ ਕਰਨ ਦੀ ਲੋੜ ਨਹੀਂ ਹੈਗੀ। ਸਾਡੇ ਕੋਲੇ ਜਿੰਨੀ dΦ/dt ਵੱਧ ਹੋਏਗਾ ਰੇਸ਼ੋ, ਉਨੀ ਸਾਡੇ ਕੋਲੇ ਜਿਹੜਾ ਹੋਏਗਾ ਵੋਲਟੇਜ ਵੱਧ ਪੈਦਾ ਹੋ ਜਾਏਗੀ, ਘੱਟ ਫਲਕਸ ਦੇ ਨਾਲ ਵੀ। ਕਲੀਅਰ ਹੋ ਗਈ। ਚਲੋ ਇੱਥੋਂ ਸ਼ਾਇਦ ਤੁਹਾਨੂੰ ਨਾ ਪਤਾ ਲੱਗੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਇੱਕ ਤਾਂ ਤੁਹਾਡੇ ਕੋਲੇ ਆਹ ਡਾਂਗ ਆ ਗਈ ਬਹੁਤ ਵੱਡੀ, ਇੱਕ ਤੁਹਾਡੇ ਕੋਲੇ ਪਤਲੀ ਜੀ ਡਾਂਗ ਆ ਤੂਤ ਦੀ।
ਆਹ ਡਾਂਗ ਜਦੋਂ ਕਿਸੇ ਦੇ ਪਊਗੀ ਤਾਂ ਸੱਟ ਜ਼ਿਆਦਾ ਵੱਜੂਗੀ ਨਾ। ਬਿਲਕੁਲ ਸਹੀ ਗੱਲ ਆ। ਬਾਂਸ ਦੀ ਡਾਂਗ ਮਾਰੀ ਹੋਵੇ ਕਿਸੇ ਦੇ ਤਾਂ ਸੱਟ ਵੱਜੂਗੀ ਨਾ। ਪਰ ਜੇ ਹੁਣ ਜਿਹੜੀ ਆਹ ਛਟੀ ਹੈਗੀ ਇਹ ਉਨੀ ਮੋਟੀ ਨਹੀਂ ਹੈਗੀ, ਪਤਲੀ ਆ, ਤੇ ਉਨੀ ਸੱਟ ਮਾਰਨ ਵਾਸਤੇ ਸਾਨੂੰ ਕੀ ਕਰਨਾ ਪਊਗਾ, ਇਹਨੂੰ 10 ਵਾਰੀ ਮਾਰੋ। ਉਹੀ ਇੱਕੋ ਹੀ ਥਾਂ ਦੇ ਉੱਪਰ ਇਸ ਛਟੀ ਨੂੰ ਇੱਕ ਦੀ ਥਾਂ ਤੇ 10 ਵਾਰੀ ਹਿੱਟ ਕਰੋ। ਤਾਂ ਹੁਣ 10 ਵਾਰੀ ਜਾਂ 20 ਵਾਰੀ ਹਿੱਟ ਕਰਨ ਦੇ ਨਾਲ ਹੋ ਸਕਦਾ ਇਹਦੀ ਸੱਟ ਦੇ ਬਰਾਬਰ ਸੱਟ ਆ ਜੇ। ਤਾਂ ਮੇਰੀ ਗੱਲ ਸਮਝ ਰਹੇ ਹੋ? ਜਾਂ ਤਾਂ ਜਿਹੜੀ ਕ੍ਰਮਵਾਰਤਾ ਹੈਗੀ ਬਾਰ ਮਾਰੋ, ਜਾਂ ਵੱਡੀ ਸੋਟੀ ਹੋਊ ਤਾਂ ਇੱਕ ਵਾਰ ਨਾਲ ਹੋ ਜਾਊਗਾ। ਤਾਂ ਕਹਿਣ ਦਾ ਭਾਵ ਕੀ ਆ, ਜੇ ਸਾਡੇ ਕੋਲੇ ਬਾਰ ਜੇ ਸਾਡੇ ਕੋਲ d5/dt ਵੱਧ ਹੋਣ ਦਾ ਮਤਲਬ ਵੀ 1 ਸੈਕਿੰਡ ਦੇ ਵਿੱਚ ਇੱਕ ਫਲਕਸ ਤਾਂ ਵੱਧ ਰਹੀ ਆ, ਸਿਰਫ 10 ਵਾਰੀ ਵੱਧ ਘਟ ਰਹੀ ਆ। ਇੱਕ ਸੈਕਿੰਡ ਦੇ ਵਿੱਚ 100 ਵਾਰੀ ਵੱਧ ਘਟ ਰਹੀ ਆ। ਤਾਂ ਜਿਹੜੀ 100 ਵਾਰੀ ਵੱਧ ਘਟ ਰਹੀ ਹੈਗੀ ਉਹਦੀ ਸੱਟ ਜ਼ਿਆਦਾ ਵੱਜੇਗੀ, ਉਹ ਪਤਲੀ ਨਾਲ ਹੀ ਸਰ ਜੂਗਾ। ਇਹਦੇ ਬਰਾਬਰ ਸੱਟ ਪੈਦਾ ਕਰਨ ਵਾਸਤੇ ਉਹ ਪਤਲੀ ਡਾਂਗ ਨਾਲ ਹੀ ਸਰ ਜਾਏਗਾ। ਉਸੇ ਤਰੀਕੇ ਨਾਲ ਜਿਹੜੀ ਕੋਰ ਹੋਏਗੀ ਉਹ ਬਰੀਕ ਕੋਰ ਦੇ ਨਾਲ ਹੀ ਸਰ ਜਾਏਗਾ। ਛੋਟੀ ਪਤਲੀ ਕੋਰ ਦੇ ਨਾਲ ਹੀ ਸਾਡੇ ਕੋਲੇ ਵੱਧ ਵੋਲਟੇਜ ਪੈਦਾ ਹੋ ਜਾਏਗੀ ਜੇ ਅਸੀਂ ਇਹਦੀ ਫ੍ਰੀਕੁਐਂਸੀ ਨੂੰ ਬਹੁਤ ਜ਼ਿਆਦਾ ਵਧਾ ਦਾਂਗੇ। ਤਾਂ ਉਹੀ ਚੀਜ਼ ਇਹ ਕਹਿ ਰਿਹਾ ਕਿ ਜੇ ਸਾਡੇ ਕੋਲੇ ਫ੍ਰੀਕੁਐਂਸੀ ਜ਼ਿਆਦਾ ਹੋਵੇ ਤਾਂ ਸਾਈਜ਼ ਘੱਟ ਨਾਲ ਸਰ ਜਾਏਗਾ, ਕਿਉਂਕਿ ਜਿੰਨੀ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਆ ਓਨੀ ਸਾਡੀ ਫਲਕਸ ਡੈਂਸਿਟੀ ਜਿਹੜੀ ਹੁੰਦੀ ਹੈਗੀ ਉਹ ਵੱਧ ਜਾਂਦੀ ਆ। ਫਲਕਸ ਡੈਂਸਿਟੀ ਜਿੰਨੀ ਵੱਧ ਹੋਏਗੀ ਉਹਨਾਂ ਸਾਡਾ ਜਿਹੜਾ ਸਾਈਜ਼ ਹੋਏਗਾ ਉਹ ਛੋਟਾ ਹੋਏਗਾ ਟਰਾਂਸਫਾਰਮਰ ਦਾ। ਅੱਗੇ ਚੱਲੋ ਜੀ, ਇੱਕ ਸਟੈਪ ਅਪ ਟਰਾਂਸਫਾਰਮਰ ਘੱਟ ਕਰਦਾ ਹੈ। ਦੇਖੋ ਇਹ ਤਾਂ ਪੁੱਠਾ ਜਿਹੜੀ ਗੱਲ ਨਹੀਂ ਹੋਗੀ। ਸਟੈਪ ਅਪ ਟਰਾਂਸਫਾਰਮਰ ਕੀ ਕਰਦਾ? ਵੋਲਟੇਜ ਨੂੰ ਵਧਾਉਂਦਾ। ਹੁਣ ਇਹ ਪੁੱਛਦਾ ਘੱਟ ਕੀ ਕਰਦਾ? ਤਾਂ ਵੋਲਟੇਜ ਜਦੋਂ ਵੱਧਦੀ ਹੁੰਦੀ ਆ, ਘਟਦਾ ਕੀ ਹੁੰਦਾ ਜੀ? ਸਾਰੇ ਕੁਐਸਚਨ ਦੇ ਵਿੱਚ ਆਪਾਂ ਇੱਕੋ ਹੀ ਗੱਲ ਕਰ ਰਹੇ ਹਾਂ। ਕਰੰਟ ਦਾ ਪੰਜਾਬੀ 'ਚ ਮਤਲਬ ਕੀ ਹੁੰਦਾ? ਧਾਰਾ। ਫ੍ਰੀਕੁਐਂਸੀ ਸੇਮ ਰਹਿੰਦੀ ਆ ਨਹੀਂ ਸਕਦਾ, ਪਾਵਰ ਸੇਮ ਰਹਿੰਦੀ ਆ ਨਹੀਂ ਸਕਦਾ। ਵੋਲਟੇਜ ਜਿਹੜੀ ਹੁੰਦੀ ਹੈ ਇਹ ਵੱਧਦੀ ਹੈ, ਇਹ ਘਟਦੀ ਨਹੀਂ ਹੁੰਦੀ ਹੈਗੀ। ਤਾਂ ਕਰਕੇ ਜਿਹੜਾ ਆਨਸਰ ਆ ਸਾਡਾ ਸਹੀ ਆਨਸਰ ਉਹ ਧਾਰਾ ਹੋਵੇਗਾ। ਵੀ ਧਾਰਾ ਕਰੰਟ ਜਿਹੜਾ ਉਹ ਘਟਦਾ ਸਟੈਪ ਅਪ ਟਰਾਂਸਫਾਰਮਰ ਦੇ ਵਿੱਚ। ਟਰਾਂਸਫਾਰਮਰ ਦੀ ਕੋਰ ਨੂੰ ਲੈਮੀਨੇਟ ਕਰਨ ਦਾ ਉਦੇਸ਼, ਲੈਮੀਨੇਸ਼ਨ ਘੱਟ ਤੋਂ ਘੱਟ ਜਿਹੜੀਆਂ ਪੱਤੀਆਂ ਪਾਉਣੇ ਆ ਅਸੀਂ, ਤਾਂ ਪਤਲੀਆਂ ਪੱਤੀਆਂ ਕਿਉਂ ਪਾਈਆਂ ਹੁੰਦੀਆਂ ਨੇਗੀਆਂ? ਐਡੀ ਕਰੰਟ ਵਾਸਤੇ। ਐਡੀ ਕਰੰਟ ਦੇਖੋ ਲਿਖਿਆ ਹੋਇਆ ਕਾਪਰ ਲਾਸ ਦੇ ਨਾਲ ਕੋਰ ਦਾ ਕੋਈ ਸੰਬੰਧ ਨਹੀਂ ਹੈਗਾ, ਇਹਨੂੰ ਕੱਟ ਦਿਓ। ਆਇਰਨ ਲਾਸ ਚਲੋ ਕਹਿ ਦਿੰਦੇ, ਦੇਖ ਲੈਂਦੇ ਹਜੇ। ਵੱਧ ਵੋਲਟੇਜ ਉਤਪੰਨ ਕਰਨ ਲਈ ਨਹੀਂ ਜੀ। ਫ੍ਰੀਕੁਐਂਸੀ ਵਿੱਚ ਪਰਿਵਰਤਨ ਨੂੰ ਵਧਾਇਆ ਘਟਾਇਆ ਨਹੀਂ ਜਾ ਸਕਦਾ। ਉਹ ਤਾਂ ਜਿੰਨੀ ਵੀ ਤੁਹਾਡੀ ਫ੍ਰੀਕੁਐਂਸੀ ਪ੍ਰਾਇਮਰੀ ਸਾਈਡ ਦੇ ਵਿੱਚ ਤੁਸੀਂ ਇਨਪੁੱਟ ਵੋਲਟੇਜ ਨੂੰ ਦੇਵੋਗੇ, ਜਿਹੜੀ ਤੁਹਾਡੀ ਪ੍ਰਾਇਮਰੀ ਸਾਈਡ ਦੇ ਵਿੱਚ ਸਪਲਾਈ ਹੋਊਗੀ ਟਰਾਂਸਫਾਰਮਰ ਦੀ ਪ੍ਰਾਇਮਰੀ, ਉਨੀ ਫ੍ਰੀਕੁਐਂਸੀ ਹੀ ਸੈਕੰਡਰੀ ਦੇ ਵਿੱਚ ਆਏਗੀ। ਇਹ ਫ੍ਰੀਕੁਐਂਸੀ ਕਦੇ ਹੀ ਵਧਾਈ ਘਟਾਈ ਨਹੀਂ ਜਾ ਸਕਦੀ ਹੈਗੀ ਟਰਾਂਸਫਾਰਮਰ ਦੇ ਅੰਦਰ। ਤਾਂ ਇੱਕੋ ਹੀ ਆਨਸਰ ਰਹਿ ਗਿਆ ਸਾਡਾ, ਆਇਰਨ ਲਾਸ ਘਟ ਜਾਂਦੇ ਆ। ਵੈਸੇ ਜੇ ਇੱਥੇ ਲਿਖਿਆ ਹੁੰਦਾ ਐਡੀ ਕਰੰਟ ਘਟ ਜਾਂਦੇ ਹੈਗੇ, ਐਡੀ ਕਰੰਟ ਘਟ ਜਾਂਦੇ ਆ, ਤਾਂ ਜ਼ਿਆਦਾ ਵਧੀਆ ਗੱਲ ਹੋਣੀ ਸੀ। ਜਾਂ ਫਿਰ ਪੰਜਾਬੀ ਦੇ ਵਿੱਚ ਕਹਿੰਦੇ ਇਹਨੂੰ ਭੰਵਰ ਹਾਨੀ ਆ। ਜੇ ਲਿਖਿਆ ਹੁੰਦਾ ਤਾਂ ਵੱਧ ਵਧੀਆ ਗੱਲ ਹੋਣੀ ਸੀ। ਚਲੋ ਅੱਗੇ ਚੱਲਦੇ ਆਂਗੇ ਆਪਾਂ। ਇੱਕ ਸਟੈਪ ਅਪ ਟਰਾਂਸਫਾਰਮਰ ਨੂੰ AC ਜਨਰੇਟਰ ਦੀ ਤਰ੍ਹਾਂ ਨਹੀਂ ਜੀ, ਜਨਰੇਟਰ ਦਾ ਇਹਦੇ ਵਿੱਚ ਕੀ ਕੰਮ ਆ ਗਿਆ? ਸਟੈਪ ਡਾਊਨ ਟਰਾਂਸਫਾਰਮਰ ਦੀ ਤਰ੍ਹਾਂ ਪ੍ਰਯੋਗ ਕੀਤਾ ਜਾ ਸਕਦਾ ਹੈ। ਸਟੈਪ ਡਾਊਨ ਟਰਾਂਸਫਾਰਮਰ ਦੀ ਤਰ੍ਹਾਂ ਇਹ ਆਊਗਾ, ਇਹ C ਆਊਗਾ ਵੀ ਕੀਤਾ ਜਾ ਸਕਦਾ। ਮੰਨ ਲਓ ਤੁਹਾਡੇ ਕੋਲ ਸਟੈਪ ਅਪ ਟਰਾਂਸਫਾਰਮਰ ਆ। ਸਟੈਪ ਅਪ ਦਾ ਕੀ ਮਤਲਬ ਹੈਗਾ? ਵੀ ਪ੍ਰਾਇਮਰੀ ਦੇ ਵਿੱਚ ਘੱਟ ਟਰਨਾਂ ਨੇਗੀਆਂ ਅਤੇ ਸੈਕੰਡਰੀ ਦੇ ਵਿੱਚ ਟਰਨਾਂ ਜ਼ਿਆਦਾ ਨੇਗੀਆਂ। ਸਟੈਪ ਅਪ ਕਦੋਂ ਹੋਊਗਾ? ਜਦੋਂ ਇੱਧਰਲੇ ਪਾਸੇ ਆਪਾਂ ਵੋਲਟੇਜ ਲਗਾ ਦਾਂਗੇ ਅਤੇ ਇੱਧਰਲੇ ਪਾਸੇ ਆਪਾਂ ਲੋਡ ਲਗਾ ਦਾਂਗੇ। ਆਹ ਪ੍ਰਾਇਮਰੀ ਬਣਾ ਦਾਂਗੇ, ਆਹ ਸੈਕੰਡਰੀ ਬਣਾ ਦਾਂਗੇ। ਤਾਂ ਟਰਾਂਸਫਾਰਮਰ ਕੀ ਹੈ? ਸਟੈਪ ਅਪ ਹੈਗਾ। ਹੁਣ ਮੰਨ ਲਓ ਤੁਸੀਂ ਕੀ ਕੀਤਾ, ਤੁਸੀਂ ਇੱਧਰਲੇ ਪਾਸੇ ਲਾਉਣ ਦੀ ਬਜਾਏ ਤੁਸੀਂ ਇੱਧਰਲੇ ਪਾਸੇ ਇੱਧਰ ਲਗਾਤੀ ਇਨਪੁੱਟ ਵੋਲਟੇਜ। ਹੁਣ ਇੱਧਰ ਟਰਨਾਂ ਵੱਧ ਨੇ, ਇੱਧਰ ਟਰਨਾਂ ਘੱਟ ਨੇਗੀਆਂ। ਇੱਧਰ ਲਗਾਤਾ ਤੁਸੀਂ ਲੋਡ, ਤਾਂ ਲੋਡ ਨੂੰ ਵੋਲਟੇਜ ਇਹਦੇ ਨਾਲੋਂ ਵੱਧ ਮਿਲੂ ਘੱਟ ਮਿਲੂ? ਘੱਟ ਮਿਲੂਗੀ ਵੋਲਟੇਜ। ਤਾਂ ਕਿਸੇ ਵੀ ਟਰਾਂਸਫਾਰਮਰ ਨੂੰ ਕਿਸੇ ਪਾਸਿਓਂ ਵੀ ਜੋੜਿਆ ਜਾ ਸਕਦਾ। ਕੋਈ ਵੀ ਵਾਇੰਡਿੰਗ ਨੂੰ ਪ੍ਰਾਇਮਰੀ ਬਣਾਇਆ ਜਾ ਸਕਦਾ, ਕੋਈ ਵਾਇੰਡਿੰਗ ਨੂੰ ਸੈਕੰਡਰੀ ਬਣਾਇਆ ਜਾ ਸਕਦਾ। ਇਹ ਫਿਕਸ ਨਹੀਂ ਹੁੰਦਾ। ਜਿੱਧਰਲੇ ਪਾਸੇ ਤੁਸੀਂ ਸੋਰਸ ਲਗਾ ਦੋਗੇ ਉੱਧਰਲੇ ਪਾਸੇ ਉਹ ਪ੍ਰਾਇਮਰੀ ਬਣ ਜਾਊ, ਜਿੱਧਰ ਤੁਸੀਂ ਲੋਡ ਲਗਾ ਦੋਗੇ ਉਹ ਸੈਕੰਡਰੀ ਬਣ ਜਾਊ। ਤਾਂ ਇਹ ਹੁੰਦਾ ਵੀ ਹੈਗਾ, ਨੋਰਮਲੀ ਇਹ ਹੁੰਦਾ ਵੀ ਹੈਗਾ। ਹੁਣ ਜੇ ਮੰਨ ਲਓ ਇੱਕ ਟਰਾਂਸਫਾਰਮਰ ਪਿਆ ਹੈਗਾ, ਇੱਧਰਲੇ ਪਾਸੇ ਉਹਦੇ 11 kV ਆਈ ਅਤੇ ਇੱਧਰਲੇ ਪਾਸੇ ਤੁਹਾਡੇ ਕੋਲ 440 ਵੋਲਟ ਜਿਹੜੇ ਸਾਡੇ ਘਰਾਂ ਦੇ ਬਾਹਰ ਟਰਾਂਸਫਾਰਮਰ ਹੁੰਦਾ। 11 kV ਆਉਂਦੀ ਆ, 440 ਬਣ ਜਾਂਦੀ ਆ ਨਾ। ਠੀਕ ਹੈ, ਸਪੋਜ਼ ਕਰੋ ਲਾਈਟ ਚਲੀ ਗਈ, ਇੱਥੇ ਲਾਈਟ ਨਹੀਂ ਹੈਗੀ, ਫੀਡਰ ਸਾਡੇ ਬੰਦ ਹੋ ਗਏ। 440 ਵਾਲੇ ਵੋਲਟ ਜਿਹੜੀ ਸਾਡੀ ਇਹ ਸਾਡੀ ਖੇਤਾਂ ਨੂੰ ਸਪਲਾਈ ਸੀਗੀ, ਉੱਥੇ ਕਿਸੇ ਨੇ ਜਨਰੇਟਰ ਚਲਾ ਲਿਆ।
ਜਦੋਂ ਜਨਰੇਟਰ ਚਲਾਇਆ ਕਿਸੇ ਨੇ, ਤਾਂ ਜਨਰੇਟਰ ਚਲਾਉਣ ਤੋਂ ਬਾਅਦ ਟਰਾਂਸਫਾਰਮਰ ਨੇ ਜਿਹੜੀ ਵੋਲਟੇਜ ਇੱਧਰ ਮਿਲੂਗੀ ਉਹਨੂੰ ਸਟੈਪ ਅਪ ਕਰਕੇ ਭੇਜੂ। ਤਾਂ ਇੱਧਰ 11 kV ਵਾਲੇ ਪਾਸੇ ਦੱਸੋ ਮੈਨੂੰ ਵੀ ਜਿਹੜੀ ਵੋਲਟੇਜ ਹੈਗੀ ਉਹ 440 ਮਿਲੂਗੀ, 440 ਵੋਲਟ ਮਿਲੂ ਕਿ 11 kV ਵੋਲਟੇਜ ਮਿਲੂਗੀ? ਦੱਸੋ ਜੀ ਕਿੰਨੀ ਵੋਲਟੇਜ ਮਿਲੂਗੀ ਸਰ? ਇਹ ਮਿਲੂਗੀ 11 kV ਮਿਲੇਗੀ, ਕਿਉਂਕਿ ਟਰਾਂਸਫਾਰਮਰ ਨੂੰ ਨਹੀਂ ਪਤਾ ਕਿਹੜੀ ਪ੍ਰਾਇਮਰੀ ਹੈ ਕਿਹੜੀ ਸੈਕੰਡਰੀ ਹੈ। ਟਰਾਂਸਫਾਰਮਰ ਦਾ ਮਤਲਬ ਸਿਰਫ ਇੱਕ ਹੀ ਹੁੰਦਾ ਹੈਗਾ, ਜਦੋਂ ਵੀ ਉਹਨੂੰ ਕਰੰਟ ਮਿਲਿਆ ਕਿਸੇ ਮਰਜ਼ੀ ਵਾਈਂਡਿੰਗ ਤੋਂ ਮਿਲੇ, ਉਹ ਕਰੰਟ ਤੋਂ ਇਹ ਕੀ ਬਣਾ ਲੂਗਾ? ਫਲਕਸ ਬਣਾ ਲੂਗਾ। ਤੇ ਫਲਕਸ ਜਦੋਂ ਵਧੂ ਘਟੂਗੀ ਦੂਜੀ ਵਾਈਂਡਿੰਗ ਨਾਲ ਜਿਹਦੇ ਨਾਲ ਵੀ ਲਿੰਕ ਕਰੂਗੀ, ਉਹਦੇ ਵਿੱਚ ਵੋਲਟੇਜ ਕਿੰਨੀ ਬਣੂਗੀ ਉਹ ਉਹਦੀਆਂ ਟਰਨਾਂ 'ਤੇ ਡਿਪੈਂਡ ਕਰੂਗਾ। ਤਾਂ ਇਹਦੀਆਂ ਟਰਨਾਂ ਜਿਹੜੀਆਂ ਸੀਗੀਆਂ ਜ਼ਿਆਦਾ ਸੀਗੀਆਂ, ਇੱਧਰਲੇ ਪਾਸੇ 11 kV ਸਾਡੀ ਆਊਟਪੁੱਟ ਆ ਜਾਏਗੀ। ਤਾਂ ਟਰਾਂਸਫਾਰਮਰ ਨੂੰ ਕਿਸੇ ਪਾਸੇ ਮਰਜ਼ੀ ਜੋੜਿਆ ਜਾ ਸਕਦਾ ਹੈਗਾ। ਕਲੀਅਰ ਹੋ ਗਈ ਜੀ ਗੱਲ ਇਹ। ਅਗਲਾ ਦੇਖੋ ਜੀ, ਕੁੰਡਲੀਆਂ ਵਿੱਚ ਤਾਂਬਾ ਹਾਨੀ ਸਮਾਨੁਪਾਤੀ ਹੁੰਦੀ ਹੈ। ਕੁੰਡਲੀਆਂ ਦਾ ਮਤਲਬ ਹੈਗਾ ਪੰਜਾਬੀ ਦੇ ਵਿੱਚ, ਜਿਹੜੀ ਮੈਂ ਵਾਈਂਡਿੰਗ ਕਹਿ ਰਿਹਾ ਸੀਗਾ, ਵਾਈਂਡਿੰਗ ਨੂੰ ਕੁੰਡਲੀ ਕਿਹਾ ਜਾਂਦਾ ਵਾਈਂਡਿੰਗ, ਕਿਉਂਕਿ ਉਹ ਇੱਦਾਂ ਕਰਕੇ ਲਪੇਟੀ ਹੁੰਦੀ ਹੈ ਨਾ, ਕੁੰਡਲ ਜੇ ਮਾਰੇ ਹੁੰਦੇ, ਤਾਂ ਕਰਕੇ ਇਹਨੂੰ ਵਾਈਂਡਿੰਗ ਨੂੰ ਅਸੀਂ ਕੁੰਡਲੀ ਕਹਿ ਦਿੰਦੇ। ਤਾਂ ਕੁੰਡਲੀਆਂ ਦੇ ਵਿੱਚ ਤਾਂਬਾ ਹਾਨੀਆਂ ਕੀ ਹੁੰਦੀਆਂ ਨੇ? ਮਤਲਬ ਕਾਪਰ ਲਾਸ ਆ ਜਿਹੜੇ ਕੀ ਹੁੰਦੇ ਆ। ਹੁਣੇ ਦੱਸ ਕੇ ਹਟਿਆ ਸੀ ਤੈਨੂੰ, ਕਾਪਰ ਲਾਸ ਦਾ ਫਾਰਮੂਲਾ I²R ਹੁੰਦਾ। ਤਾਂ I ਦਾ ਉੱਪਰ ਕੀ ਹੁੰਦਾ? ਕਰੰਟ ਦੇ ਉੱਪਰ ਕੀ ਹੁੰਦਾ? ਸਕੇਅਰ ਹੁੰਦਾ। ਤਾਂ ਫਾਰਮੂਲਾ ਕਿੱਥੇ? D ਆਨਸਰ ਸਹੀ ਹੈਗਾ ਜੀ ਇਹਦਾ। ਓਕੇ ਜੀ। ਹੇਠ ਲਿਖਿਆਂ ਵਿੱਚੋਂ ਕਿਹੜੇ ਸੰਯੋਜਨ ਦੁਆਰਾ ਉੱਚਤਮ ਸੈਕੰਡਰੀ ਵੋਲਟੇਜਾਂ ਪ੍ਰਾਪਤ ਹੋਵੇਗੀ? ਕਿਹੜਾ ਜਿਹੜਾ ਆਪਾਂ 3 ਫੇਸ ਟਰਾਂਸਫਾਰਮਰ ਦੇ ਵਿੱਚ ਆਪਾਂ 4 ਤਰ੍ਹਾਂ ਦੇ ਕਨੈਕਸ਼ਨ ਪੜ੍ਹੇ ਆ, ਸਟਾਰ ਸਟਾਰ, ਪ੍ਰਾਇਮਰੀ ਵੀ ਸਟਾਰ, ਸੈਕੰਡਰੀ ਵੀ ਸਟਾਰ, ਡੈਲਟਾ ਡੈਲਟਾ, ਸਟਾਰ ਡੈਲਟਾ, ਡੈਲਟਾ ਸਟਾਰ। ਠੀਕ ਹੈ ਜੀ। ਇੱਕ ਤੁਹਾਨੂੰ ਟ੍ਰਿਕ ਦੱਸੀ ਸੀ ਇਹਦੇ ਵਿੱਚ ਕਿ ਸਟੈਪ ਡਾਊਨ ਕਿਹੜਾ ਹੁੰਦਾ, ਸਟੈਪ ਅਪ ਕਿਹੜਾ ਹੁੰਦਾ। ਸਟੈਪ ਡਾਊਨ ਲਿਖਿਓ, ਸਟੈਪ ਵੈਸੇ ਤਾਂ ਚਲੋ ਫ੍ਰੀ ਦੇ ਵਿੱਚ ਦੱਸ ਦਿੰਦਾ ਤੁਹਾਨੂੰ, ਬਾਕੀ ਸਾਰੀਆਂ ਗੱਲਾਂ ਤਾਂ ਚਲੋ ਦੂਜੇ ਗਰੁੱਪ ਦੇ ਵਿੱਚ ਦੱਸ ਹੀ ਰਿਹਾ ਮੈਂ। ਸਟੈਪ ਡਾਊਨ ਦਾ ਕੀ ਮਤਲਬ ਆ? ਸੱਸਾ, ਸਟਾਰ, ਡੀ, ਡੈਲਟਾ। ਜਿਹੜਾ ਤੁਹਾਡਾ ਸਟਾਰ ਡੈਲਟਾ ਟਰਾਂਸਫਾਰਮਰ ਹੁੰਦਾ ਇਹ ਸਟੈਪ ਡਾਊਨ ਹੁੰਦਾ। ਤਾਂ ਜੇ ਸਟਾਰ ਡੈਲਟਾ ਸਟੈਪ ਡਾਊਨ ਹੁੰਦਾ ਤਾਂ ਆਪੇ ਦਾ ਪੁੱਠਾ ਕਰ ਦਿਓ, ਡੈਲਟਾ ਸਟਾਰ। ਜਿਹੜਾ ਡੈਲਟਾ ਸਟਾਰ ਹੁੰਦਾ ਕੀ ਹੁੰਦਾ ਹੈਗਾ? ਸਟੈਪ ਅਪ ਹੁੰਦਾ। ਡੈਲਟਾ ਸਟਾਰ ਲੱਭੋ ਕਿੱਥੇ ਲਿਖਿਆ ਹੋਇਆ, ਇੱਥੇ ਲਿਖਿਆ ਹੋਇਆ ਡੀ ਆਪਸ਼ਨ ਦੇ ਵਿੱਚ। ਤਾਂ ਡੀ ਆਪਸ਼ਨ ਤੁਹਾਡੀ ਬਿਲਕੁਲ ਸਹੀ ਹੈਗੀ। ਡੀ ਆਪਸ਼ਨ ਆ ਜਿਹੜੀ ਸਾਡੀ ਇੱਥੇ ਆਵੇਗਾ ਜੀ ਇਹ। ਠੀਕ ਹੈ ਜੀ। ਆਹ ਡੈਲਟਾ ਸਟਾਰ। ਜੇ ਸਟੈਪ ਜਿਹੜੇ ਸੰਯੋਜਨ ਆ ਜਿਹੜਾ ਵੋਲਟੇਜ ਨੂੰ ਘਟਾਉਂਦਾ ਹੈਗਾ ਤਾਂ ਸਟਾਰ ਡੈਲਟਾ ਹੋਣਾ ਸੀਗਾ। ਇਹਦੇ ਵਿੱਚ ਲਿਖਿਆ ਉੱਚਤਮ ਵੋਲਟੇਜ ਪ੍ਰਾਪਤ ਹੋਏਗੀ, ਵੱਧ ਤੋਂ ਵੱਧ ਵੋਲਟੇਜ ਡੈਲਟਾ ਸਟਾਰ 'ਚ। ਕਿਵੇਂ ਆਏਗੀ, ਕਿਉਂ ਆਏਗੀ, ਇਹ 3 ਫੇਸ ਜਿਹਨੇ ਪੜ੍ਹਿਆ ਉਹਨੂੰ ਪਤਾ ਹੋਏਗਾ। ਠੀਕ ਹੈ ਜੀ। ਕਿਉਂਕਿ ਦੇਖੋ ਇੱਕ ਹੀ ਕੁਐਸਚਨ 'ਤੇ ਮੈਂ 20-25 ਮਿੰਟ ਨਹੀਂ ਲਗਾ ਸਕਦਾ ਹੈਗਾ, ਕਿਉਂਕਿ ਜ਼ਿਆਦਾਤਰ ਮੈਨੂੰ ਪਤਾ ਵੀ ਜਿਨ੍ਹਾਂ ਨੇ ਹੁਣ ਕੋਰਸ ਨਹੀਂ ਪੜ੍ਹਿਆ ਹੈਗਾ ਉਹ ਸਿਰਫ ਰੱਟੇ ਵਾਲੇ ਬੱਚੇ ਨੇਗੇ, ਅਤੇ ਰੱਟੇ ਲਵਾਉਣ ਵਾਲੀਆਂ ਤੁਹਾਨੂੰ ਮੈਂ ਗੱਲਾਂ ਦੱਸੀ ਜਾਣਾ ਜਿੰਨਾ ਕਿ ਤੁਸੀਂ ਸਿੱਖਣਾ ਚਾਹੁੰਦੇ ਹੋਗੇ। ਜਿਹੜੇ ਕੰਸੈਪਟ ਨਾਲ ਜਿਨ੍ਹਾਂ ਨੂੰ ਪਿਆਰ ਆ ਅਗਲੇ ਕੋਰਸ ਕਰ ਰਹੇ ਹੈਗੇ, ਜਾਂ ਫਿਰ ਵਾਈਂਡਿੰਗਾਂ ਦੇ ਵਿੱਚ, ਜਾਂ ਫਿਰ ਤੁਹਾਡੀਆਂ ਬੁੱਕਸ ਦੇ ਵਿੱਚ ਉਹ ਕੁਐਸਚਨ ਪੜ੍ਹ ਰਹੇ ਹੈਗੇ, ਉਹਨਾਂ ਨੂੰ ਕੁਐਸਚਨ ਉਹਨਾਂ ਦੇ ਹੋ ਜਾਣਗੇ। ਅਗਲਾ ਦੇਖੋ ਜੀ, ਆਹ ਕੁਐਸਚਨ ਬਹੁਤ ਇੰਪੋਰਟੈਂਟ ਆ ਬੱਚਿਓ। ਇਹਦੇ ਵਿੱਚ ਤੁਹਾਨੂੰ ਮੈਂ ਇੱਕ ਫਾਰਮੂਲਾ ਦੱਸਣ ਲੱਗਿਆ, ਇਹ ਫਾਰਮੂਲਾ ਤੁਸੀਂ ਰੱਟ ਲੈਣਾ ਹੈਗਾ। ਇਸ ਫਾਰਮੂਲੇ ਬਿਨਾਂ ਕੋਈ ਗੁਜ਼ਾਰਾ ਨਹੀਂ ਹੈਗਾ, ਜਿਹੜਾ ਬਾਰ-ਬਾਰ ਮੈਂ ਲਿਖਦਾ ਹੁੰਦਾ ਵੀ V1 = N2/N1 = I1/I2 ਹੁੰਦਾ। ਇਹਦੇ ਵਿੱਚ 2 ਦਾ ਮਤਲਬ ਸੈਕੰਡਰੀ ਅਤੇ 1 ਦਾ ਮਤਲਬ ਪ੍ਰਾਇਮਰੀ। ਜਿਵੇਂ V ਦੇ ਪੈਰ 'ਚ 2 ਪਿਆ ਦਾ ਮਤਲਬ ਕੀ ਹੈ? ਇਹ ਸੈਕੰਡਰੀ ਵੋਲਟੇਜ ਹੈ। V ਦੇ ਪੈਰ 'ਚ 1 ਪਿਆ ਕਿਹੜੀ ਵੋਲਟੇਜ ਆ? ਪ੍ਰਾਇਮਰੀ ਵੋਲਟੇਜ ਆ। N ਦੇ ਪੈਰ 'ਚ 2 ਪਿਆ ਕਿਹੜੀ ਵੋਲਟੇਜ ਆ? ਇਹ ਕਿਹੜੀਆਂ ਟਰਨਾਂ ਨੇਗੀਆਂ? ਸੈਕੰਡਰੀ ਦੀਆਂ। N ਦੇ 1 'ਚ 1 ਪਿਆ ਦਾ ਮਤਲਬ ਇਹ ਕਿਹੜੀਆਂ ਟਰਨਾਂ ਨੇ? ਪ੍ਰਾਇਮਰੀ ਦੀਆਂ। I ਦੇ ਪੈਰ 'ਚ 1 ਪਿਆ ਦਾ ਮਤਲਬ ਇਹ ਕੀ ਹੈਗਾ? ਪ੍ਰਾਇਮਰੀ ਦਾ ਕਰੰਟ ਆ। ਆਹ ਸੈਕੰਡਰੀ ਦੀ ਧਾਰ ਆ ਗਈ। ਤਾਂ ਹੁਣ ਜਿਹੜੀ ਚੀਜ਼ ਇਹਨੇ ਦਿੱਤੀ ਹੋਈ ਹੈ, ਦੇਖੋ ਇਹਦੇ ਵਿੱਚੋਂ ਟਰਨਾਂ ਦੀ ਗੱਲ ਕੀਤੀ ਗਈ ਹੈ। ਇੱਕ ਤਾਂ ਦੇਖੋ N1 ਲਿਖਿਆ ਪਿਆ, V1 ਲਿਖਿਆ ਪਿਆ, ਇਹਦੇ ਵਿੱਚ ਕਰੰਟ ਦੀ ਕੋਈ ਗੱਲ ਨਹੀਂ ਕੀਤੀ। ਤਾਂ ਕਰੰਟ ਤੁਸੀਂ ਇੱਥੋਂ ਡਿਲੀਟ ਕਰ ਲਓ। ਜੇ ਕਰੰਟ ਬਾਰੇ ਪੁੱਛਦਾ ਤਾਂ ਕਰੰਟ ਲਿਖ ਲੈਂਦੇ ਆਪਾਂ। ਤੁਹਾਡੇ ਕੋਲ ਜਿਹੜਾ ਫਾਰਮੂਲਾ ਰਹਿ ਗਿਆ ਉਹ ਇੰਨਾ ਕੁ ਰਹਿ ਗਿਆ। ਉਹ ਕੀ ਰਹਿ ਗਿਆ? ਮੈਂ ਦੁਬਾਰਾ ਲਿਖਦਾ ਇੱਥੇ। ਉਹ ਸਾਡੇ ਕੋਲ ਫਾਰਮੂਲਾ ਰਹਿ ਗਿਆ V2/V1 N2/N1। 2 ਦੇ ਸਾਹਮਣੇ 2, 1 ਦੇ ਸਾਹਮਣੇ 1। 2 ਜੇ ਉੱਪਰ ਲਿਖਿਆ ਤਾਂ ਦੋਨੇ ਪਾਸੇ 2 ਉੱਪਰ ਲਿਖਣਾ, ਦੋਨੇ ਪਾਸੇ ਥੱਲੇ ਲਿਖਿਆ ਦੋਨੇ ਪਾਸੇ ਥੱਲੇ ਲਿਖਣਾ। ਦੋਨੇ ਤਰੀਕੇ ਨਾਲ ਤੁਹਾਨੂੰ ਕੁਐਸਚਨ ਕੱਢ ਕੇ ਦਿਖਾਉਣਾ। ਜੇ ਆਪਾਂ V1 ਉੱਪਰ ਲਿਖ ਲੈਂਦੇ, V2 ਹੇਠਾਂ ਲਿਖ ਲੈਂਦੇ, N1 ਉੱਪਰ ਲਿਖ ਲੈਂਦੇ, N2। ਦੇਖੋ ਲਿਖਣਾ ਤੁਸੀਂ ਆਹੀ ਆ, ਆਹ ਸਹੀ ਹੈਗਾ। ਉੱਦਾਂ ਮੈਂ ਦੱਸਦਾ ਵੀ ਰੇਸ਼ੋ ਦੇ ਵਿੱਚ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ। ਜੇ ਇੱਦਾਂ ਵੀ ਲਿਖ ਲਓਗੇ ਆਨਸਰ ਗਲਤ ਨਹੀਂ ਆਉਣਾ ਤੁਹਾਡਾ, ਕੋਈ ਦਿੱਕਤ ਨਹੀਂ। ਤਾਂ N1 ਤੁਹਾਨੂੰ ਕਿੰਨਾ ਦਿੱਤਾ ਹੋਇਆ? 1000। N1 ਦੀ ਵੈਲਿਊ ਹੇਠਾਂ ਇੱਥੇ ਲਿਖਿਆ ਹੋਇਆ ਨਾ, ਹੇਠਾਂ, ਤਾਂ ਇੱਥੇ ਲਿਖੋ ਜੀ 1000। V1 ਹੇਠਾਂ ਇੱਧਰਲੇ ਪਾਸੇ 250 ਲਿਖੋ ਇੱਥੇ। ਇਹਨੇ ਕੀ ਆ? ਸੈਕੰਡਰੀ ਵੋਲਟੇਜ 400 ਆ।
ਤਾਂ ਸੈਕੰਡਰੀ ਵੋਲਟੇਜ V2 ਉੱਪਰ ਲਿਖੀ ਜਾਓ ਨਾ 400, ਆ x ਆ, ਤਾਂ ਕ੍ਰਾਸ ਮਲਟੀਪਲਾਈ ਕਰੋ ਜੀ, 1000 ਨਾਲ 400 ਮਲਟੀਪਲਾਈ ਹੋਊਗਾ, ਤੇ x ਦੇ ਸਾਹਮਣੇ ਜੋ ਇਦਾਂ ਹੁੰਦਾ ਕ੍ਰਾਸ ਦੇ ਵਿੱਚ ਹੁੰਦਾ ਗਾ ਉਹ ਥੱਲੇ ਡਿਵਾਈਡ ਹੋ ਜਾਂਦਾ ਹੁੰਦਾ 250। ਇੰਨਾ ਕੁ ਪਹਿਲੀਆਂ 2 ਵੀਡੀਓ ਦੇ ਵਿੱਚ ਦੱਸਿਆ ਜਾ ਚੁੱਕਿਆ ਹੈਗਾ। ਇਹ ਨਾਲ ਆ ਘੱਟ ਜੂਏ 25 ਨੂੰ ਜੇ ਆਪਾਂ ਕਰਾਂਗੇ ਇਹਦੇ ਨਾਲ 4 ਆ ਗਿਆ, ਤੇ ਇਹ ਚੌਕਮ ਚੌਕੇ 16, ਤੇ ਪਿੱਛੇ ਇੱਕ 0 ਆਊਗੀ, ਆਹ 2 0 ਆਉਣਗੀਆਂ 1600। ਤੁਹਾਡੇ ਕੋਲੇ ਟਰਨਾਂ ਕਿੰਨੀ ਆ ਗਈਆਂ ਜੀ, N2 ਸਾਡੇ ਕੋਲੇ 1600 ਟਰਨਾਂ ਆ ਗਈਆਂ। ਠੀਕ ਹੈ, ਇੱਦਾਂ ਨਿਕਲਦਾ ਹੁੰਦਾ। ਲਓ ਇੱਕ ਵਾਰੀ ਮੈਂ ਫੇਰ ਕਰਨ ਲੱਗਿਆਗਾ। V1 ਦੀ ਵੈਲਿਊ ਤੁਹਾਨੂੰ ਦਿੱਤੀ ਹੋਈ ਹੈਗੀ, ਇੱਥੇ ਭਰ ਲਓ V1 ਦੀ ਵੈਲਿਊ ਕਿੰਨੀ 250। V2 ਦੀ ਵੈਲਿਊ ਕਿੰਨੀ ਹੈਗੀ, V2 ਦੀ ਵੈਲਿਊ 400 ਵੋਲਟ ਆ ਗਿਆ। ਸੈਕੰਡਰੀ ਕੁੰਡਲੀ ਵਿੱਚ 400 ਵੋਲਟ, ਇਹਦਾ ਮਤਲਬ ਇੱਥੇ 400 ਆਊਗਾ। N1 ਪ੍ਰਾਇਮਰੀ ਟਰਨਾਂ ਦਿੱਤੀਆਂ ਨੇ, ਟਰਾਂਸਫਾਰਮਰ ਵਿੱਚ N1 ਆ ਦੇਖੋ ਦਿੱਤਾ ਹੋਇਆ ਹੈਗਾ, ਅਤੇ ਇੱਥੇ ਆਊਗਾ 1000, ਇੱਥੇ ਆਊਗਾ x, ਅਤੇ ਇੱਥੇ ਸੋਲਵ ਕਰ ਲਓ ਜੀ ਇਹਨੂੰ। ਇੱਦਾਂ ਕ੍ਰਾਸ ਮਲਟੀਪਲਾਈ ਹੋਊਗਾ ਨਾ x ਦੀ ਵੈਲਿਊ ਕੱਢਣ ਵਾਸਤੇ, ਤਾਂ x ਦੇ ਨਾਲ ਲਿਖਿਆ ਜਾਊਗਾ 250 ਬਰਾਬਰ ਹੈ 1000 ਦੇ ਨਾਲ ਲਿਖਿਆ ਜਾਊਗਾ 400। ਤਾਂ x ਦੇ ਨਾਲ ਜਿਹੜੀ ਚੀਜ਼ ਪਈ ਹੈ ਇਹਨੂੰ ਚੱਕ ਕੇ ਥੱਲੇ ਲੈ ਜਾ, ਇੱਧਰ ਗੁਣਾ ਦੇ ਵਿੱਚ ਪਈ ਸੀ, ਇੱਧਰ ਇਹ ਡਿਵਾਈਡ 'ਚ ਆ ਜੂਗੀ 250, 0 ਨਾਲ 0 ਕੱਟ ਜੂਗੀ। 25 ਨੂੰ ਆਪਾਂ ਕਰਾਂਗੇ 100 ਨਾਲ, ਤਾਂ 25 ਚੌਕਾ 100 ਹੁੰਦਾ ਗਾ, ਚੌਕਮ ਚੱਕ ਗਿਆ। 40 ਨੂੰ ਆਪਾਂ 4 ਨਾਲ ਗੁਣਾ ਕਰਾਂਗੇ, ਕਿੰਨਾ ਆ ਜੂਗਾ ਸਾਡਾ, ਆਹ 40 ਆ, ਇੱਧਰ ਵੀ 40 ਹੋਵੇਗਾ, ਤਾਂ 1600 ਆ ਜੂਗਾ ਸਾਡੇ ਕੋਲ। ਤਾਂ ਟਰਨਾਂ ਸਾਡੀਆਂ ਕਿੰਨੀਆਂ ਆ ਗਈਆਂ ਜੀ, 1600 ਆ ਗਈਆਂ ਸੈਕੰਡਰੀ ਟਰਨਾਂ। ਇਹ ਬਹੁਤ ਇੰਪੋਰਟੈਂਟ ਆ ਬੱਚੇ, ਇਹ ਯਾਦ ਰੱਖਣਾ ਗਾ। ਇੱਥੇ ਤਾਂ ਤੁਹਾਨੂੰ ਪਤਾ ਲੱਗਦਾ ਵੋਲਟੇਜ ਵਧਣਾ ਕਰੰਟ ਕਿਵੇਂ ਘਟਦਾ ਗਾ। ਠੀਕ ਹੈ ਜੀ। ਪਾਵਰ ਟਰਾਂਸਫਾਰਮਰ ਵਿੱਚ ਅਗਲਾ ਕੁਐਸਚਨ ਕਰ ਰਹੇ ਹਾਂਗੇ, ਪਾਵਰ ਟਰਾਂਸਫਾਰਮਰ ਵਿੱਚ ਟੈਪਿੰਗ ਕਿੱਧਰ ਹੁੰਦੀ ਆ। ਸਾਰੀਆਂ ਕਿਤਾਬਾਂ ਦੇ ਵਿੱਚ ਗਲਤ ਦਿੱਤਾ ਹੋਇਆ, ਅਸੀਂ ਇੱਕ ਹੀ ਗੱਲ ਪੜ੍ਹਨੀ ਹੈਗੀ, ਜਿੱਧਰ ਵੋਲਟੇਜ ਵੱਧ ਹੁੰਦੀ ਹੈ HD ਵੋਲਟੇਜ, ਉੱਧਰਲੇ ਪਾਸੇ ਸਾਡੇ ਕੋਲ ਟੈਪਿੰਗ ਹੈ ਜਿਹੜੀ ਉੱਧਰਲੇ ਪਾਸੇ ਹੀ ਹੁੰਦੀ ਹੈਗੀ, ਕਿਉਂਕਿ HD ਵਾਲੇ ਪਾਸੇ ਕਰੰਟ ਘੱਟ ਹੁੰਦਾ ਹੈਗਾ, ਅਤੇ ਟੈਪਿੰਗ ਦਾ ਮਤਲਬ ਹੁੰਦਾ ਹੈਗਾ ਇੱਕ ਟਰਨ ਤੋਂ ਦੂਜੀ ਟਰਨ ਦੇ ਵਿੱਚ ਜੰਪ ਕਰਨਾ। ਤਾਂ ਜਦੋਂ ਕਰੰਟ ਘੱਟ ਹੋਏਗਾ ਤਾਂ ਜੰਪ ਕਰਨ ਵੇਲੇ ਸਾਡੇ ਕੋਲ ਜਿਹੜਾ ਟੈਪ ਚੇਂਜਰ ਹੋਏਗਾ, ਜੰਪ ਕਰਨ ਵੇਲੇ ਉੱਥੇ ਸਪਾਰਕਿੰਗ ਘੱਟ ਦੇਵੇਗਾ। ਕਲੀਅਰ ਹੋ ਗਈ ਜੀ ਗੱਲ ਇਹ। ਚਲੋ ਅਗਲਾ ਕੁਐਸਚਨ, ਇਹਦੇ ਵਿੱਚ 2 ਆਨਸਰਾਂ ਦੇ ਵਿੱਚ ਕਨਫਿਊਜ਼ਨ ਹੋ ਸਕਦੀ ਹੈ ਕਈ ਬੱਚਿਆਂ ਨੂੰ। ਕਹਿੰਦਾ ਜੇਕਰ ਟਰਾਂਸਫਾਰਮਰ ਵਿੱਚ ਟਰਨ ਅਨੁਪਾਤ 10:1 ਹੈ, ਮੰਨ ਲਓ ਟਰਨ ਅਨੁਪਾਤ ਦਾ ਮਤਲਬ ਆ ਵੀ N1 ਆ ਜਿਹੜਾ ਤੁਹਾਡਾ, N1 ਤੁਹਾਡਾ ਹੈਗਾ 10, N1:N2 ਦੀ ਜਿਹੜੀ ਵੈਲਿਊ ਆ ਹੈਗੀ ਆ 10:1। ਹੁਣ ਇਹਦਾ ਮਤਲਬ ਕੀ ਹੋ ਸਕਦਾ ਹੈਗਾ, ਕਹਿੰਦਾ ਹਰ 10 ਪ੍ਰਾਇਮਰੀ ਦੀਆਂ ਟਰਨਾਂ ਪਿੱਛੇ ਸੈਕੰਡਰੀ ਦਾ 1 ਟਰਨ ਹੋਵੇਗਾ। ਗੱਲ ਸਹੀ ਹੈ ਇਹਦੀ। ਸੈਕੰਡਰੀ ਵੋਲਟੇਜ ਕਹਿੰਦਾ 10:1 ਹੋਏਗੀ, ਨਹੀਂ, ਸੈਕੰਡਰੀ ਵੋਲਟੇਜ ਆ ਜਿਹੜੀ ਸਾਡੀ 10:1 ਦੇ ਅਨੁਪਾਤ ਨਾਲ ਹੋਏਗੀ, ਸੈਕੰਡਰੀ ਵੋਲਟੇਜ 10 ਥੋੜ੍ਹਾ ਹੋਏਗੀ। ਸੈਕੰਡਰੀ ਵੋਲਟੇਜ ਦਾ 10 ਗੁਣਾ ਘੱਟ ਹੋਊ, ਕਿਉਂਕਿ N2 ਘੱਟ ਆ ਸਾਡਾ। ਜੇ ਵੋਲਟੇਜ ਆਪਾਂ ਸੈਕੰਡਰੀ ਵੋਲਟੇਜ ਦੀ ਗੱਲ ਕਰੀਏ ਤਾਂ ਵੋਲਟੇਜ ਦਾ ਵੀ ਇਹੀ ਹੋਊਗਾ ਵੀ 10:1, ਵੀ 10 ਵੋਲਟ ਵਾਸਤੇ ਸਿਰਫ ਸੈਕੰਡਰੀ ਦੇ ਵਿੱਚ ਤਾਂ 1 ਵੋਲਟ ਹੀ ਪੈਦਾ ਹੋਏਗੀ। ਚਲੋ ਕਹਿੰਦਾ ਪ੍ਰਾਇਮਰੀ ਕਰੰਟ 10 ਗੁਣਾ ਹੋਵੇਗਾ। ਪ੍ਰਾਇਮਰੀ ਕਰੰਟ, ਹੁਣ ਪ੍ਰਾਇਮਰੀ ਦੇ ਵਿੱਚ ਵੋਲਟੇਜ ਵੱਧਦਾ ਤਾਂ ਪ੍ਰਾਇਮਰੀ ਕਰੰਟ 10 ਗੁਣਾ ਥੋੜ੍ਹਾ ਹੋਏਗਾ, ਪ੍ਰਾਇਮਰੀ ਕਰੰਟ ਦਾ 10 ਗੁਣਾ ਘੱਟ ਹੋਏਗਾ, ਤਾਂ ਵੀ ਗਲਤ ਹੋ ਗਿਆ। ਕਹਿੰਦਾ ਪ੍ਰਾਇਮਰੀ ਵਿੱਚ 10 ਟਰਨਾਂ ਹਨ ਅਤੇ ਸੈਕੰਡਰੀ ਵਿੱਚ ਸਿਰਫ 1 ਟਰਨ ਹੈ। ਹੁਣ ਦੇਖਣ ਨੂੰ ਆਹ ਸਹੀ ਲੱਗ ਰਿਹਾ ਹੋਊਗਾ, ਬੱਚੇ ਦਾ ਮਤਲਬ ਇਹ ਨਹੀਂ ਹੈਗਾ ਵੀ ਪ੍ਰਾਇਮਰੀ 'ਚ 10 ਨੇ ਅਤੇ ਸੈਕੰਡਰੀ 'ਚ 1 ਆ। ਇਹਦਾ ਮਤਲਬ ਸਿਰਫ ਇਹ ਆ ਵੀ ਜਿਹੜੀ ਉਹਨਾਂ ਦੀ ਰੇਸ਼ੋ ਆ, ਟਰਨ ਰੇਸ਼ੋ ਜਿਹੜੀ ਹੁੰਦੀ ਆ, ਇਹਨੇ ਅਨੁਪਾਤ ਕਿਹਾ ਹੈਗਾ, ਅਨੁਪਾਤ। ਇਹਨੇ ਇਹ ਨਹੀਂ ਕਿਹਾ ਵੀ ਇੱਧਰ 10 ਨੇ ਇੱਧਰ 1 ਹੈਗਾ। ਇਹਦਾ ਮਤਲਬ ਕੁਛ ਵੀ ਹੋ ਸਕਦਾ, ਜੇ ਇੱਧਰ 20 ਹੋਣਗੀਆਂ ਇੱਧਰ ਕਿੰਨਾ ਉਹ 2 ਹੋਊ, ਜੇ ਇੱਧਰ 30 ਹੋਣਗੀਆਂ ਇੱਧਰ ਕਿੰਨਾ ਹੋਊਗਾ 30 ਹੋਊਗਾ, ਤਾਂ ਕੁਛ ਵੀ ਹੋ ਸਕਦਾ ਹੈਗਾ। ਤਾਂ ਇਹ ਤਾਂ ਕਹਿੰਦੇ ਸਿਰਫ ਇਹ ਤਾਂ 10 ਟਰਨ ਨਹੀਂ ਕਹਿ ਰਿਹਾ, 10 ਟਰਨਾਂ ਨਹੀਂ ਹੈਗੀਆਂ ਜੀ। ਤਾਂ ਪਹਿਲਾ ਹੀ ਆਨਸਰ ਸਹੀ ਹੈ ਵੀ ਹਰੇਕ 10 ਪਿੱਛੇ 1 ਆ। ਦੇਖੋ ਹਰੇਕ 10 ਪਿੱਛੇ ਕਿੰਨੀ ਹੈਗੀ 1, ਜੇ 20 ਹੁੰਦੀਆਂ ਤਾਂ ਕਿੰਨੀਆਂ ਆਉਣਗੀਆਂ 2, 20 ਪਿੱਛੇ 2 ਹੈ, ਇਹਦਾ ਮਤਲਬ ਇਹਦੀ 10 ਪਿੱਛੇ ਅਤੇ 10 ਪਿੱਛੇ ਕਿੰਨੇ ਨੇ, 1 ਨਾ 1 ਆ ਨਾ। ਠੀਕ ਹੈ ਜੀ। ਚਲੋ ਅਗਲਾ ਕੁਐਸਚਨ, ਟਰਾਂਸਫਾਰਮਰ ਵਿੱਚ ਕੋਰ ਦਾ ਕੰਮ ਕੀ ਹੁੰਦਾ ਹੈ। ਕੋਰ ਦਾ ਕੰਮ, ਹੁਣ ਕੋਰ ਦੀ ਗੱਲ ਜਿੱਥੇ ਆ ਗਈ ਐਡੀ ਕਰੰਟ ਨਹੀਂ ਲਾਉਣਾ। ਕੋਰ ਦਾ ਕੰਮ ਕੀ ਆ, ਤੁਹਾਨੂੰ ਕੋਰ ਦਾ ਕੰਮ ਸਮਝਾਇਆ ਸੀ, ਫਲਕਸ ਨੂੰ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਪਰ ਲੈ ਕੇ ਜਾਣਾ। ਐਡੀ ਕਰੰਟ ਲਾਸ ਦੂਰ ਕਰਨ ਦਾ ਕਾਹਦਾ ਕੰਮ ਹੁੰਦਾ, ਕੋਰ ਨੂੰ ਲੈਮੀਨੇਟ ਕਿਉਂ ਕੀਤਾ ਜਾਂਦਾ, ਲੈਮੀਨੇਸ਼ਨ ਕਿਉਂ ਪਾਈਆਂ ਜਾਂਦੀਆਂ, ਇਹ ਉਹਦਾ ਆਨਸਰ ਲਿਖਿਆ ਹੋਇਆ ਹੈਗਾ। ਆਇਰਨ ਲਾਸ ਘੱਟ ਕਰਨ ਵਾਸਤੇ ਕੀ ਕਰਨਾ ਪੈਂਦਾ, ਲੈਮੀਨੇਸ਼ਨ ਕਰਨੀ ਪੈਂਦੀ ਹੈ, ਉਹਦਾ ਆਨਸਰ ਲਿਖਿਆ ਹੋਇਆ। ਸਟੈਰਿਸਿਸ ਘੱਟ ਕਰਨ ਵਾਸਤੇ ਕੀ ਕਰਨਾ ਪੈਂਦਾ, ਸਿਲੀਕੋਨ ਸਟੀਲ ਪਾਉਣਾ ਪੈਂਦਾ ਹੈਗਾ। ਤਾਂ ਇੱਥੇ ਤੇ ਇਹਨਾਂ ਦੇ ਵਿੱਚ ਕੋਈ ਕੁਐਸਚਨ ਤਾਂ ਨਹੀਂ ਹੈਗਾ ਉੱਪਰ ਬਣਿਆ ਹੋਇਆ, ਦੇਖਿਓ ਨਹੀਂ। ਇਹਦਾ ਟਰਾਂਸਫਾਰਮਰ ਕੋਰ ਦਾ ਕੰਮ ਆ, ਕੀ ਆ ਸੀਗਾ ਕਾਮਨ ਮੈਗਨੈਟਿਕ ਸਰਕਟ ਕਰਨਾ, ਕਾਮਨ ਮੈਗਨੈਟਿਕ ਸਰਕਟ ਪ੍ਰੋਵਾਈਡ ਕਰਨਾ। ਵੀ ਪ੍ਰਾਇਮਰੀ ਦੇ ਜਿਹੜੇ 2 ਟਰਨਾਂ ਨੇ ਸਾਡੀਆਂ, ਪ੍ਰਾਇਮਰੀ ਵਾਈਂਡਿੰਗ ਅਤੇ ਸੈਕੰਡਰੀ ਵਾਈਂਡਿੰਗ, ਇਹਨਾਂ ਨੂੰ ਇੱਕ ਕਾਮਨ ਸਰਕਟ ਦੇ ਉੱਪਰ, ਕਾਮਨ ਇੱਕ ਮੈਗਨੈਟਿਕ ਸਰਕਟ ਦੇ ਵਾਸਤੇ ਜੋੜਿਆ ਜਾਵੇ, ਉਹ ਸਾਡੀ ਕੋਰ ਦਾ ਮੇਨ ਕੰਮ ਹੁੰਦਾ। ਕਲੀਅਰ ਹੋ ਗਈ ਜੀ ਗੱਲ ਇਹ। ਚਲੋ
ਇੱਕ ਦੋ ਕੁਐਸਚਨ ਮੈਂ ਤੁਹਾਨੂੰ ਇੰਗਲਿਸ਼ 'ਚ ਪਾਏ ਸੀਗੇ, ਉਹ ਕੀ ਸੀਗਾ, ਉਹਨੇ ਪੁੱਛਿਆ ਸੀ, ਕਹਿੰਦਾ ਰੈਜ਼ਿਸਟੈਂਸ ਬਿਟਵੀਨ ਪ੍ਰਾਇਮਰੀ ਐਂਡ ਸੈਕੰਡਰੀ ਵਾਈਂਡਿੰਗ ਪ੍ਰਾਇਮਰੀ ਤੇ ਸੈਕੰਡਰੀ ਵਾਈਂਡਿੰਗ ਦੇ ਵਿੱਚ ਰੈਜ਼ਿਸਟੈਂਸ ਕੀ ਹੋਏਗੀ। ਦੇਖੋ ਪ੍ਰਾਇਮਰੀ ਵਾਈਂਡਿੰਗ ਦੀ ਰੈਜ਼ਿਸਟੈਂਸ ਇੱਧਰ ਆ ਗਈ, ਸੈਕੰਡਰੀ ਵਾਈਂਡਿੰਗ ਦੀ ਰੈਜ਼ਿਸਟੈਂਸ ਇੱਧਰ ਆ ਗਈ, ਦੋਨੇ ਆਪਸ ਦੇ ਵਿੱਚ ਜੁੜੀਆਂ ਨਹੀਂ ਹੋਈਆਂ, ਓਪਨ ਨੇ। ਉਹ ਤਾਂ ਮੈਗਨੈਟਿਕਲੀ ਤਾਂ ਚੁੰਬਕੀ ਆ, ਜੇ ਆਪਾਂ ਸ਼ਕਤੀ ਦੀ ਗੱਲ ਕਰੀਏ ਉਹਦੇ ਨਾਲ ਤਾਂ ਜੁੜੀਆਂ ਹੋਈਆਂ ਨੇ, ਪਰ ਇਲੈਕਟ੍ਰੀਕਲ ਤਾਂ ਨਹੀਂ ਜੁੜੀਆਂ ਹੋਈਆਂ। ਤੇ ਜਦੋਂ ਕੋਈ ਦੋ ਚੀਜ਼ਾਂ ਇਲੈਕਟ੍ਰੀਕਲੀ ਨਹੀਂ ਜੁੜਦੀਆਂ ਤਾਂ ਉਹਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਹੈ ਕੀ ਹੁੰਦੀ ਹੈਗੀ, ਓਪਨ ਸਰਕਟ ਵਾਲੀ, ਇਨਫਾਈਨਾਈਟ ਹੁੰਦੀ ਹੈਗੀ, ਬੇਅੰਤ ਹੁੰਦੀ ਹੈਗੀ। ਜਦੋਂ ਕੋਈ ਚੀਜ਼ ਜੁੜੀ ਹੁੰਦੀ ਹੈ ਉਹਦੀ ਰੈਜ਼ਿਸਟੈਂਸ ਕਿੰਨੀ ਹੁੰਦੀ ਹੈ, 0 ਹੁੰਦੀ ਆ। ਤਾਂ ਪ੍ਰਾਇਮਰੀ ਤੇ ਸੈਕੰਡਰੀ ਦੀ ਜਿਹੜੀ ਹੋਏਗੀ ਉਹ ਕਿੰਨੀ ਹੋਏਗੀ, ਇਨਫਾਈਨਾਈਟ ਹੋਏਗੀ ਰੈਜ਼ਿਸਟੈਂਸ। ਓਕੇ ਜੀ। ਇੱਕ ਕੁਐਸਚਨ ਸੀਗਾ ਇਹਦੇ ਵਿੱਚ, ਕਹਿੰਦਾ ਲੋਡ ਔਨ ਟਰਾਂਸਫਾਰਮਰ ਇਜ਼ ਇੰਕਰੀਜ਼ਡ। ਜੇ ਲੋਡ ਵੱਧ ਜਾਵੇ, ਇਜ਼ ਇੰਕਰੀਜ਼ਡ, ਤਾਂ ਤੁਹਾਡੇ ਕੋਲ ਜਿਹੜੀ ਫਲਕਸ ਪੈਦਾ ਹੋ ਰਹੀ ਆ ਉਹ ਕੀ ਹੋਏਗੀ, ਵਧੇਗੀ, ਘਟੇਗੀ ਜਾਂ ਸੇਮ ਰਹੇਗੀ। ਹੁਣ ਸਾਨੂੰ ਪਤਾ ਵੀ ਟਰਾਂਸਫਾਰਮਰ ਦੇ ਅੰਦਰ ਨਾ ਤਾਂ ਫਲਕਸ ਵੱਧਦੀ ਆ, ਨਾ ਫਲਕਸ ਸਾਡੀ ਘਟਦੀ ਆ। ਟਰਾਂਸਫਾਰਮਰ ਨੂੰ ਅਸੀਂ ਕਹਿੰਦੇ ਆ ਇਟ ਇਜ਼ ਏ ਕਾਂਸਟੈਂਟ ਫਲਕਸ ਡਿਵਾਈਸ ਕਹਿੰਦੇ ਆਂਗੇ ਆਪਾਂ, ਯਾਦ ਰੱਖਿਓ। ਜਾਂ ਫਿਰ ਕਾਂਸਟੈਂਟ ਪਾਵਰ ਡਿਵਾਈਸ ਕਹਿੰਦੇ, ਨਾ ਤਾਂ ਪਾਵਰ ਵੱਧਦੀ ਘਟਦੀ ਆ, ਨਾ ਫਲਕਸ ਵੱਧਦੀ ਘਟਦੀ ਆ, ਨਾ ਪਾਵਰ ਵੱਧਦੀ ਘਟਦੀ ਆ, ਤੇ ਨਾ ਹੀ ਇਹਦੇ ਵਿੱਚ ਫਰੀਕੁਐਂਸੀ ਵੱਧਦੀ ਘਟਦੀ ਆ। ਇਹ ਯਾਦ ਰੱਖਿਓ ਤੁਸੀਂ, ਤੁਹਾਨੂੰ ਬਹੁਤ ਵਾਰੀ ਪੁੱਛੂ ਲੋਡ ਵਧਾਉਣ ਨਾਲ ਫਰੀਕੁਐਂਸੀ ਕੀ ਹੋਏਗੀ, ਨਹੀਂ ਵਧੇ ਘਟੇਗੀ। ਠੀਕ ਹੈ ਜੀ। ਤਾਂ ਹਮੇਸ਼ਾ ਜਿਹੜੀ ਫਲਕਸ ਆ ਗਈ ਉਹ ਇੱਕ ਟਰਾਂਸਫਾਰਮਰ ਦੀ ਕੋਰ ਦੇ ਅੰਦਰ ਕੀ ਰਹਿੰਦੀ ਆ, ਰਿਮੇਨ ਸੇਮ, ਹਮੇਸ਼ਾ ਕਾਂਸਟੈਂਟ ਰਹਿੰਦੀ ਆ, ਯਾਦ ਰੱਖਿਓ। ਅਗਲੀ ਗੱਲ ਪੁੱਛੀ ਗਈ ਸੀ ਸਕਾਟ ਕਨੈਕਸ਼ਨ ਬਾਰੇ। ਕੀ ਹੁੰਦੇ ਆ ਜੀ, 2 ਫੇਜ਼ ਤੋਂ 3 ਫੇਜ਼ ਟਰਾਂਸਫਾਰਮਰ ਬਣਾਉਣ ਵਾਸਤੇ ਜਾਂ 3 ਫੇਜ਼ ਤੋਂ 2 ਫੇਜ਼ ਟਰਾਂਸਫਾਰਮਰ ਬਣਾਉਣ ਵਾਸਤੇ। ਉਹਦੇ ਵਿੱਚ ਇੱਕ ਸਿੰਗਲ ਫੇਜ਼ ਦੀ ਆਪਸ਼ਨ ਸੀ, ਇੱਕ 3 ਫੇਜ਼ ਤੋਂ 3 ਫੇਜ਼ ਸੀ, ਉਹ ਗਲਤ ਸੀਗੀਆਂ। ਅਗਲਾ ਕੁਐਸਚਨ ਬਹੁਤ ਇੰਪੋਰਟੈਂਟ ਸੀਗਾ, ਉਹ ਕਹਿੰਦਾ ਕਿਸੇ ਇੱਕ ਸਿੰਗਲ ਫੇਜ਼ ਟਰਾਂਸਫਾਰਮਰ ਦੇ ਵਿੱਚ ਜਿਹੜੇ ਸਾਡੇ ਆਇਰਨ ਲਾਸ ਨੇਗੇ ਉਹ ਸੀਗੇ ਜੀ 500 ਵਾਟ, ਤੇ ਜਿਹੜੇ ਕਾਪਰ ਲਾਸ ਸੀਗੇ ਫੁੱਲ ਲੋਡ ਦੇ ਉੱਪਰ ਉਹ ਸੀਗੇ ਕਿੰਨੇ ਤੁਹਾਡੇ 1600 ਵਾਟ। ਕਹਿੰਦਾ ਮੈਕਸਿਮਮ ਉਹਨੇ ਕੀ ਕਿਹਾ, ਵਾਟ ਵਿਲ ਬੀ ਦਾ ਟੋਟਲ ਲਾਸ ਇਫ ਦਾ ਲੋਡ ਇਜ਼ ਡਿਕਰੀਜ਼ ਟੂ ਹਾਫ। ਜੇ ਕਹਿੰਦਾ ਲੋਡ ਨੂੰ ਆਪਾਂ ਹਾਫ ਕਰ ਦਈਏ ਤਾਂ ਟੋਟਲ ਲਾਸ ਕੀ ਹੋਣਗੇ। ਆਇਰਨ ਲਾਸ ਕੀ ਹੋਣਗੇ ਜੀ, ਸੇਮ ਰਹਿਣਗੇ, ਕੋਈ ਲੋਡ ਦੇ ਵਧਣ ਘਟਣ ਨਾਲ ਫਰਕ ਨਹੀਂ ਪੈਂਦਾ ਹੈਗਾ, ਤਾਂ 500 ਤਾਂ ਪੱਕਾ ਹੀ ਆ ਗਿਆ। ਰਹੀ ਗੱਲ ਕਾਪਰ ਲਾਸ ਦੀ, ਹੁਣ ਕਾਪਰ ਲਾਸ ਆ ਜਿਹੜੇ ਸਾਡੇ, ਜੇ ਸਾਡੇ ਕੋਲ ਲੋਡ ਅੱਧਾ ਹੋ ਗਿਆ ਤਾਂ ਜਿਹੜੇ ਅੱਧੇ ਦਾ ਸਕੇਅਰ ਆਊਗਾ ਨਾ, ਕਰੰਟ ਦਾ ਸਕੇਅਰ ਹੁੰਦਾ ਹਮੇਸ਼ਾ, ਆਪਾਂ ਕੁਐਸਚਨ 'ਚ ਵੀ ਪੜ੍ਹਿਆ ਸੀਗਾ, ਤਾਂ ਅੱਧੇ ਦਾ ਸਕੇਅਰ ਕਿੰਨਾ ਹੁੰਦਾ, 1/4। ਤਾਂ 1/4 ਦਾ ਜਦੋਂ ਆਪਾਂ ਸਕੇਅਰ ਕਰਾਂਗੇ 1 ਕਿੰਨਾ ਆ ਜਾਊਗਾ, 2 ਆ ਗਿਆ ਨਾ, 1/2 ਦਾ ਸਕੇਅਰ ਕੀਤਾ ਕਿੰਨਾ ਆ ਗਿਆ ਸਾਡਾ, 1/4 ਆ ਗਿਆ। ਤਾਂ 1/4 ਕਿਹਦਾ ਹੋਊਗਾ, 1/4 ਜਿੰਨੇ ਲਾਸ ਸਾਨੂੰ ਦਿੱਤੇ ਹੋਏ ਹੈਗੇ। ਤਾਂ 1600 ਦਾ 1/4 ਕਰਨਾ ਪਊਗਾ, 1/4 ਜਦੋਂ ਕਰਾਂਗੇ ਕਿੰਨਾ ਤੁਹਾਡਾ 400। ਤਾਂ 400 ਵਾਟ ਸਾਡੇ ਕਿਹੜੇ ਰਹਿ ਗਏ, ਕਾਪਰ ਲਾਸ। ਤਾਂ ਕੁੱਲ ਲਾਸ ਸਾਡੇ ਕਿੰਨੇ ਹੋ ਗਏ, 900 ਵਾਟ ਆ ਗਏ। ਇਹ ਯਾਦ ਰੱਖਿਓ ਜੀ। ਤਾਂ ਜਿਹਨੂੰ ਸਾਡੇ ਪੜ੍ਹਾਉਣ ਦਾ ਤਰੀਕਾ ਪਸੰਦ ਆਇਆ ਜੀ, 1.5 ਘੰਟੇ ਜਿਹੜੀ ਘੰਟੇ ਦੀ ਵੀਡੀਓ ਜਿਹਨੇ ਦੇਖੀ ਹੈ, ਜਿਹਨੂੰ ਅੱਛੀ ਲੱਗੀ ਹੈਗੀ, ਉਹ ਸਾਡਾ ਕੋਰਸ ਵੀ ਜੁਆਇਨ ਕਰ ਸਕਦਾ। ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡਾ ਟੋਟਲ ਜਿਹੜੇ ਕੋਰਸ ਦੀ ਫੀਸ ਹੈਗੀ ਉਹ 3000 ਰੁਪਏ ਫੀਸ ਹੈਗੀ। ਉਹਦੇ ਵਿੱਚ ਇੱਦਾਂ ਦੇ ਟੈਸਟ ਵੀ ਲਏ ਜਾਂਦੇ ਆ, ਉਹਦੇ ਵਿੱਚ ਇੱਕ WhatsApp ਗਰੁੱਪ ਦੇ ਵਿੱਚ ਡਾਊਟ ਵੀ ਸੋਲਵ ਕਰਵਾਏ ਜਾਂਦੇ ਹੈਗੇ, ਅਤੇ ਪੂਰੇ ਸਿਲੇਬਸ ਦੀਆਂ 60 ਦੇ ਕਰੀਬ ਵੀਡੀਓਜ਼ ਨੇ ਜਿਹੜੀਆਂ YouTube ਦੇ ਉੱਪਰ ਅਪਲੋਡਡ ਨੇਗੀਆਂ। ਅਤੇ ਜਿਨ੍ਹਾਂ ਨੇ ਕੋਰਸ ਲੈਣਾ ਉਹਨਾਂ ਵਾਸਤੇ ਮੈਂ ਤੁਹਾਨੂੰ 2 ਨੰਬਰ ਦੱਸ ਦਿੰਦਾ, ਜਿਨ੍ਹਾਂ ਦੇ ਉੱਪਰ ਤੁਸੀਂ WhatsApp ਮੈਸੇਜ ਭੇਜਣਾ ਗਾ। ਠੀਕ ਹੈ ਜੀ। ਇੱਕ ਨੰਬਰ ਹੋਰ ਹੈਗਾ, ਜਿਹੜਾ ਦੂਜਾ ਨੰਬਰ ਹੈਗਾ ਸਾਡਾ, ਇਹ WhatsApp ਕਰ ਸਕਦੇ ਹੋਗੇ ਤੁਸੀਂ। ਜਿਹੜਾ ਦੂਜਾ ਨੰਬਰ ਆ ਸਾਡਾ ਉਹ ਉੱਪਰ ਵੀ ਤੁਸੀਂ WhatsApp ਮੈਸੇਜ ਭੇਜ ਸਕਦੇ ਹੋਗੇ, ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਹੈ ਤੁਸੀਂ ਆਪਣੀ ਪੁੱਛ ਸਕਦੇ ਹੋਗੇ। ਠੀਕ ਹੈ ਜੀ, ਚਲੋ ਧੰਨਵਾਦ ਜੀ।